ਪ੍ਰਾਈਮ ਏਸ਼ੀਆ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਗੱਲਬਾਤ ਕਰਨੀ ਚਾਹੁੰਦੇ ਹਾਂ ਬੀਤੇ ਕੁਝ ਕੁ ਦਿਨਾਂ ਤੋਂ ਲਗਾਤਾਰ ਘਟ ਰਹੀਆਂ ਘਟਨਾਵਾਂ ਅਤੇ ਉਹਨਾਂ ਵਿੱਚ ਹੋ ਰਹੀ ਅਪਡੇਟਸ ਦੀ। ਤੁਹਾਨੂੰ ਪਤਾ ਹੋਣਾ ਹੈ ਕਿ ਬੀਤੇ ਦਿਨੀ ਭਾਰਤ ਅਤੇ ਚੀਨ ਦੇ ਦੋਵੇਂ ਪਾਸੇ ਦੇ ਫੌਜੀਆਂ ਦੀ ਆਪਸੀ ਗਹਿ-ਗੱਚ ਲੜਾਈ ਹੋਈ, ਜਿਸ ਦੇ ਵਿੱਚ ਭਾਰਤ ਦੇ ਜਵਾਨ ਵੀ ਸ਼ਹੀਦ ਹੋਏ ਤੇ ਦੂਸਰੇ ਪਾਸੋਂ ਵੀ ਖਬਰਾਂ ਇਸੇ ਤਰ੍ਹਾਂ ਦੀਆਂ ਨੇ। ਪਰ ਪਹਿਲਾਂ ਲਗਭਗ ਸਵਾ ਮਹੀਨਾ ਇਹ ਖਬਰਾਂ ਚੱਲਦੀਆਂ ਰਹੀਆਂ ਕਿ ਗੱਲਬਾਤ ਹੋ ਰਹੀ ਹੈ, ਸ਼ਾਂਤੀ ਬਣੀ ਰਹੇਗੀ, ਕੋਈ ਲੜਾਈ ਝਗੜੇ ਵਾਲੀ ਕਾਰਵਾਈ ਦੋਵੇਂ ਪਾਸਿਆਂ ਤੋਂ ਨਹੀਂ ਹੋਵੇਗੀ। ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਗੱਲ ਦੀ ਚਰਚਾ ਹੁੰਦੀ ਰਹੀ। ਪਰ ਆਖਰਕਾਰ ਬੀਤੇ ਦਿਨੀ ਉਹ ਦਿਨ ਆਇਆ ਜਿਸ ਦੇ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ, ਜਿਨ੍ਹਾਂ ਵਿੱਚੋਂ 4 ਪੰਜਾਬ ਦੇ ਯੋਧੇ ਸਨ, ਪੰਜਾਬ ਦੇ ਲਾਲ ਸਨ, ਜਿਹੜੇ ਸੂਰਮਗਤੀ ਪ੍ਰਾਪਤ ਕਰ ਗਏ। ਸ਼ਹਾਦਤ ਦਾ ਜਾਮ ਪੀਣਾ ਕੋਈ ਸੁਖਾਲਾ ਨਹੀਂ, ਉਹਨਾਂ ਦੇ ਪਰਿਵਾਰਾਂ ਨੂੰ ਦੁੱਖ ਝੱਲਣਾ ਕੋਈ ਸੁਖਾਲਾ ਨਹੀਂ। ਜਦੋਂ ਬੀਤੇ ਦਿਨੀ ਇਹਨਾਂ ਯੋਧਿਆਂ ਦਾ ਪਿੰਡਾਂ ਦੇ ਵਿੱਚ ਸੰਸਕਾਰ ਕੀਤਾ ਗਿਆ ਤੇ ਪਿੰਡ ਭੁੱਬਾਂ ਮਾਰ ਰੋ ਰਹੇ ਸਨ, ਪਰ ਉਹ ਨਾਲੋਂ ਨਾਲ ਉਹਨਾਂ ਦੀ ਸੂਰਮਗਤੀ ਤੇ ਮਾਣ ਵੀ ਕਰ ਰਹੇ ਸੀ। ਹੁਣ ਜਦੋਂ ਇਹ ਖਬਰਾਂ ਚੱਲੀ ਰਹੀਆਂ ਸੀ, ਇਹਨਾਂ ਖਬਰਾਂ ਦੇ ਦਰਮਿਆਨ ਹੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਹ ਖਬਰਾਂ ਵੀ ਆਈਆਂ ਕਿ ਲੋਕ ਚੀਨੀ ਸਮਾਨ ਦਾ ਬਾਈਕਾਟ ਕਰਨਾ ਚਾਹੁੰਦੇ ਆ। ਸਿਰਫ ਬਾਈਕਾਟ ਹੀ ਨਹੀਂ, ਬਹੁਤ ਸਾਰੇ ਲੋਕਾਂ ਨੇ ਅੱਗੇ ਹੋ ਕੇ ਚੀਨ ਦਾ ਸਮਾਨ ਭੰਨਣਾ ਸ਼ੁਰੂ ਕਰ ਦਿੱਤਾ। ਇਸ ਮਸਲੇ ਦੇ ਉੱਤੇ ਵੀ ਗੱਲਬਾਤ ਕਰਾਂਗੇ। ਇਹਦੇ ਨਾਲ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਖੀ ਜਾ ਸਕਦੀ ਹੈ, ਭਾਵੇਂ ਜਵਾਨੀ ਦੀ ਗੱਲ ਕਰੀਏ, ਕਿਸਾਨੀ ਦੀ ਗੱਲ ਕਰੀਏ, ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਹੈ, ਜਿਸ ਦੇ ਕਾਰਨ ਬਹੁਤ ਸਾਰੇ ਘਰਾਂ ਦੇ ਚਿਰਾਗ ਉਜੜੇ ਹੈ, ਘਰਾਂ ਦੇ ਸੁਹਾਗ ਉਜੜੇ ਹੈ। ਬਹੁਤ ਸਾਰੇ ਲੋਕਾਂ ਨੇ ਆਪਣੇ ਗਲਾਂ ਦੇ ਵਿੱਚ ਰੱਸੇ ਪਾਏ ਹੈ, ਫਾਹੇ ਲਏ ਹੈ, ਮੌਤ ਨੂੰ ਆਪਣੇ ਗਲ ਨਾਲ ਲਾ ਲਿਆ। ਗੱਲਬਾਤ ਇਹਦੇ 'ਤੇ ਵੀ ਕਰਾਂਗੇ। ਇਹਦੇ ਨਾਲ ਪੰਜਾਬ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਇਸ ਵਕਤ ਸਿਆਸਤ ਦੇ ਮੈਦਾਨ ਵਿੱਚ ਕੁੱਦ ਚੁੱਕੀਆਂ ਨੇ। ਭਾਜਪਾ ਵਾਲੇ ਇਸ ਵਾਰ ਕੁਝ ਵੱਖਰੇ ਤਰੀਕੇ ਨਾਲ ਪੰਜਾਬ ਦੇ ਵਿੱਚ ਕੁਝ ਨਵਾਂ ਕਾਰਗੁਜ਼ਰਨ ਦੀ ਸੋਚ ਰਹੇ ਨੇ, ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਅਤੇ ਬਾਈਬਲ ਕਲਾ ਕਾਂਡ ਦੇ ਬਾਬਤ ਜਿਹੜੀਆਂ ਅਪਡੇਟਸ ਹੋ ਰਹੀਆਂ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜੋ ਕੁਝ ਵਾਪਰਿਆ, ਸਿੱਟ ਕੀ ਕਰ ਰਹੀ ਹੈ, ਉਹਦੇ ਵਿੱਚ ਕਿਹੜੀਆਂ ਅਪਡੇਟਸ ਨੇ, ਉਹਦੀ ਵੀ ਗੱਲਬਾਤ ਕੀਤੀ ਜਾਏਗੀ। ਆਓ ਹੁਣ ਸਭ ਤੋਂ ਪਹਿਲਾਂ ਪਰਮਵੀਰ ਬਾਠ ਹੋਰਾਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ ਤੇ ਇਹਨਾਂ ਖਬਰਾਂ ਤੇ ਕੁਝ ਹੋਰ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਬਾਠ ਸਾਹਿਬ ਜੀ ਆਇਆਂ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ। ਆ ਚਾਈਨਾ ਵਾਲਾ ਮਸਲਾ ਆਪਾਂ ਉਹਦੇ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ। ਜਦੋਂ ਨਾ ਸ਼ਹਾਦਤਾਂ ਹੋਈਆਂ, ਦੇਖੋ ਪਰਿਵਾਰ ਤਾਂ ਅਜੇ ਤੱਕ ਬਹੁਤ ਵੱਡੇ ਸਦਮੇ 'ਚ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਨਾ, ਉਮਰ ਭਰ ਹੀ ਰਹਿਣਾ ਜੀ, ਉਮਰ ਭਰ ਰਹਿਣੇ ਆ, ਕਿਉਂਕਿ ਬਹੁਤਿਆਂ ਦੇ ਮਾਂ-ਬਾਪ ਜਿਹੜੇ ਕਈਆਂ ਦੇ ਬੇਹੋਸ਼ ਹੋ ਗਏ, ਕਿਉਂਕਿ ਜਦੋਂ ਇੱਕ ਲੱਕੜ ਦਾ ਡੱਬਾ ਬਕਸਾ ਆਉਂਦਾ ਘਰ ਨੂੰ ਤੇ ਉਹ ਤਿਰੰਗੇ ਦੇ ਵਿੱਚ ਲਪੇਟਿਆ, ਉਦੋਂ ਸਾਰੀ ਦੁਨੀਆ ਨਾਲ ਹੁੰਦੀ ਹੈ। ਫੌਜੀ ਅਧਿਕਾਰੀ ਵੀ ਆਉਂਦੇ ਆ, ਸਿਆਸੀ ਲੀਡਰ ਵੀ ਆਉਂਦੇ ਆ, ਆਂਢੀ ਗੁਆਂਢੀ ਵੀ ਆਉਂਦੇ ਆ, ਪਰ 5-10-15 ਦਿਨਾਂ ਦੇ ਬਾਅਦ ਸਾਰਿਆਂ ਨੇ ਕੰਮੀ ਧੰਦੀ ਲੱਗ ਜਾਣਾ। 4 ਪੈਸੇ ਵੀ ਮਿਲ ਜਾਣਗੇ, ਪਰਿਵਾਰ ਦੇ ਜੀ ਨੂੰ ਨੌਕਰੀ ਦਾ ਜਿਹੜਾ ਭਰੋਸਾ ਵੀ ਮਿਲ ਵੀ ਜਾਓ ਨੌਕਰੀ, ਆਪਾਂ ਇਹ ਨਹੀਂ ਕਹਿੰਦੇ ਕਿ ਮਿਲਣੀ ਨਹੀਂ, ਪਰ ਉਹ ਬੰਦੇ ਦੀ ਕਮੀ ਨਹੀਂ ਜਾਂਦੀ। ਪਹਿਲਾ ਸਵਾਲ ਤਾਂ ਬੈਨੀਪਾਲ ਸਾਹਿਬ ਇੱਥੇ ਹੀ ਪੈਦਾ ਹੁੰਦਾ ਕਿ ਕੀ ਜ਼ਰੂਰੀ ਸੀ ਜਾਂ ਮਜਬੂਰੀ ਸੀ ਦੇਸ਼ਾਂ ਦੀ ਕਿ ਆਪਸ ਵਿੱਚ ਲੜ ਫਸ ਕੇ ਦੋਨੇ ਪਾਸਿਆਂ ਦਾ ਨੁਕਸਾਨ ਕਰਾਉਂਦੇ। ਹੁਣ ਕਈ ਪਾਸੇ ਤੇ ਇਹ ਗੱਲਾਂ ਚੱਲਦੀਆਂ ਜੀ, ਸਾਡੇ ਘੱਟ ਸ਼ਹੀਦ ਹੋਏ ਨੇ, ਉਹਨਾਂ ਦੇ ਅਸੀਂ ਵੱਧ ਮਾਰ ਦਿੱਤੇ। ਉਹ ਕਹਿੰਦੇ ਨੇ ਕਿ ਸਾਡੇ ਸ਼ਹੀਦ ਹੋਏ, ਅਸੀਂ ਉਹਨਾਂ ਦੇ ਮਾਰ ਦਿੱਤੇ। ਦੋਵਾਂ ਦੇਸ਼ਾਂ ਦੀ ਆਪੋ ਆਪਣੀ ਸੋਚਣ ਦੀ ਪ੍ਰਕਿਰਿਆ ਨਾ, ਪਰ ਰੌਲਾ ਇਹ ਹੈ ਕਿ ਪਰਿਵਾਰਾਂ ਦੇ ਜੀ ਗਏ ਆ, ਚੀਨ ਵਾਲੇ ਪਾਸੇ ਵੀ ਤੇ ਇੱਧਰ ਵਾਲੇ ਪਾਸੇ ਵੀ, ਚਾਹੇ ਕੋਈ ਉਧਰ ਸ਼ਹੀਦ ਹੋਇਆ ਭਾਵੇਂ ਕੋਈ ਇੱਧਰ ਹੋਇਆ, ਮਰੇ ਤਾਂ ਦੋਵੇਂ ਪਾਸੇ ਆ। ਤੇ ਵਿੱਚੋਂ ਕੱਢਿਆ ਕੀ? ਵਿੱਚੋਂ ਜਿਹੜੇ ਸਾਡੇ ਹਾਕਮ ਨੇ, ਭਾਵੇਂ ਉਧਰਲੇ ਨੇ ਭਾਵੇਂ ਇੱਧਰਲੇ ਨੇ, ਦੋਵਾਂ ਦੇਸ਼ਾਂ ਦੇ ਪੱਲੇ ਕੀ ਪਿਆ? ਜਾਣੀ ਇਹ ਕਿਹੜੀ ਗੱਲ ਸੀ ਜਿਹਦੇ ਕਰਕੇ ਕਿੱਡੀ ਕਿ ਇੱਥੇ ਜਾਣੀ ਸਾਡੇ ਧੌਣ ਦੇ ਉੱਤੇ ਕਿਸੇ ਨੇ ਗੋਡਾ ਰੱਖਿਆ ਸੀਗਾ ਦੋਵਾਂ ਦੇਸ਼ਾਂ ਦੇ ਕਿ ਇਹ ਲੜਾਈ ਬਹੁਤ ਜ਼ਰੂਰੀ ਸੀ। ਕਿਉਂਕਿ ਫੌਜੀ ਕਰਮਚਾਰੀਆਂ ਨੇ, ਜਵਾਨਾਂ ਪ੍ਰਾਪਤੀ ਕੀ ਹੋਈ ਨਾ, ਵਿੱਚੋਂ ਪਤਾ ਤਾਂ ਲੱਗੇ ਕਿ ਆਖਿਰਕਾਰ ਕਿਹੜਾ ਖੁੰਡਾ ਸੀ ਜਿਹੜਾ ਅਸੀਂ ਪੱਟ ਕੇ ਲੈ ਜਾਂਦਾ ਜਾਂ ਉਹ ਪੱਟ ਕੇ ਲੈ ਗਏ। ਗੱਲ ਤਾਂ ਕੁਛ ਵੀ ਨਹੀਂ, ਪਹਿਲਾਂ ਉਹਨਾਂ ਨੇ ਇਲਾਕਾ ਦੱਬਿਆ ਸੀ, ਉੱਥੋਂ ਕਿਹੜਾ ਖੇਤੀ ਕਰ ਲਈ ਉਹਨਾਂ ਨੇ, ਜਾਂ ਖਣਿਜ ਪਦਾਰਥ ਕੱਢ ਕੇ ਲੈ ਗਏ। ਜਾਣੀ ਕਿ ਇਹ ਹੈਂਕੜਬਾਜ਼ੀ ਹੈ। ਦੁਨੀਆ ਭਰ ਦੇ ਵਿੱਚ ਇੱਕ ਸਰਦਾਰੀ ਕਾਇਮ ਰੱਖਣ ਦੀ ਲਾਲਸਾ ਜੀ ਹੈ। ਉਹ ਜ਼ਰੂਰ ਸੋਚਣਾ ਵਿਚਾਰਨਾ ਚਾਹੀਦਾ ਕਿ ਜੇ ਘਾਟਾ ਖਾਧਾ ਹੈ ਵਿਅਕਤੀਆਂ ਦਾ, ਇਨਸਾਨਾਂ ਦਾ, ਪਰਿਵਾਰਾਂ ਦੇ ਵਿੱਚੋਂ ਖੁਸ਼ੀਆਂ ਖੇੜੇ ਜੇ ਖੰਭ ਲਾ ਕੇ ਉੜੇ ਆ, ਤੇ ਆਖਿਰਕਾਰ ਮਜਬੂਰੀ ਕੀ ਸੀ? ਮੰਨ ਲਓ ਘਰ ਨੂੰ ਅੱਗ ਲੱਗੀ ਹੋਆ ਜੀ, ਉਦੋਂ ਤਾਂ ਅਸੀਂ ਰਿਸਕ ਲਵਾਂਗੇ, ਘਰ ਦਾ ਕੋਈ ਨਿੱਕਾ ਨਿਆਣਾ ਜਾਂ ਬਜ਼ੁਰਗ ਜਿਹੜਾ ਤੁਰ ਨਹੀਂ ਸਕਦਾ ਉਹ ਅੰਦਰ ਆ, ਤੇ ਅਸੀਂ ਜਾਈਏ ਵੀ ਅੱਗ 'ਚ ਚੰਗੇ ਲੱਗਦੇ ਆ, ਕੱਢ ਲਿਆਈਏ ਉਹਨੂੰ, ਵੀ ਬਚਾਉਣਾ, ਝੁਲਸ ਜਾਈਏ, ਸੇਕ ਲੱਗ ਜਵੇ, ਉਹ ਸਮਝ ਆਉਂਦੀ ਹੈ। ਪਰ ਜੇ ਬਿਨਾਂ ਗੱਲ ਤੋਂ ਹੀ
ਚੁੱਲ੍ਹੇ ਦੇ ਵਿੱਚ ਹੱਥ ਦੇਵਾਂਗੇ, ਨਹੀਂ ਅੱਗ ਵੀ ਆਪ ਹੀ ਲਾਈਏ, ਫਿਰ ਅੰਦਰ ਆਪ ਹੀ ਵੜੀਏ, ਤਾਂ ਉਹ ਕੋਈ ਸਿਆਣਪ ਨਹੀਂ ਹੈ। ਖਾਸ ਤੌਰ ਤੇ 2020 'ਚ ਪੁਰਾਣੇ ਸਮੇਂ ਦੇ ਵਿੱਚ ਤਾਂ ਮੰਨਿਆ ਕਿ ਰਾਜੇ ਮਹਾਰਾਜੇ ਹੁੰਦੇ ਸੀ ਤੇ ਰਾਜੇ ਮਹਾਰਾਜੇ ਨੇ ਕਹਿਣਾ ਹੈ ਸਾਡੀ ਇਹ ਗੱਲ ਨਹੀਂ ਮੰਨੀ, ਸਾਨੂੰ ਨਜ਼ਰਾਨਾ ਨਹੀਂ ਦੇ ਕੇ ਗਏ, ਸਾਨੂੰ ਆਹ ਨਹੀਂ ਦੇ ਗਏ। ਹੱਦਾਂ ਨੇ, ਆਪੋ ਆਪਣੇ ਦੇਸ਼ ਨੇ, ਆਪੋ ਆਪਣੀ ਅਰਥ ਵਿਵਸਥਾ, ਆਪੋ ਆਪਣੀਆਂ ਸਮਾਜਿਕ ਸਮੱਸਿਆਵਾਂ ਨੇ, ਉਹ ਦੂਰ ਕਰੋ ਭਾਈ, ਆਰਾਮ ਨਾਲ ਰਹੋ। ਪਰ ਜੇ ਅਜੇ ਤੱਕ ਵੀ ਉੱਦਾਂ ਦਾ ਕੋਈ ਮਨ ਦੇ ਵਿੱਚ ਲੈ ਕੇ ਚੱਲਿਆ ਤਾਂ ਔਖਾ। ਹੁਣ ਬੈਨੀਪਾਲ ਸਾਹਿਬ ਸਰਹੱਦ ਤੇ ਝਗੜਾ ਤਾਂ ਗਿਆ ਮੁੱਕ ਜੀ, ਮੁੱਕਣ ਦਾ ਭਾਵ ਕਿ ਆਰਜੀ ਤੌਰ ਤੇ ਠੱਪ ਹੋ ਗਿਆ, ਫਿਰ ਦੁਬਾਰਾ ਅੱਗੇ ਝੁਲਸੂਗੀ ਜ਼ਰੂਰ, ਕਿਸੇ ਨਾ ਕਿਸੇ ਨੂੰ ਝੁਲਸਾਊਗੀ। ਪਰ ਉਹਦੇ ਤੋਂ ਬਾਅਦ ਭਾਰਤ ਭਰ ਦੇ ਵਿੱਚ ਇਹ ਗੱਲ ਚੱਲਦੀ ਹੈ, ਕੁਝ ਲੀਡਰਾਂ ਨੇ ਬਿਆਨ ਦੇਣੇ ਸ਼ੁਰੂ ਕੀਤੇ, ਲੀਡਰ ਸਮਾਜਿਕ ਵੀ ਨੇ, ਸਿਆਸੀ ਵੀ ਨੇ, ਕਿ ਚੀਨ ਦੇ ਸਮਾਨ ਦਾ ਬਾਈਕਾਟ ਕਰੋ। ਕੁਝ ਲੋਕਾਂ ਨੂੰ ਵੀ ਦੇਖੋ ਦੁੱਖ ਤਾਂ ਹੁੰਦਾ ਹੀ ਆ ਨਾ ਕਿ ਭਾਈ ਕਿਹਨਾਂ ਨੇ ਮਾਰ ਦਿੱਤਾ ਸਾਡਾ ਫੌਜੀ, ਕਿਹਨਾਂ ਨੇ ਸ਼ਹੀਦ ਕੀਤਾ, ਚੀਨੀਆਂ ਨੇ ਕੀਤਾ, ਤੇ ਚਾਈਨਾ ਦੇ ਸਮਾਨ ਦੀ ਭੰਨਤੋੜ ਵੀ ਕਰੀ ਜਾਓ, ਉਹਨਾਂ ਨੂੰ ਲੂਹੀ ਵੀ ਜਾਓ। ਦੇਖੋ ਗੁੱਸਾ ਸਾਰਾ ਜਾਇਜ਼ ਹੈ, ਪਰ ਰੌਲਾ ਬੈਨੀਪਾਲ ਸਾਹਿਬ ਇਸ ਗੱਲ ਦਾ, ਜਿੱਧਰਲੇ ਪਾਸੇ ਨੂੰ ਤੁਸੀਂ ਗੱਲ ਲੈ ਕੇ ਜਾਣਾ ਚਾਹੁੰਦੇ ਸੀ ਕਿ ਕੀ ਇਹ ਸੰਭਵ ਹੈ ਕਿ ਜਦੋਂ ਤੱਕ ਸਰਕਾਰਾਂ ਸਾਨੂੰ ਇਸ ਗੱਲ ਦੀ ਪ੍ਰਵਾਨਗੀ ਦਿੰਦੀਆਂ, ਕਿਉਂਕਿ ਉਹ ਸਮਾਨ ਕਿਤੇ ਬਾਰਡਰੋਂ ਸਿੱਟਦੇ ਨਹੀਂ ਹੈ, ਸਮਗਲਿੰਗ ਹੋ ਕੇ ਨਹੀਂ ਆਉਂਦਾ, ਸਾਡੀਆਂ ਸਰਕਾਰਾਂ ਆਗਿਆ ਦਿੰਦੀਆਂ ਹੋਣੀਆਂ ਤਾਂ ਆਉਂਦਾ। ਤੇ ਜੇ ਸਰਕਾਰਾਂ ਅਜੇ ਤੱਕ ਸਮਾਨ ਮੰਗਵਾਉਣ ਦੇ ਲਈ ਰਾਜ਼ੀ ਨੇ ਤਾਂ ਫਿਰ ਕੀ ਸਧਾਰਨ ਲੋਕਾਂ ਦਾ ਗੁੱਸਾ ਜਾਇਜ਼ ਹੈ? ਕੀ ਲੋਕਾਂ ਨੂੰ ਉਹ ਸਮਾਨ ਸਾੜਨਾ ਤੇ ਭੰਨਣਾ ਚਾਹੀਦਾ, ਜਾਂ ਫਿਰ ਆਪਣੀ ਸਰਕਾਰ ਦੇ ਨਾਲ ਜਿਹੜਾ ਵੀ ਕੋਈ ਢੰਗ ਤਰੀਕਾ ਹੈਗਾ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ? ਸਾਨੂੰ ਬਹੁਤ ਸਬਰ ਦੇ ਨਾਲ ਸੋਚ ਵਿਚਾਰ ਕੇ ਕਦਮ ਚੁੱਕਣੇ ਪੈਣਗੇ। ਬਾਟ ਸਾਹਿਬ ਦੇਖੋ ਇੱਥੇ ਗੱਲਾਂ ਦੋ ਨੇ। ਆਪਾਂ ਪਹਿਲਾਂ ਵੀ ਜਿਸ ਦਿਨ ਇਹ ਦੁਰਘਟਨਾ ਵਾਪਰੀ, ਭਾਵੇਂ ਉਧਰ ਨੁਕਸਾਨ ਹੋਇਆ, ਭਾਵੇਂ ਆਪਣੇ ਵਾਲੇ ਪਾਸੇ ਨੁਕਸਾਨ ਹੋਇਆ, ਨੁਕਸਾਨ ਤੇ ਦੋਵੇਂ ਪਾਸੇ ਹੋਇਆ। ਆਪਾਂ ਉਸ ਦਿਨ ਵੀ ਆਖਿਆ ਸੀ ਕਿ ਗੱਲਬਾਤ ਦੀ ਮੇਜ਼ ਤੇ ਆ ਕੇ ਹੱਲ ਹੁਣ ਹੋਇਆ। ਪਹਿਲਾਂ ਵੀ ਹੱਲ ਇਸੇ ਤਰੀਕੇ ਨਾਲ ਹੁੰਦਾ ਸੀ, ਗੱਲਾਂ ਬਾਤਾਂ ਕਈ ਵਾਰੀ ਹੋਈਆਂ ਪਰ ਅਸਫਲ ਰਹੇ। ਆਖਰਕਾਰ ਉੱਥੇ ਇੱਕ ਫੌਜੀ ਨੌਜਵਾਨ ਨੇ ਜਿਹੜੀ ਕਹਾਣੀ ਸੁਣਾਈ ਹੈ, ਉਹ ਕਹਿੰਦਾ ਅਸੀਂ 250 ਦੀ ਗਿਣਤੀ ਵਿੱਚ ਸੀ, ਉਹ ਲਗਭਗ 1000 ਦੀ ਗਿਣਤੀ ਵਿੱਚ ਸੀ। ਇੱਕ ਪਾਸੇ ਸ਼ੂਕ ਦੀ ਨਦੀ ਹੈ, ਠੰਡਾ ਅੰਤਾਂ ਦਾ ਪਾਣੀ ਹੈ। ਅਚਨਚੇਤ ਜਦੋਂ ਆਪਸ ਦੇ ਵਿੱਚ ਗਹਿ ਗੱਚ ਲੜਾਈ ਹੁੰਦੀ ਹੈ, ਉੱਥੇ ਉਹ ਕਹਿੰਦੇ ਵੀ ਅਸੀਂ ਦੱਸ ਨਹੀਂ ਸਕਦੇ ਜਿਹੜਾ ਉੱਥੇ ਮੰਜ਼ਰ ਸੀ। ਲਗਭਗ 4 ਘੰਟੇ ਤੱਕ ਉਹ ਗਹਿ ਗੱਚ ਲੜਾਈ ਦੋਵੇਂ ਪਾਸਿਆਂ ਦੇ ਫੌਜੀ ਜਵਾਨਾਂ ਦੀ ਹੁੰਦੀ ਰਹੀ, ਜਿਹਦਾ ਅੰਜਾਮ ਆਪਣੇ ਸਾਹਮਣੇ ਹੈ। ਦੋਵੇਂ ਪਾਸਿਆਂ ਦਾ ਨੁਕਸਾਨ ਹੋਇਆ। ਹੁਣ ਜਿੱਥੇ ਲਿਆ ਕੇ ਗੱਲ ਤੁਸੀਂ ਖੜੀ ਕੀਤੀ ਹੈ, ਹੁਣ ਇੱਕ ਪਾਸੇ ਕੁਝ ਇੱਕ ਧਾਰਮਿਕ ਲੀਡਰ ਵੀ ਨੇ, ਕੁਝ ਇੱਕ ਸਮਾਜਿਕ ਲੀਡਰ ਵੀ ਨੇ, ਕੁਝ ਇੱਕ ਰਾਜਨੀਤਿਕ ਲੀਡਰ ਵੀ ਨੇ, ਜਿਨ੍ਹਾਂ ਨੇ ਉਂਗਲ ਲਾਉਣੀ ਸ਼ੁਰੂ ਕਰ ਦਿੱਤੀ ਕਿ ਚੀਨ ਦੇ ਸਮਾਨ ਦਾ ਬਾਈਕਾਟ ਕਰੋ, ਕਰ ਦੇਣਾ ਚਾਹੀਦਾ। ਸਾਨੂੰ ਸਵਦੇਸ਼ੀ ਦੀ ਗੱਲ, ਮੇਕ ਇਨ ਇੰਡੀਆ ਦੀ ਗੱਲ ਪਹਿਲਾਂ ਵੀ ਤੋਰੀ ਹੋਈ ਸੀ, ਇਹਨੂੰ ਸਗੋਂ ਹੋਰ ਅੱਗੇ ਵਧਾਉਣਾ ਚਾਹੀਦਾ। ਜਦੋਂ ਇੱਦਾਂ ਦੇ ਨੁਕਸਾਨ ਹੋ ਜਾਂਦੇ ਨੇ, ਉਹਦੇ ਤੋਂ ਸਾਨੂੰ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਆਤਮ ਨਿਰਭਰ ਹੋਈਏ। ਪਰ ਕੀ ਚੀਨ ਵਾਲੇ ਮੋਗੇ ਥਾਣੀ ਸਮਾਨ ਸਿੱਟ ਕੇ ਜਾਂਦੇ ਆ? ਕੀ ਚੀਨ ਵਾਲੇ, ਜਿਵੇਂ ਆਪਾਂ ਕਹਿੰਦੇ ਆ ਕਿ ਉਸ ਘਾਟੀ ਦੇ ਵਿੱਚੋਂ ਧੱਕੇ ਨਾਲ ਕਹਿੰਦੇ ਆ ਕਿ ਸਾਡਾ ਇਲਾਕਾ ਹੈ, ਅਸੀਂ ਕਹਿੰਦੇ ਸਾਡਾ ਇਲਾਕਾ ਹੈ, ਉੱਥੇ ਗੱਲ ਸਮਝ 'ਚ ਆਉਂਦੀ ਹੈ ਕਿ ਭਾਈ ਉਹ ਇਲਾਕਾ ਹੈ ਜਿਹਦੇ ਉੱਤੇ ਚੀਨ ਆਪਣਾ ਹੱਕ ਜਤਾਈ ਜਾਂਦਾ ਹੈ, ਭਾਰਤ ਕਹਿੰਦਾ ਇਹ ਇਲਾਕਾ ਹੀ ਸਾਡਾ ਹੈ। ਉੱਥੇ ਤਾਂ ਗੱਲ ਮੰਨਣ ਵਾਲੀ ਹੈਗੀ ਹੈ ਕਿ ਉੱਥੇ ਅਨਡਿਸਾਈਡਡ ਜਿਹਾ ਕੰਮ ਹੈ। ਪਰ ਇੱਥੇ ਜਿਹੜਾ ਸਮਾਨ ਆਉਂਦਾ, ਜਾਂ ਤਾਂ ਇਹ ਨਹੀਂ ਕਦੇ ਸੁਣਿਆ, ਜੇ ਕਿਸੇ ਨੇ ਸੁਣਿਆ ਹੋਵੇ ਟਿੱਪਣੀ ਕਰ ਦਿਓ ਕਿ ਭਾਈ ਜਹਾਜ਼ ਉੱਤੇ ਦੀ ਚੀਨ ਵਾਲਿਆਂ ਦੇ ਲੰਘੇ, ਉਹ ਚੀਨ ਦਾ ਸਮਾਨ ਸੁੱਟ ਕੇ ਚਲੇ ਗਏ, ਕੁਝ ਵਪਾਰੀਆਂ ਨੇ ਚੁੱਕ ਕੇ ਆਪਣੇ ਸ਼ੋਰੂਮ 'ਚ ਰੱਖ ਲਿਆ। ਇੱਦਾਂ ਵੀ ਕਦੇ ਨਹੀਂ ਹੋਇਆ। ਜਦੋਂ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰਾਂ ਦੀਆਂ ਨੀਤੀਆਂ ਨੇ, ਆਯਾਤ ਨਿਰਯਾਤ ਦਾ ਸਾਰਿਆਂ ਨੂੰ ਪਤਾ ਹੋਣਾ, ਬਰਾਮਦ ਦਰਾਮਦ ਦਾ ਸਾਰਿਆਂ ਨੂੰ ਪਤਾ ਹੋਣਾ, ਇਹਦੇ ਮਤਲਬ ਵਪਾਰ ਦਾ, ਤਜਾਰਤ ਦਾ ਸਾਰਿਆਂ ਨੂੰ ਪਤਾ ਹੋਣਾ। ਕੁਝ ਨੀਤੀਆਂ ਨੇ, ਕੁਝ ਕਿਸੇ ਨੂੰ ਵੇਚਿਆ ਜਾਂਦਾ ਤੇ ਕਿਸੇ ਤੋਂ ਲਿਆ ਜਾਂਦਾ। ਉਹਨਾਂ ਨੀਤੀਆਂ ਦੇ ਅਧੀਨ ਭਾਰਤ ਸਰਕਾਰ ਵੱਲੋਂ ਜੇ ਉਹਨਾਂ ਨੂੰ ਅਲਾਓ ਕੀਤਾ ਜਾਂਦਾ ਕਿ ਤੁਸੀਂ ਸਾਡੇ ਤੋਂ ਸਮਾਨ ਲਓ ਤੇ ਅਸੀਂ ਤੁਹਾਡਾ ਸਮਾਨ ਲਵਾਂਗੇ, ਫਿਰ ਹੀ ਭਾਰਤ ਦੇ ਵਿੱਚ ਸਮਾਨ ਪਿਆ। ਇਹਦਾ ਮਤਲਬ ਹੁਣ ਜਦੋਂ ਆਹ ਸਿਚੁਏਸ਼ਨ ਬਣੀ ਹੈ, ਇਸ ਸਥਿਤੀ ਦੇ ਵਿੱਚ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਭਾਰਤ ਦੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ, ਆਵਾਮ ਨੂੰ ਇੱਕ ਮੁੱਠਤਾ ਪ੍ਰਗਟਾਉਣੀ ਚਾਹੀਦੀ ਹੈ, ਦਿਖਾਉਣੀ ਚਾਹੀਦੀ ਹੈ ਕਿ ਅਸੀਂ ਇਸ ਮੁੱਦੇ ਤੇ ਇੱਕ ਹਾਂ। ਅਸੀਂ ਸਾਡੇ ਫੌਜੀ ਜਵਾਨਾਂ ਨਾਲ ਵੀ ਖੜੇ ਹਾਂ, ਅਸੀਂ ਸਾਡੀ ਸਰਕਾਰ ਨਾਲ ਵੀ ਖੜੇ ਹਾਂ, ਤਾਂ ਕਿ ਜਿਹਨੂੰ ਦੁਸ਼ਮਣ ਸਮਝਿਆ ਜਾ ਰਿਹਾ ਉਹਨੂੰ ਪਤਾ ਲੱਗੇ ਕਿ ਉਹ ਮੁਲਕ ਇਕੱਠਾ ਹੈ, ਇੱਕ ਮੁੱਠ ਹੈ। ਹੁਣ ਜੇਕਰ ਭਾਰਤ ਸਰਕਾਰ ਦੀ ਇਹ ਪਾਲਿਸੀ ਹੈ ਕਿ ਆਯਾਤ ਨਿਰਯਾਤ ਚੀਨ ਨਾਲ ਹੋ ਸਕਦਾ, ਇਹਦਾ ਮਤਲਬ ਅਸੀਂ ਭਾਰਤ ਸਰਕਾਰ ਤਾਂ ਨਾਲ ਤਾਂ ਨਹੀਂ ਖੜੇ, ਅਸੀਂ ਉਹਦੀ ਨੀਤੀ ਦੀ ਕਿਤੇ ਨਾ ਕਿਤੇ ਵਿਰੋਧਤਾ ਕਰ ਰਹੇ ਹਾਂ। ਜਾਂ ਤਾਂ ਸਰਕਾਰ ਇਹ ਮੰਨ ਲਵੇ, ਤਸਲੀਮ ਕਰ ਲਵੇ ਕਿ ਸਾਡੀ ਇਹ ਨੀਤੀ ਗਲਤ ਹੈ, ਹਾਂ ਉਹਦਾ ਵਿਰੋਧ ਕਰੋ ਕਿ ਤੁਸੀਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਲਿਆਓ। ਜੇ ਸਰਕਾਰ ਨੂੰ ਲੱਗਦਾ ਕਿ ਨਹੀਂ ਸਾਡਾ ਚੀਨ ਬਗੈਰ ਗੁਜ਼ਾਰਾ ਨਹੀਂ, ਤਾਂ ਸਾਨੂੰ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਇਸ ਵਕਤ ਸਰਕਾਰ ਦੀਆਂ ਨੀਤੀਆਂ ਦੀ, ਆਯਾਤ ਨਿਰਯਾਤ ਦੀਆਂ ਹੋਈਆਂ ਸੰਧੀਆਂ ਦੀ ਵਿਰੋਧਤਾ ਕਰ ਰਹੇ ਹਾਂ। ਪਰ ਇਹਦੇ ਨਾਲ ਇਹ ਵੀ ਹੈ ਕਿ ਹੋ ਸਕਦਾ ਕਿ ਜਿਹੜੇ ਅਸਲ ਮੁੱਦੇ ਨੇ,
ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਲੋਕ ਘੇਰ ਸਕਦੇ ਹੈ, ਜਿਹਦੇ ਵਿੱਚੋਂ ਆਮ ਲੋਕਾਂ ਨੂੰ ਕੁਝ ਨਿਕਲ ਸਕਦਾ, ਕੁਝ ਮਿਲ ਸਕਦਾ। ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਕੁਝ ਇੱਕ ਸ਼ਰਾਰਤੀ ਲੋਕ ਨੇ ਇਸ ਨਾਜ਼ੁਕ ਮੌਕੇ ਤੇ ਵੀ ਸਾਡਾ ਤੇ ਸਾਡੇ ਲੋਕਾਂ ਦਾ ਧਿਆਨ ਭਟਕਾ ਕੇ ਕਿ ਕਿਤੇ ਇਸ ਮੁੱਦੇ ਤੇ ਡਿਬੇਟ ਨਾ ਹੋਣ ਲੱਗ ਜੇ ਕਿ ਭਾਈ ਇਹ ਦੱਸੋ ਕਿ ਤੁਸੀਂ ਸਮਝੌਤਾ ਕਰਨ 'ਚ ਅਸਫਲ ਕਿਉਂ ਰਹੇ, ਤੁਸੀਂ ਸਾਡੇ ਜਵਾਨ ਸ਼ਹੀਦ ਕਿਉਂ ਕਰਾ ਲਏ, ਤੁਸੀਂ ਉਸ ਘਾਟੀ ਦਾ ਜਾਂ ਉਸ ਥਾਂ ਦਾ ਅੱਜ ਤੱਕ ਮਸਲਾ ਹੱਲ ਕਿਉਂ ਨਹੀਂ ਕਰ ਸਕੇ, ਕਿ ਉਹ ਸਾਡਾ ਕਿ ਉਹਨਾਂ ਦਾ। ਹੋ ਸਕਦਾ ਕਿ ਇਹਨਾਂ ਚੀਜ਼ਾਂ ਤੋਂ ਡਾਈਵਰਟ ਕਰੋ ਲੋਕਾਂ ਨੂੰ। ਹੁਣ ਆਪਾਂ ਆਪਣੀ ਰਸੋਈ 'ਚ ਧਿਆਨ ਮਾਰਿਓ ਜਿੰਨੇ ਤੁਸੀਂ ਬੈਠੇ ਹੋ। WhatsApp ਹੁਣ ਤਾਂ ਲੋਕ ਇਹਨਾਂ ਭਾਂਡਿਆਂ ਨੂੰ ਕੁਝ ਕਹਿਣ ਲੱਗੇ, ਕੋਈ ਕੁਝ ਕਹਿਣ ਲੱਗੇ। ਆਪਾਂ ਜਦੋਂ ਬਚਪਨ ਸੀ ਮੈਨੂੰ ਪਤਾ ਲੋਕਾਂ ਦੇ ਚੀਨੀ ਦੇ ਭਾਂਡੇ ਲੈ ਕੇ ਆਉਣੇ ਆ, ਚੀਨੀ ਦੀ ਪਲੇਟ ਹੈ ਜੀ, ਕੱਪ ਹੈ, ਕਹਿੰਦੇ ਸੀ ਨਾ ਵੀ ਚੀਨੀ ਦਾ ਕੱਪ ਹੈ, ਚੀਨੀ ਦੀ ਪਲੇਟ ਹੈ। ਇਹਦਾ ਮਤਲਬ ਸਾਡੇ ਡਾਈਨਿੰਗ ਟੇਬਲ ਤੇ ਦੇਖੋ ਕਿ ਚੀਨੀ ਵਾਲੇ ਭਾਂਡੇ ਕਿੰਨੇ ਪਏ ਨੇ। ਸਾਡੇ ਡਰਾਇੰਗ ਰੂਮ ਦੇ ਵਿੱਚ ਜਾਂ ਲਿਵਿੰਗ ਰੂਮ ਦੇ ਵਿੱਚ ਚੈੱਕ ਕਰੋ ਚੀਨ ਦੀਆਂ ਬਣੀਆਂ ਵਸਤਾਂ ਕਿੰਨੀਆਂ ਪਈਆਂ ਨੇ। ਹੁਣ ਇਹਦੇ ਤੋਂ ਵੀ ਅੱਗੇ ਚੱਲੋ, ਆਪਾਂ ਪੰਜਾਬੀ ਸੁਭਾਅ ਦੀ ਜੇ ਗੱਲ ਕਰੀਏ, ਬਾਕੀ ਸੂਬਿਆਂ ਨੂੰ ਛੱਡ ਦਿੰਦੇ ਹਾਂ। ਮੈਨੂੰ ਲੱਗਦਾ ਕਿ 1-2% ਹੋ ਸਕਦਾ, ਜੇ ਮੈਂ ਗਲਤ ਹੋਇਆ ਤਾਂ ਤੁਸੀਂ ਕਰੈਕਟ ਕਰ ਦਿਓ। ਆਮ ਤੌਰ ਤੇ ਸਾਡੀ ਸਵੇਰ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਹੁੰਦੀ ਹੈ। ਚਾਹ ਦੇਖਿਓ ਸ਼ੁਰੂਆਤ ਕਿੱਥੋਂ ਹੋਈ ਹੈ। ਹੁਣ ਭਾਵੇਂ ਅਸੀਂ ਆਪਣੇ ਬਾਗਾਂ 'ਚ ਉਗਾਉਣ ਲੱਗ ਪਏ, ਪਰ ਅਸਲ ਦੇ ਵਿੱਚ ਸ਼ੁਰੂਆਤ ਇਹਦੀ ਚੀਨ ਤੋਂ ਹੁੰਦੀ ਹੈ। ਅਸੀਂ ਕਿਹੜੀ ਚੀਜ਼ ਚੀਨ ਦੀ ਛੱਡਾਂਗੇ? ਇਹਦੇ ਨਾਲ ਹੋਰ ਦੱਸੋ। ਮੈਂ ਕੋਈ ਚੀਨ ਦਾ ਹਮਾਇਤੀ ਨਹੀਂ, ਪਰ ਮੈਂ ਅਸਲੀਅਤ ਤੇ ਹਕੀਕਤ ਦੱਸਣੀ ਚਾਹੁੰਦਾ। ਇਹਦੇ ਨਾਲ ਹੁਣ ਆਪਾਂ ਕਹਿੰਦੇ ਹਾਂ ਕਿ ਯਾਰ ਤੋਪਾਂ ਵੀ ਡਲੀਆਂ ਜੀ ਉਹਨਾਂ ਨੇ ਲਿਆ ਕੇ। ਅਸਲ ਦੇ ਵਿੱਚ ਤੋਪ ਦੀ ਕਾਢ ਕਦੇ ਤੁਸੀਂ ਕੱਢ ਕੇ ਭਾਵੇਂ ਗੂਗਲ ਤੇ ਸਰਚ ਮਾਰ ਲਿਓ, ਤੁਹਾਨੂੰ ਪਤਾ ਲੱਗ ਜੂ ਕਿ ਤੋਪ ਸਭ ਤੋਂ ਪਹਿਲਾਂ ਕਿਹਨੇ ਬਣਾਈ ਹੈ। ਤੁਸੀਂ ਅੱਜ ਤੁਹਾਡੇ ਹੱਥਾਂ 'ਚ ਫੋਨ ਹੋਣਗੇ, ਹੋ ਸਕਦਾ ਸਾਡਾ ਇਸ ਵਕਤ ਦਾ ਪ੍ਰੋਗਰਾਮ ਵੀ ਉਹ ਮੋਬਾਈਲ ਫੋਨ ਤੇ ਬੈਠੇ ਦੇਖ ਰਹੇ ਹੋਣ। ਤੁਸੀਂ ਆਪੋ ਆਪਣਾ ਮੋਬਾਈਲ ਫੋਨ ਦੇਖ ਲਿਓ। ਹੋ ਸਕਦਾ ਕਈ ਕਹਿਣਗੇ ਮੇਰੇ ਕੋਲ ਤਾਂ ਜੀ ਐਪਲ ਦਾ ਆਈਫੋਨ ਹੈ, ਉਹ 'ਤੇ ਦੇਖ ਲਿਓ ਕਿੱਥੇ ਲਿਖਿਆ ਹੋਇਆ, ਅਸੈਂਬਲ ਕਿੱਥੇ ਹੋਇਆ, ਬਣਿਆ ਕਿੱਥੇ ਹੈ। ਇਹਦੇ ਨਾਲ ਬਹੁਤ ਸਾਰੀਆਂ ਐਪਸ ਨੇ ਜਿਨ੍ਹਾਂ ਦੇ ਉੱਤੇ ਆਪਾਂ ਬੈਠ ਕੇ ਕੋਈ ਨਾ ਕੋਈ ਕੰਮ ਕਰਦੇ ਹਾਂ, ਉਹ ਦੇਖ ਲਿਓ ਕਿਹੜੇ ਮੁਲਕ ਦੀਆਂ ਬਣਾਈਆਂ ਹੋਈਆਂ ਨੇ। ਠੀਕ ਹੈ, ਚੀਜ਼ਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਨੇ, ਸਾਨੂੰ ਆਪਣੇ ਮੁਲਕ ਨਾਲ ਖੜਨਾ ਚਾਹੀਦਾ, ਪਰ ਮੁਲਕ ਕਿਹਦੇ ਨਾਲ ਖੜਾ ਜੀ? ਹੁਣ ਇੱਕ ਬਹੁਤ ਵੱਡੀ ਇੱਕ ਮੂਰਤੀ ਬਣਾਈ ਸੀ, ਕਈ ਹਜ਼ਾਰ ਕਰੋੜ ਦੀ ਸੀ। ਖਬਰਾਂ ਤਾਂ ਇਹ ਸੀ ਕਿ 3000 ਕਰੋੜ ਦੀ ਹੈ। ਜਿਹੜੇ ਲੋਕ ਤੁਹਾਨੂੰ ਉਂਗਲਾਂ ਲਾ ਰਹੇ ਨੇ ਕਿ ਚੀਨੀ ਦੇ ਭਾਂਡੇ ਭੰਨ ਦਿਓ, ਚੀਨ ਦਾ ਬਣਿਆ ਸਮਾਨ ਤੋੜ ਦਿਓ, ਉਹ ਮੂਰਤੀ ਤੋੜਨ ਬਾਰੇ ਕਦੇ ਕਿਸੇ ਨੇ ਕਿਹਾ? ਮੈਂ ਨਹੀਂ ਕਹਿੰਦਾ ਕਿ ਮੂਰਤੀ ਜਾ ਕੇ ਤੋੜ ਦਿਓ, ਪਰ ਕਾਰਨ ਇਹ ਹੈ ਕਿ ਉਹ ਮੂਰਤੀ ਬਣਵਾਈ ਕਿਹਨੇ ਹੈ? ਕਿ ਆਪਣੇ ਵਰਗੇ ਬੰਦੇ 3000 ਕਰੋੜ ਰੁਪਈਆ ਦੇ ਕੇ ਉਹ ਮੂਰਤੀ ਬਣਵਾ ਲਿਆ। ਉਹ ਮੂਰਤੀ ਵੀ ਸਰਕਾਰ ਨੇ ਹੀ ਬਣਵਾਈ ਹੈ। ਸੋ ਇਹ ਗੱਲਾਂ ਉਹ ਨੇ ਜਿਹੜੀਆਂ ਸਾਨੂੰ, ਮੈਨੂੰ ਲੱਗਦਾ ਕਿ ਸਾਡਾ ਧਿਆਨ ਭਟਕਾਉਣ ਦੇ ਵਾਸਤੇ, ਕਿ ਸਾਡੇ ਤੋਂ ਲੋਕ ਸਵਾਲਾਂ ਦੇ ਜਵਾਬ ਮੰਗਣਗੇ, ਕਿ ਇਹਨਾਂ ਸਵਾਲਾਂ ਦੇ ਜਵਾਬ ਨਾ ਸਾਡੇ ਤੋਂ ਕੋਈ ਮੰਗੇ, ਇਹਨਾਂ ਨੂੰ ਇਹ ਰਾਹ ਤੋਰ ਦਿਓ। ਦੇਖੋ ਬੈਨੀਪਾਲ ਸਾਹਿਬ, ਗੱਲ ਤੁਹਾਡੀ ਬਿਲਕੁਲ ਠੀਕ ਹੈ। ਆਮ ਲੋਕ ਜਿਹੜੇ ਨੇ ਉਹ ਭਾਵੁਕ ਹੁੰਦੇ ਆ, ਤੇ ਲੋਕਾਂ ਦੀ ਭਾਵੁਕਤਾ ਨੂੰ ਕਈ ਵਾਰੀ ਬਹੁਤ ਵੱਡੀ ਪੱਧਰ ਤੇ ਕੈਸ਼ ਕਰ ਲਿਆ ਜਾਂਦਾ ਹੈ। ਪਰ ਜਦੋਂ ਚੀਨ ਦੇ ਨਾਲ ਸੰਬੰਧਾਂ ਦੀ ਗੱਲ ਆਉਂਦੀ ਹੈ ਨਾ, ਉਦੋਂ ਸਾਰਾ ਕੁਝ ਲੋਕ ਦੇਖਦੇ ਆ। ਲੋਕ ਕੀ ਦੇਖਦੇ ਆ ਕਿ ਗਰਾਊਂਡ ਦੇ ਉੱਤੇ ਜਿੰਨੀ ਵਾਰੀ ਵੀ ਧੋਖਾ ਦਿੱਤਾ ਉਸ ਮੁਲਕ ਨੇ ਦਿੱਤਾ। ਇੱਕ ਤਾਂ ਉਸ ਕਰਕੇ ਲੋਕ ਗੁੱਸੇ ਨੇ, ਦੂਸਰਾ ਐਤਕੀ ਫੌਜੀ ਜਵਾਨ ਸ਼ਹੀਦ ਹੋਏ ਆ ਉਹਦੇ ਕਰਕੇ ਗੁੱਸੇ ਨੇ, ਤੀਸਰਾ ਇਹਦੇ ਤੋਂ ਇਲਾਵਾ ਆਮ ਲੋਕਾਂ ਦਾ ਇੱਕ ਬਹੁਤ ਵੱਡਾ ਵਰਗ ਹੈ, ਵਪਾਰੀ ਵਰਗ ਹੈ, ਦੁਕਾਨਦਾਰ ਵਰਗ ਹੈ, ਜਿਨ੍ਹਾਂ ਨੂੰ ਘਾਟਾ ਪਿਆ ਚੀਨ ਦੇ ਨਾਲ ਵਪਾਰ ਦਾ। ਜਿਹੜਾ ਪ੍ਰੋਡਕਸ਼ਨ ਵੀ ਕਰਦੇ ਸੀ, ਨਿਰਮਾਤਾ ਸੀ, ਉਤਪਾਦਨ ਕਰਤਾ ਸੀ, ਉਹਨਾਂ ਨੂੰ ਵੀ ਘਾਟਾ ਪਿਆ ਕਿ ਅਸੀਂ ਸਮਾਨ ਭਾਰਤ ਦੇ ਵਿੱਚ ਪੰਜਾਬ 'ਚ ਬਣਾਉਂਦੇ ਸੀ, ਸਾਡਾ ਵਿਕਦਾ ਹੀ 4 ਪੈਸੇ ਆਉਂਦੇ ਸੀ। ਜਦੋਂ ਦਾ ਚੀਨ ਦੇ ਨਾਲ ਖੁੱਲ੍ਹਾ ਵਪਾਰ ਹੋਣ ਲੱਗਾ, ਸਾਡੀਆਂ ਵਸਤਾਂ ਵਿਕਣੋਂ ਹਟ ਗਈਆਂ ਕਿਉਂਕਿ ਮੁਕਾਬਲਤਨ ਮਹਿੰਗੀਆਂ। ਦੂਸਰਾ, ਜਦੋਂ ਇਦਾਂ ਦੇ ਝਗੜੇ ਬੈਨੀਪਾਲ ਸਾਹਿਬ ਹੁੰਦੇ ਆ ਨਾ, ਉਦੋਂ ਕਈ ਵਾਰੀ ਬਹੁਤ ਮੋਟੀਆਂ ਜਿਹੀਆਂ ਆਮ ਲੋਕਾਂ ਦੀਆਂ ਸਟੇਟਮੈਂਟਾਂ ਹੁੰਦੀਆਂ, ਵਪਾਰ ਬੰਦ ਕਰ ਦਿਓ, ਸੰਬੰਧ ਤੋੜ ਲਓ, ਐਂ ਕਰ ਦਿਓ, ਛੱਕੇ ਛੜਾ ਦਿਓ। ਪਰ ਸਾਨੂੰ ਜ਼ਮੀਨੀ ਹਕੀਕਤ ਦੇ ਨਾਲ ਸਿੱਝਣਾ ਚਾਹੀਦਾ। ਅਸਲ ਦੇ ਵਿੱਚ ਦੋ ਦੇਸ਼ਾਂ ਦੇ ਸੰਬੰਧ ਰਿਸ਼ਤੇਦਾਰੀਆਂ ਵਾਲੇ ਸੰਬੰਧ ਤੋਂ ਵੱਖਰੇ ਹੁੰਦੇ ਆ, ਘਰੇਲੂ ਸੰਬੰਧਾਂ ਤੋਂ ਵੱਖਰੇ ਹੁੰਦੇ ਆ। ਕਈ ਵਾਰੀ ਵਿਆਹਾਂ ਸ਼ਾਦੀਆਂ ਦੇ ਵਿੱਚ ਕੋਈ ਪ੍ਰਾਹੁਣਾ ਨਾਰਾਜ਼ ਹੋ ਜਾਵੇ ਜੀ, ਕੋਈ ਪਰਿਵਾਰ ਦਾ ਮੈਂਬਰ ਨਾਰਾਜ਼ ਹੋ ਜਾਵੇ, ਉਹਨੂੰ 2-3 ਵਾਰੀ ਮਨਾਉਂਦੇ ਆ, ਤੀਜੇ ਕਹਿੰਦੇ ਜਾ ਭੱਜ ਆ, ਤੇ ਤੋਂ ਬਿਨਾਂ ਸਰਜੂ, ਮਿਲਣੀ ਤੇਰੀ ਨਹੀਂ, ਇਹਦੀ ਕਰਾ ਲਾਂਗੇ ਜੀ। ਪਰ ਬਾਅਦ ਵਿੱਚ ਸਾਨੂੰ ਰਿਅਲਾਈਜ਼ ਵੀ ਹੁੰਦਾ ਜਿਹੜਾ ਨਾਰਾਜ਼ ਹੁੰਦਾ ਹੈ ਉਹਨੂੰ ਵੀ, ਤੇ ਜਿਨ੍ਹਾਂ ਦੇ ਨਾਲ ਨਾਰਾਜ਼ਗੀ ਹੁੰਦੀ, ਜਿਹੜੇ ਕਹਿੰਦੇ ਕਿ ਚੱਲ ਕੋਈ ਗੱਲ ਨਹੀਂ ਤੇਰੇ ਤੋਂ ਬਿਨਾਂ ਸਰਜੂ, ਫਿਰ ਬੰਦਾ ਬਾਅਦ ਵਿੱਚ ਕਹਿੰਦਾ ਯਾਰ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ, ਉਦੋਂ ਕੰਮ ਸਾਰ ਲੈਣਾ ਚਾਹੀਦਾ ਸੀ। ਕਈ ਵਾਰੀ ਘਰ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਨਿੱਕਾ ਨਿਆਣਾ ਕੋਈ ਚੀਜ਼ ਮੰਗੀ ਜਾਂਦਾ, ਕਹਿੰਦਾ ਨਹੀਂ ਤਾਂ ਮੈਂ ਘਰੋਂ ਬਾਹਰ ਚੱਲਿਆ। ਹੁਣ ਉਸਲੇ ਘਰ ਦੇ ਵਿਚਾਰੇ ਮਜਬੂਰ ਹੁੰਦੇ ਆ ਤੇ ਕਹਿੰਦੇ ਜਾ ਭੱਜ ਆ ਜਿੱਥੇ ਨੂੰ ਜਾਣਾ ਤੂੰ। ਹੁਣ ਉਹ ਬਾਹਰ ਜਾਣ ਵਾਲਾ ਵੀ ਬਾਅਦ 'ਚ ਪਛਤਾਉਂਦਾ ਤੇ ਘਰ ਵਾਲਾ ਵੀ ਪਛਤਾਉਂਦਾ, ਕਿਉਂਕਿ ਤੱਤੇ ਘਾਹ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਕਹਿ ਦਿੱਤੀਆਂ ਜਾਂਦੀਆਂ। ਪਰ ਦੇਸ਼ਾਂ ਦੇ ਸੰਬੰਧ ਇੱਦਾਂ ਨਹੀਂ, ਕਿਉਂਕਿ ਜਦੋਂ ਬੈਨੀਪਾਲ ਸਾਹਿਬ ਹੁਣ ਚੀਨ ਦੇ ਨਾਲ ਜਿਹੜੇ ਸੰਬੰਧ ਆ, ਸਾਡੇ ਕਈ ਐਗਰੀਮੈਂਟ ਨੇ, ਦਬੱਲੇ ਹੀ ਨਹੀਂ ਹੈਗੇ। ਇੱਕ ਤਾਂ ਚੀਨ ਤੇ ਭਾਰਤ ਦੇ ਵਿਚਾਲੇ ਕੁਝ ਵਪਾਰਕ ਸਮਝੌਤੇ ਨੇ, ਅਸੀਂ ਇੱਕਦਮ ਨਹੀਂ ਤੋੜ ਸਕਦੇ ਜੀ। ਦੂਸਰੀ ਗੱਲ, ਕੁਝ ਵੱਖਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਚੀਨ ਵੀ ਮੈਂਬਰ ਹੈ ਤੇ ਭਾਰਤ ਵੀ ਮੈਂਬਰ ਹੈ।
ਉਹਨਾਂ ਸੰਸਥਾਵਾਂ ਦੇ ਵਿੱਚੋਂ ਜੇ ਅਸੀਂ ਕਹੀਏ ਕਿ ਅਸੀਂ ਚੀਨ ਨਾਲ ਨਹੀਂ ਬੋਲਣਾ, ਫਲਾਣੇ ਨਾਲ ਬੋਲਣਾ ਹੈ, ਕਈ ਵਾਰੀ ਉਹ ਵੀ ਚੀਜ਼ਾਂ ਸੰਭਵ ਨਹੀਂ ਹੁੰਦੀਆਂ, ਦਬਾਅ ਪੈਂਦੇ ਆ। ਤੇ ਚਲੋ ਜੇ ਮੰਨ ਲਓ ਵਪਾਰ ਜਾਰੀ ਵੀ ਰਹਿੰਦਾ ਹੈ, ਇਸ ਵੇਲੇ ਲੋਕਾਂ ਦੇ ਲਈ ਲੋੜ ਕੀ ਹੈ? ਚੀਨ ਦੀ ਕੋਈ ਕੰਪਨੀ, ਕਿਉਂਕਿ ਦੇਸ਼ ਦੇ ਨਾਲ ਵਪਾਰ ਬੜਾ ਘੱਟ ਕਰਦਾ ਹੈ। ਦੇਸ਼ ਦੀਆਂ ਕੰਪਨੀਆਂ ਦੂਸਰੀਆਂ ਕੰਪਨੀਆਂ ਜਾਂ ਦੂਸਰੇ ਦੇਸ਼ਾਂ ਦੀ ਮਾਰਕੀਟ ਦੇ ਵਿੱਚ ਜਾ ਕੇ ਵਪਾਰ ਕਰਦੀਆਂ। ਹੁਣ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਕੱਚਾ ਮਾਲ ਭੇਜਦੀ ਹੈ, ਜਾਂ ਕੋਈ ਕੰਪਨੀ ਭੇਜਦੀ ਹੈ, ਜਾਂ ਕੋਈ ਵਪਾਰੀ ਭੇਜਦਾ। ਇਧਰਲੇ ਪਾਸਿਓਂ ਜੇ ਅਸੀਂ ਰਾ ਮਟੀਰੀਅਲ ਭੇਜਦੇ ਹਾਂ, ਕੋਈ ਨਾ ਕੋਈ ਕੰਪਨੀ ਭੇਜਦੀ ਹੈ। ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤੀਆਂ, ਹਾਲਾਂਕਿ ਸਰਕਾਰ ਦਾ ਕੰਟਰੋਲ ਹੁੰਦਾ ਹੈ। ਹੁਣ ਪਹਿਲੀ ਗੱਲ ਇਹ ਹੈ ਕਿ ਚੀਨ ਕਰਦਾ ਧੱਕਾ, ਬਿਲਕੁਲ ਚੀਨ ਕਰਦਾ ਮਾੜਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਸਾਡੀਆਂ ਸਰਕਾਰਾਂ ਅਜੇ ਇੰਨੀਆਂ ਮਜ਼ਬੂਤ ਨਹੀਂ, ਇੰਨੀਆਂ ਤਾਕਤਵਰ ਨਹੀਂ, ਅੰਤਰਰਾਸ਼ਟਰੀ ਫਰੰਟਾਂ ਦੇ ਉੱਤੇ ਵੀ, ਦਬੱਲੇ ਸਬੰਧਾਂ ਦੇ ਮੁੱਦੇ ਤੇ ਵੀ, ਕਿ ਸਾਰਾ ਕੁਝ ਇੱਕਦਮ ਤੋੜ ਕੇ ਸਿੱਟ ਦੇਣ। ਲੋਕਾਂ ਦੇ ਪੱਖ ਤੋਂ ਇੱਕ ਗੱਲ ਹੈਗੀ ਆ, ਤੁਹਾਨੂੰ ਚੀਜ਼ਾਂ ਤੋੜਨ ਦੀ ਲੋੜ ਨਹੀਂ, ਤੁਹਾਨੂੰ ਚੀਜ਼ਾਂ ਨੂੰ ਅੱਗ ਲਾਉਣ ਦੀ ਲੋੜ ਨਹੀਂ, ਕਿਉਂਕਿ ਚੀਜ਼ ਜਾਂ ਤਾਂ ਤੁਹਾਡੇ ਘਰ 'ਚ ਹੋਊਗੀ ਜਾਂ ਵਪਾਰੀ ਦੇ ਗੋਡਾਊਨ 'ਚ ਪਈ ਹੋਊਗੀ। ਉਹ ਵੀ ਤੁਸੀਂ ਪੈਸੇ ਖਰਚ ਕੇ ਖਰੀਦ ਕੇ ਲਿਆਏ ਹੋ। ਲੋੜ ਇਸ ਗੱਲ ਦੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਮੁਲਕ ਮਾੜਾ ਹੈ, ਤੁਹਾਡੇ ਮੁਲਕ ਦੇ ਨਾਲ ਮਾੜਾ ਕਰਦਾ ਹੈ, ਉਹਦੀਆਂ ਚੀਜ਼ਾਂ ਨਾ ਖਰੀਦੋ। ਜੇ ਨਹੀਂ ਖਰੀਦੋਗੇ ਡਿਮਾਂਡ ਘਟੂਗੀ, ਜੇ ਡਿਮਾਂਡ ਘਟੂਗੀ ਅਗਲਾ ਸਪਲਾਈ ਕਿਉਂ ਕਰੂ? ਉਹ ਫਿਰ ਇੰਡੀਆ ਨੂੰ ਸਪਲਾਈ ਨਹੀਂ ਕਰੂ, ਉਹ ਪਾਕਿਸਤਾਨ ਨੂੰ ਕਰ ਦੂ, ਉਹ ਬੰਗਲਾਦੇਸ਼ ਨੂੰ ਕਰ ਦੂ, ਇੰਡੋਨੇਸ਼ੀਆ ਨੂੰ ਕਰ ਦੂ, ਸਾਰੀ ਅਫਰੀਕਨ ਮਾਰਕੀਟ ਖੁੱਲੀ ਪਈ ਹੈ, ਉਹਨਾਂ ਦੇਸ਼ਾਂ ਨੂੰ ਕਰ ਦੂ। ਅਸੀਂ ਚੀਨ ਦੀਆਂ ਚੀਜ਼ਾਂ ਸਸਤੀਆਂ ਨੇ, ਕਈ ਵਾਰੀ ਚੱਲਦੀਆਂ ਵੀ ਬੜੀਆਂ ਰਹਿੰਦੀਆਂ, ਕਈ ਵਾਰੀ ਨਹੀਂ ਵੀ ਚੱਲਦੀਆਂ। ਸਾਨੂੰ ਲੱਗਦਾ ਹੈ ਕਿ ਭਾਰਤ ਦੀਆਂ ਚੀਜ਼ਾਂ ਦੇ ਮੁਕਾਬਲਤਨ ਉਹ ਸਸਤੀਆਂ ਨਹੀਂ, ਕਈ ਵਾਰੀ ਟਿਕਾਊ ਵੀ ਹੁੰਦੀਆਂ, ਸੋਹਣੀਆਂ ਲੱਗਦੀਆਂ, ਫਿਨਿਸ਼ਿੰਗ ਬੜੀ ਚੰਗੀ ਹੁੰਦੀ ਹੈ। ਇਸ ਕਰਕੇ ਜੇ ਆਪਾਂ ਦੋ ਦੀ ਜਗ੍ਹਾ ਦੇ ਉੱਤੇ 2.5 ਰੁਪਏ ਖਰਚ ਕੇ ਆਪਣੀ ਚੀਜ਼ ਖਰੀਦਾਂਗੇ, ਅਗਲਿਆਂ ਦੀ ਮੰਡੀ ਦੇ ਵਿੱਚ ਵੁਕਤ ਘਟ ਜੂ, ਮਾਰਕੀਟ ਦੇ ਵਿੱਚ ਉਹਨਾਂ ਦੀ ਡਿਮਾਂਡ ਘਟ ਜੂ ਚੀਜ਼ਾਂ ਦੀ, ਅਗਲਿਆਂ ਨੇ ਆਪੇ ਚੀਜ਼ਾਂ ਘੱਟ ਭੇਜਣੀਆਂ। ਦੂਸਰੀ ਗੱਲ, ਹੁਣ ਬੈਨੀਪਾਲ ਸਾਹਿਬ ਇਦਾਂ ਕਿਵੇਂ ਹੋ ਜਾਊਗਾ? ਮੰਨ ਲਓ ਤੁਹਾਡਾ ਤੇ ਮੇਰਾ ਖੇਤ ਦਾ ਬੰਨਾ ਲੱਗਦਾ ਹੈ ਜੀ, ਖੇਤ ਨੂੰ ਰਾਹ ਸਾਡਾ ਇੱਕੋ ਜਾਂਦਾ ਹੈ, ਮੈਂ ਤੁਹਾਡੇ ਨਾਲ ਲੜ ਪਾਂ, ਹਾਲਾਂਕਿ ਸ਼ਹਾਦਤ ਜਿਨ੍ਹਾਂ ਨੇ ਦਿੱਤੀ ਆ ਉਹਨਾਂ ਦੇ ਪਰਿਵਾਰਾਂ ਦਾ ਦੁੱਖ ਆਪਾਂ ਸਮਝਦੇ ਹਾਂ, ਪਰ ਸਾਨੂੰ ਜ਼ਮੀਨੀ ਹਕੀਕਤਾਂ ਦੇ ਨਾਲ ਰਲ ਕੇ ਤੁਰਨਾ ਪਊਗਾ। ਹੁਣ ਹੋਣਾ ਕੀ ਹੈ ਜੀ, ਆਪਾਂ ਦੋਨੋਂ ਲੜ ਪਏ। ਹੁਣ ਟਰਾਲੀ ਵੀ ਮੰਨ ਲਓ ਗੰਨੇ ਲੱਦਣੇ ਆ ਜਾਂ ਕੋਈ ਹੋਰ ਭਾਰ ਲੱਦਣਾ, ਕਿ ਯਾਰ ਅਸੀਂ ਖੇਤ ਤੋਂ ਬਾਹਰ ਰਾਹੇ 'ਚ ਖੜੇ ਕਰਕੇ ਲੱਦੀ ਦੀ, ਖੇਤ 'ਚ ਖੁੱਭ ਜੂ। ਬਿਲਕੁਲ, ਜਦੋਂ ਭਾਰ ਲੱਦ ਲਿਆ ਤਾਂ ਕੱਢ ਕੇ ਕਿੱਦਾਂ ਲਿਆਵਾਂਗੇ? ਉਸ ਵੇਲੇ ਦੂਸਰੇ ਪਾਸਿਓਂ ਮੈਂ ਆ ਗਿਆ, ਤੁਹਾਡੀ ਟਰਾਲੀ ਉੱਥੇ ਖੜੀ ਲੱਦੀ ਜਾਂਦੀ ਹੈ, ਤੁਹਾਡੇ ਨਾਲ ਮੈਂ ਬੋਲਦਾ ਨਹੀਂ, ਗੁਆਂਢੀ ਨਾਲ ਮੈਂ ਤੋੜ ਵਿਛੋੜਾ ਕਰ ਲਿਆ। ਮੈਂ ਹਰ ਵਾਰੀ ਸਰਪੰਚ ਨੂੰ ਲੈਣ ਜਾਇਆ ਕਰੂੰਗਾ ਕਿ ਸਰਪੰਚ ਸਾਹਿਬ ਮੈਂ ਟਰਾਲੀ ਕੱਢਣੀ ਹੈ, ਮੈਂ ਟਰੈਕਟਰ ਕੱਢਣਾ, ਉਹਨੂੰ ਜਾ ਕੇ ਕਿਹੋ? ਸੰਭਵ ਨਹੀਂ ਹੈ। ਜਾਂ ਤਾਂ ਰਸਤਾ ਵੱਖਰਾ ਹੋਊਗਾ, ਜਾਂ ਕੋਈ ਹੋਰ ਢੰਗ ਤਰੀਕਾ ਹੋਊਗਾ, ਜਾਂ ਹਰ ਵਾਰੀ ਸਰਪੰਚ ਦੀਆਂ ਮਿਹਨਤਾਂ ਕਰਾਂਗੇ, ਜਾਂ ਡਾਂਗੋਡਾਂਗੀ ਹੋਵਾਂਗੇ। ਹੁਣ ਬੈਨੀਪਾਲ ਸਾਹਿਬ ਇੱਕ ਗੱਲ ਤਾਂ ਪੱਕੀ ਹੈ ਜੀ, ਚੀਨ ਨੇ ਕੀਤੀ ਹੈ ਗਲਤੀ, ਬਿਲਕੁਲ ਚੀਨ ਨੇ ਕੀਤਾ ਧੱਕਾ, ਉਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਪਰ ਜਵਾਬ ਦੇਣ ਦਾ ਢੰਗ ਕੀ ਹੋਊਗਾ? ਹੁਣ ਜਵਾਬ ਦੇਣ ਦਾ ਢੰਗ ਤਰੀਕਾ ਸਾਨੂੰ ਲੱਭਣਾ ਪਊ। ਪਹਿਲੀ ਗੱਲ ਕਿ ਕੂਟਨੀਤਿਕ ਪੱਧਰ ਤੇ ਮਜ਼ਬੂਤ ਹੋਈਏ। ਦੂਸਰੀ ਗੱਲ ਬੈਨੀਪਾਲ ਸਾਹਿਬ ਇਹ ਹੈ ਕਿ ਸਾਡਾ ਚੀਨ ਦੇ ਨਾਲ ਜਿੰਨਾ ਪੰਗਾ ਆ ਨਾ, ਜੇ ਪਟਵਾਰੀ ਨੇ ਵੀ ਬੰਨਾ ਕੱਢਣ ਆਉਣਾ ਹੋਵੇ ਤਾਂ ਵੀ ਦੋਨਾਂ ਧਿਰਾਂ ਨੂੰ ਨੇੜੇ ਨੇੜੇ ਖੜਨਾ ਪੈਂਦਾ। ਜੇ ਮੁੱਛਾਂ ਨੂੰ ਤਾ ਦੇਈ ਜਾਵਾਂਗੇ ਤਾਂ ਸਿਆਣਪ ਨਹੀਂ। ਅਰੁਣਾਚਲ ਦੇ ਵਿੱਚ ਸਾਡਾ ਸਰਹੱਦ ਦਾ ਉਹਨਾਂ ਦੇ ਨਾਲ ਪੰਗਾ, ਤੀਸਰੇ ਦੇਸ਼ ਨੂੰ ਅਸੀਂ ਵਿੱਚ ਨਹੀਂ ਆਉਣ ਦੇਣਾ। ਦੋਵਾਂ ਦੇਸ਼ਾਂ ਦੇ ਨੁਮਾਇੰਦੇ ਜੇ ਗੱਲ ਨਹੀਂ ਕਰਨਗੇ ਤਾਂ ਨਿਬੜੂ ਕਿੱਦਾਂ? ਇਧਰਲੇ ਪਾਸੇ ਹਿਮਾਚਲ ਤੇ ਉੱਤਰਾਖੰਡ ਨੂੰ ਛੱਡ ਲਈਏ, ਲੱਦਾਖ, ਜੰਮੂ ਕਸ਼ਮੀਰ ਵਾਲੇ ਖੇਤਰ ਦੇ ਵਿੱਚ ਸਾਡਾ ਸਰਹੱਦ ਦਾ ਝਗੜਾ, ਅਸੀਂ ਕਿੱਧਰ ਨੂੰ ਜਾਵਾਂਗੇ? ਇਸ ਕਰਕੇ ਬਹੁਤ ਵੱਡੀ ਪੱਧਰ ਤੇ ਕੂਟਨੀਤਿਕ ਪੱਧਰ ਦੇ ਉੱਤੇ ਮਜ਼ਬੂਤੀ ਹੋਵੇ, ਅਗਲੇ ਪਿਛਲੇ ਇਤਿਹਾਸਕ ਹਵਾਲੇ ਕੱਢ ਕੇ ਲਿਆਂਦੇ ਜਾਣ, ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾਵੇ, ਮੁੱਢਲਾ ਢਾਂਚਾ ਮਜ਼ਬੂਤ ਕੀਤਾ ਜਾਵੇ, ਫਿਰ ਕਿਤੇ ਜਾ ਕੇ ਸੂਤ ਆਉਣਾ ਹੈ। ਜੇ ਲੋਕ ਕਹਿਣਗੇ ਕਿ ਚੀਨ ਦਾ ਬਾਈਕਾਟ ਕਰ ਦਿਓ, ਆਹ ਕਰ ਦਿਓ, ਇਦਾਂ ਕਰ ਦਿਓ, ਸਰਕਾਰ ਸੰਬੰਧ ਤੋੜ ਲਵੇ, ਉਹ ਹਾਲ ਦੀ ਘੜੀ ਸੰਭਵ ਨਹੀਂ। ਤੇ ਦੂਸਰੀ ਗੱਲ, ਜਿਨ੍ਹਾਂ ਲੋਕਾਂ ਦਾ ਵਪਾਰ ਹੀ ਕੰਪਨੀਆਂ ਦਾ ਚੀਨ ਨਾਲ ਚੱਲਦਾ ਹੈ, ਕਈ ਲੋਕ ਸਮਾਨ ਮੰਗਵਾਉਂਦੇ ਆ ਤਾਂ ਕੰਮ ਚੱਲਦਾ ਜੀ, ਉਹ ਤਾਂ ਤਬਾਹ ਹੋ ਜਾਣਗੇ। ਚੀਨ ਦੇ ਵੀ ਕਈ ਬੰਦੇ ਤਬਾਹ ਹੋ ਜਾਣਗੇ, ਜ਼ਰੂਰੀ ਨਹੀਂ ਕਿ ਭਾਰਤ ਦੇ ਤਬਾਹ ਹੋਣੇ ਆ, ਦੋਵੇਂ ਪਾਸੇ ਦੇ। ਇਸ ਕਰਕੇ ਠੀਕ ਹੈ, ਬਾਈਕਾਟ ਕਰਨਾ ਤੁਸੀਂ ਕਰੋ, ਭੰਨਤੋੜ ਕਰਨੀ ਹੈ ਤੁਸੀਂ ਕਰੋ, ਪਰ ਸਾਨੂੰ ਕਦੇ ਵੀ ਜ਼ਮੀਨੀ ਹਕੀਕਤਾਂ ਤੋਂ ਮੁੱਖ ਮੋੜ ਕੇ ਨਹੀਂ ਚੱਲਣਾ ਚਾਹੀਦਾ। ਜੇ ਪਰਿਵਾਰ ਦਾ ਇੱਕ ਜੀ ਵੀ ਗੁੱਸੇ ਹੋ ਕੇ ਚਲੇ ਜਾਏ, ਉਹਦਾ ਕੰਮ ਤੁਹਾਨੂੰ ਕਰਨਾ ਪਊਗਾ, ਇਹ ਸੋਚਣਾ ਚਾਹੀਦਾ। ਬਾਠ ਸਾਹਿਬ ਬਿਲਕੁਲ ਇਹੋ ਹੀ ਗੱਲ ਕਹਿਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਸਾਰੇ ਕੰਪਨੀਆਂ ਵਾਲੇ ਉਧਰ ਤੇ ਬਹੁਤ ਸਾਰੇ ਭਾਰਤ ਵਾਲੇ ਪਾਸੇ ਇੱਕ ਦੂਸਰੇ ਨਾਲ ਸਾਂਝਾ ਵਪਾਰ ਕਰਦੇ ਆ ਜੀ, ਪਰ ਉਹ ਵਪਾਰ ਹੋ ਕਿਉਂ ਰਿਹਾ ਹੈ? ਕਿਉਂਕਿ ਭਾਵੇਂ ਕੰਪਨੀਆਂ ਪ੍ਰਾਈਵੇਟ ਵਪਾਰ ਕਰਦੀਆਂ ਨੇ, ਪਰ ਉਹ ਤਾਂ ਕਰਦੀਆਂ ਨੇ ਜੇ ਦੋਵੇਂ ਸਰਕਾਰਾਂ ਦੀ ਉਹਨਾਂ ਨੂੰ ਸਹਿਮਤੀ ਦਿੱਤੀ ਹੋਈ ਹੈ ਜੀ। ਇਹਦਾ ਕਹਿਣ ਦਾ ਭਾਵ ਇਹ ਕਿ ਤੁਹਾਡਾ ਜਿਹੜਾ ਗੁੱਸਾ ਹੈ, ਗਿਲਾ, ਉਹ ਜਾਇਜ਼ ਹੈ, ਪਰ ਤਰੀਕਾ ਕਈ ਵਾਰੀ ਸਾਡਾ ਸਹੀ ਨਹੀਂ ਹੁੰਦਾ। ਅਸੀਂ ਸਮਾਨ ਪੈਸੇ ਧੇਲੇ ਖਰਚ ਕੇ ਲਿਆਂਦਾ ਤੇ ਖੁਦ ਤੋੜ ਰਹੇ ਹਾਂ ਕਿਸੇ ਦੇ ਆਖੇ ਲੱਗ ਕੇ। ਉਹ ਸਮਾਨ ਤੋੜਨ ਦੀ ਜ਼ਰੂਰਤ ਨਹੀਂ, ਤੁਸੀਂ ਆਪਣੀ ਸਰਕਾਰ ਤੇ ਪ੍ਰੈਸ਼ਰ ਬਿਲਡ ਕਰੋ ਕਿ ਸਾਨੂੰ ਭਾਈ ਚੀਨ ਦਾ ਬਣਿਆ ਸਮਾਨ ਸਾਡੇ ਭਾਰਤ ਵਿੱਚ ਆਉਣ ਤੇ ਰੋਕ ਲਾਓ, ਇਹਦੇ ਬਦਲ ਦੇ ਵਾਸਤੇ ਇਹ ਇਸੇ ਤਰ੍ਹਾਂ ਦਾ ਸਮਾਨ ਸਾਡੇ ਭਾਰਤ ਵਿੱਚ ਬਣਾਉਣਾ ਸ਼ੁਰੂ ਕਰੋ ਜੀ, ਤਾਂ ਕਿ ਸਾਨੂੰ ਸਮਾਨ ਦੀ ਤਾਂ ਜ਼ਰੂਰਤ ਹੈ, ਇਸੇ ਤਰ੍ਹਾਂ ਦੇ ਸਮਾਨ ਦੀ ਜ਼ਰੂਰਤ ਹੈ, ਇਸੇ ਹੀ ਸਮਾਨ ਦੀ ਜ਼ਰੂਰਤ ਹੈ, ਇਸੇ ਹੀ ਭਾਅ 'ਤੇ ਜ਼ਰੂਰਤ ਹੈ।
ਦੂਸਰੇ ਪਾਸੇ ਸਾਨੂੰ ਰੁਜ਼ਗਾਰ ਮਿਲੂ। ਤੇ ਜਿਹੜਾ ਸਾਨੂੰ ਚੀਨ ਫੋਕੇ ਹੀ ਦਬ ਕੇ ਨਹੀਂ ਮਾਰਦਾ ਇਕੱਲੇ, ਸਾਡਾ ਨੁਕਸਾਨ ਕਿੰਨੇ ਵੱਡੇ ਪੱਧਰ ਤੇ ਕਰ ਦਿੱਤਾ। ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਦਿਲੋਂ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਕਿ ਭਾਵੇਂ ਉਹ ਪੰਜਾਬੀ ਨੇ, ਭਾਵੇਂ ਬਾਕੀ ਭਾਰਤ ਦੇ ਕਿਸੇ ਵੀ ਸੂਬੇ ਦਾ ਜਵਾਨ ਸ਼ਹੀਦ ਹੋਇਆ, ਭਾਰਤ ਦੀ ਹੱਦ ਦੀ, ਸਰਹੱਦ ਦੀ, ਭਾਰਤ ਦੀ ਜ਼ਮੀਨ ਦੀ ਰਾਖੀ ਕਰਦਾ ਸ਼ਹੀਦ ਹੋਇਆ, ਉਹਨੂੰ ਭੁਲਾਉਣਾ ਨਹੀਂ ਚਾਹੀਦਾ। ਭਾਵੇਂ ਕੋਈ ਅਫਸਰ ਸੀ, ਭਾਵੇਂ ਨਾਇਬ ਸੂਬੇਦਾਰ ਸੀ, ਭਾਵੇਂ ਸਿਪਾਹੀ ਦੇ ਰੈਂਕ ਤੇ ਸੀ, ਕਿਉਂਕਿ ਜਾਨਾਂ ਸਾਰਿਆਂ ਦੀਆਂ ਇੱਕੋ ਜਿੰਨੀਆਂ ਕੀਮਤੀਆਂ ਨੇ, ਰੈਂਕ ਵੱਖਰੇ ਵੱਖਰੇ ਹੋ ਸਕਦੇ ਆ। ਪਰ ਜਦੋਂ ਗੱਲ ਕਰਦੇ ਆ ਕਿ ਚੀਨ ਨੇ ਨੁਕਸਾਨ ਕਿਹੜਾ ਪਹਿਲੀ ਵਾਰੀ ਕੀਤਾ, ਚੀਨ ਨੇ 62 'ਚ ਵੀ ਕੀਤਾ, ਉਹਦੇ ਤੋਂ ਬਾਅਦ 67 'ਚ ਵੀ ਕੀਤਾ, ਉਹਦੇ ਤੋਂ ਬਾਅਦ ਵੀ ਇੱਕਾ ਦੁੱਕਾ ਘਟਨਾਵਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਨੇ। ਆ ਹੁਣ ਲਗਾਤਾਰ ਗੱਲਬਾਤ 4-5 ਵਾਰੀ ਹੋਈ ਤੇ ਗੱਲਬਾਤ ਟੁੱਟੀ। ਸਾਡੇ ਅਧਿਕਾਰੀਆਂ ਦੀ ਗੱਲਬਾਤ ਸੁਣਦੇ ਕਦ ਨੇ ਉਹ? ਹਾਂ, ਸਾਨੂੰ ਹਾਂ ਕਹਿ ਕੇ ਤੋੜ ਦਿੰਦੇ ਨੇ। ਪੰਚਾਂ ਦਾ ਆਖਿਆ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਹੁਣ ਸਾਡੇ ਕੂਟਨੀਤਿਕ ਪੱਧਰ ਤੇ ਸੰਬੰਧ ਕਈ ਵਾਰੀ ਅਸੀਂ ਕਹਿੰਦੇ ਕਿ ਬਹੁਤ ਵਧੀਆ ਨੇ, ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ, ਮੋਦੀ ਸਾਹਿਬ ਵੀ ਗੱਲਬਾਤ ਕਰ ਲੈਂਦੇ ਨੇ, ਜਿਹੜੇ NSA ਦੇ ਮੁਖੀ ਨੇ ਉਹ ਵੀ ਕਰ ਲੈਂਦੇ ਨੇ, ਸਾਡੇ ਜਿਹੜੇ ਉੱਥੇ ਅੰਬੈਸਡਰ ਨੇ ਉਹ ਵੀ ਗੱਲਬਾਤ ਕਰ ਲੈਂਦੇ ਨੇ। ਹੁਣ ਜਿਹੜੇ ਫੌਜ ਦੇ ਉੱਚ ਅਧਿਕਾਰੀ ਨੇ ਉਹਨਾਂ ਦੀ ਵੀ ਆਪਸੀ ਗੱਲਬਾਤ ਹੋ ਰਹੀ ਹੈ। ਗੱਲਬਾਤ ਕਰਨੀ ਬਹੁਤ ਲਾਜ਼ਮੀ ਹੈ। ਮਸਲਾ ਕੋਈ ਵੀ ਹੈ, ਗੱਲਬਾਤ ਨਾਲ ਹੀ ਸੁਲਝਣਾ ਹੈ। ਪਰ ਲੋਕਾਂ ਨੂੰ ਜਿਹੜੀ ਅਸਲ ਡਿਬੇਟ ਵੱਲ ਧਿਆਨ ਦੇਣਾ ਚਾਹੀਦਾ ਕਿ ਸਾਨੂੰ ਚੀਨ ਦਾ ਬਣਿਆ ਸਮਾਨ ਹੀ ਮਨਜ਼ੂਰ ਨਹੀਂ, ਸਾਨੂੰ ਸਮਾਨ ਬਣਾ ਕੇ ਦਿਓ। ਕਿਉਂਕਿ ਸਰਕਾਰ ਕੋਲ ਇਸ ਮੰਗ ਦੀ ਬਜਾਏ ਜਿਹੜਾ ਤੁਹਾਡੇ ਘਰਾਂ ਵਿੱਚ ਸਮਾਨ ਆ ਗਿਆ, ਅਸੀਂ ਉਹਨੂੰ ਤੋੜਨ ਤੇ ਜਾਂ ਭੰਨਣ ਤੇ ਲੱਗ ਪਏ। ਹੁਣ ਤੁਸੀਂ ਦੇਖੋ, ਆਪਾਂ ਭਾਰਤ ਤੋਂ ਚੱਲੇ ਸੀ, ਪਹੁੰਚਣਾ ਸੀ ਕੈਨੇਡਾ। ਜਹਾਜ਼ ਇੱਕ ਬਹੁਤ ਵੱਡੀ ਕਾਢ ਹੈ, ਪਰ ਜਹਾਜ਼ ਚੱਲਦਾ ਕਾਹਦੇ ਸਹਾਰੇ ਹੈ? ਜਦੋਂ ਅਸੀਂ ਕੋਈ ਦਿਸ਼ਾ ਮਾਪਣੀ ਹੁੰਦੀ ਹੈ, ਦੇਖਣੀ ਹੁੰਦੀ ਹੈ, ਪੂਰਬ ਹੈ, ਪੱਛਮ ਹੈ, ਉੱਤਰ ਹੈ, ਦੱਖਣ ਹੈ, ਕਿੰਨੇ ਡਿਗਰੀ ਤੇ ਜਾਣਾ ਹੈ, ਜਹਾਜ਼ ਨੂੰ ਮੋੜਨਾ, ਜਿਹਨੂੰ ਆਪਾਂ ਇੱਥੇ ਕੰਪਸ ਕਹਿ ਦਿੰਦੇ ਹਾਂ, ਪੰਜਾਬੀ 'ਚ ਕੰਪਾਸ ਕਹਿ ਦਿੰਦੇ ਹਾਂ। ਕਿਹਦੀ ਖੋਜ ਹੈ? ਉਹ ਵੀ ਚੀਨ ਦੀ ਹੈ। ਅਸੀਂ ਪੇਪਰਾਂ ਦੇ ਉੱਤੇ ਲਿਖਦੇ ਹਾਂ, ਸਭ ਕੁਝ ਜਿੰਨਾ ਵੀ ਗਿਆਨ ਹੈ ਸਾਰਾ ਪੇਪਰਾਂ 'ਤੇ ਲਿਖਿਆ ਪਿਆ। ਕਿਹਦੀ ਖੋਜ ਹੈ? ਕਿਹਨੂੰ ਛੱਡਾਂਗੇ? ਹਾਂ, ਅਸੀਂ ਇਹ ਜ਼ਰੂਰ ਹੈ ਕਿ ਭਾਵੇਂ ਖੋਜਾਂ ਉਹਨੇ ਕੀਤੀਆਂ, ਇਹਨਾਂ ਵਿੱਚੋਂ ਬਹੁਤ ਸਾਰਾ ਸਮਾਨ ਅਸੀਂ ਭਾਰਤ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ। ਪਰ ਹੁਣ ਜਿਹੜਾ ਸਮਾਨ ਹਲੇ ਵੀ ਅਸੀਂ ਚੀਨ ਦੇ ਉੱਤੇ ਡਿਪੈਂਡੈਂਟ ਹੋਏ ਬੈਠੇ ਹਾਂ, ਕਿ ਉਹ ਸਮਾਨ ਭਾਰਤ 'ਚ ਨਹੀਂ ਬਣ ਸਕਦਾ? ਸਵਾਲ ਇਸ ਗੱਲ ਦਾ, ਤੁਸੀਂ ਇਹ ਸਵਾਲ ਸਮਾਨ ਭੰਨਣ ਤੋਂ ਪਹਿਲਾਂ ਆਪਣੀ ਸੋਚ ਦੇ ਅਨੁਸਾਰ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਲੈਣਾ ਜਵਾਬ ਕਿ ਅਸੀਂ ਸਮਾਨ ਚੀਨ ਦਾ ਖਰੀਦਣਾ ਕਰ ਦਿਆਂਗੇ ਬੰਦ। ਇਹ ਸਮਾਨ ਸਾਨੂੰ ਮਿਲਣਾ ਚਾਹੀਦਾ, ਇਸੇ ਭਾਅ 'ਤੇ ਮਿਲਣਾ ਚਾਹੀਦਾ, ਤੇ ਸਾਨੂੰ ਇਹ ਨਾ ਹੋਵੇ ਕਿ ਦੇਰੀ ਹੋ ਗਈ। ਤੁਹਾਨੂੰ ਪਤਾ ਹੋਣਾ, ਜਦੋਂ ਆ ਲੋਕਡਾਊਨ ਹੋਣਾ ਸ਼ੁਰੂ ਹੋਇਆ, ਰਾਜਮਾ ਬਹੁਤੀ ਵੱਡੀ ਗਿਣਤੀ ਵਿੱਚ ਭਾਰਤ ਦੇ ਵਿੱਚ ਚੀਨ ਤੋਂ ਜਾਂਦੇ ਆ। ਪਹਿਲਾਂ ਤਾਂ ਕੁਝ ਇੱਕ ਖਾਸ ਪਾਰਟੀ ਦੇ ਨੁਮਾਇੰਦਿਆਂ ਨੇ ਸਭ ਤੋਂ ਪਹਿਲਾਂ ਅਫਵਾਹ ਇਹ ਉਡਾਈ ਕਿ ਜਿਹੜਾ ਕਰੋਨਾ ਵਾਇਰਸ ਹੈ ਇਹ ਰਾਜਮਾ ਦੇ ਨਾਲ ਆ ਰਿਹਾ ਹੈ। ਕਿਉਂਕਿ ਕਾਰਨ ਕੀ ਸੀ ਕਿ ਰਾਜਮਾ ਚੀਨ ਤੋਂ ਆ ਰਹੇ ਨੇ। ਹੁਣ ਮੈਨੂੰ ਦੱਸੋ ਕਿ ਤੁਸੀਂ ਕੀ ਰਾਜਮਾ ਖਾਣੇ ਛੱਡ ਦਿੱਤੇ ਹੈ? ਫਿਰ ਜਿਹੜੇ ਲੋਕ ਸੀ ਉਹਨਾਂ ਨੇ ਰਾਜਮਾ, ਕਿਉਂਕਿ ਪਿੱਛੋਂ ਆਉਣੇ ਬੰਦ ਹੋ ਗਏ, ਕੰਟੇਨਰ ਆਉਣੇ ਬੰਦ ਹੋ ਗਏ, ਉਹੀ ਜਿਹੜਾ ਰਾਜਮਾ ਸੀ ਜਿੰਨੀ ਪਹਿਲੀ ਕੀਮਤ 'ਤੇ ਮਿਲਦਾ ਸੀ, ਲਗਭਗ ਲੋਕਾਂ ਨੂੰ ਦੁੱਗਣੀ ਕੀਮਤ 'ਤੇ ਮਿਲਣਾ ਸ਼ੁਰੂ ਹੋ ਗਿਆ। ਪਹਿਲੀ ਗੱਲ ਤਾਂ ਅਫਵਾਹਾਂ ਤੋਂ ਬਚੋ। ਦੂਸਰੀ ਗੱਲ, ਅੱਜ ਕੱਲ੍ਹ ਆਲੇ ਦੁਆਲੇ ਸਰਚ ਕੀਤਿਆਂ ਸਭ ਕੁਝ ਮਿਲ ਜਾਂਦਾ। ਇਹ ਦੇਖੋ ਕਿ ਤੁਹਾਨੂੰ ਭੜਕਾਇਆ ਜਾ ਰਿਹਾ ਹੈ ਜਾਂ ਤੁਹਾਨੂੰ ਰਸਤੇ ਤੋਂ ਭਟਕਾਇਆ ਜਾ ਰਿਹਾ ਹੈ। ਮੈਨੀਪਲ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਇੱਕ ਗੱਲ ਹੋਰ ਸੋਚਦਾ ਸੀ ਕਿ ਚੀਨ ਦੇ ਉੱਤੇ ਜਿਹੜੀ ਨਿਰਭਰਤਾ ਦੀ ਗੱਲ ਕੀਤੀ ਜਾਂਦੀ ਨਾ, ਕਿ ਉਹ ਕਿੰਨੀ ਕੁ ਜ਼ਰੂਰੀ ਹੈ। ਕਿਉਂਕਿ ਅਸੀਂ ਵਪਾਰ ਤਾਂ ਨਹੀਂ ਬੰਦ ਕਰਨਾ, ਬਿਲਕੁਲ ਨਾ ਹੋ ਸਕਣਾ। ਅੰਤਰਰਾਸ਼ਟਰੀ ਦਬਾਅ ਬਹੁਤ ਪਊਗਾ, ਫਿਰ ਕੁਝ ਅਗਲੇ ਤੰਗ ਕਰਨਗੇ, ਕੁਝ ਅਸੀਂ ਉਹਨਾਂ ਨੂੰ ਤੰਗ ਕਰਾਂਗੇ। ਪਰ ਮੈਂ ਸੋਚਦਾ ਸੀ ਕਿ ਚੀਨ ਤੋਂ ਜਿਹੜਾ ਅਸੀਂ ਸਮਾਨ ਮੰਗਵਾਉਂਦੇ ਹਾਂ, ਆਤਮ ਨਿਰਭਰ ਤਾਂ ਹੋਇਆ ਜਾ ਸਕਦਾ। ਆਤਮ ਨਿਰਭਰ ਹੋਇਆ ਜਾ ਸਕਦਾ, ਬਹੁਤ ਜ਼ਰੂਰੀ ਅਸੀਂ ਭਾਰਤ 'ਚ ਬਣਾਈਏ। ਪਰ ਇੱਕੋ ਦਿਨ 'ਚ ਫੈਕਟਰੀਆਂ ਨਹੀਂ ਲੱਗਣੀਆਂ, ਬਿਲਕੁਲ ਨਹੀਂ ਲੱਗਣੀਆਂ। ਇੱਕੋ ਦਿਨ 'ਚ ਐਕਸਪਰਟ ਨਹੀਂ ਆਉਣੇ, ਇੱਕੋ ਦਿਨ ਦੇ ਵਿੱਚ ਉੱਥੇ ਮਸ਼ੀਨਾਂ ਨਹੀਂ ਆਉਣੀਆਂ, ਇੱਕੋ ਦਿਨ ਦੇ ਵਿੱਚ ਅਸੀਂ ਮੰਗ ਦੀ ਪੂਰਤੀ ਨਹੀਂ ਕਰ ਸਕਦੇ। ਪਰ ਕੀ ਮੰਗ ਘਟਾਈ ਜਾ ਸਕਦੀ ਹੈ? ਇਹ ਬਹੁਤ ਵੱਡਾ ਸਵਾਲ ਹੈ। ਆਪਾਂ ਸੋਚੀਏ, ਬੈਨੀਪਾਲ ਸਾਹਿਬ ਨੇ ਚੀਨੀ ਦੇ ਕੱਪ ਪਲੇਟਾਂ ਦੀ ਗੱਲ ਕੀਤੀ ਸੀ। ਕੋਈ ਘਰ ਬੈਨੀਪਾਲ ਸਾਹਿਬ ਇਦਾਂ ਦਾ ਨਹੀਂ ਹੈ ਜਿਹਦੇ ਕੋਲੇ ਸਟੀਲ ਦੇ ਨਹੀਂ ਹੈਗੇ, ਜਿਹਦੇ ਕੋਲੇ ਕਿਸੇ ਹੋਰ ਧਾਤ ਦੇ ਨਹੀਂ ਹੈਗੇ। ਅਸੀਂ ਤਾਂ 2-2 3-3 4-4 ਸੈੱਟ ਪਏ ਹੁੰਦੇ ਘਰਾਂ ਦੇ ਵਿੱਚ। ਕੀ ਚੀਨੀ ਦੇ ਕੱਪ ਪਲੇਟ ਖਰੀਦਣ ਤੋਂ ਬਗੈਰ ਸਾਡਾ ਸਰਦਾ ਹੈ? ਦੇਖਣਾ ਸਾਡੀਆਂ ਤਰਜੀਹਾਂ ਕੀ ਨੇ, ਕੀ ਸਾਡਾ ਸਰਦਾ ਕਿ ਨਹੀਂ ਸਰਦਾ। ਦੂਸਰੀ ਗੱਲ, ਉੱਥੋਂ ਆਉਂਦਾ ਕੀ ਆ? ਬੱਚਿਆਂ ਦੇ ਖਿਡੌਣੇ ਆਉਂਦੇ ਆ। ਕੱਲੇ ਘਰ 'ਚ ਤੁਸੀਂ ਦੇਖ ਲਓ, ਜਿਹੜਾ ਬੱਚਾ ਹੁਣ ਤੁਹਾਡਾ ਇਸ ਵਕਤ ਖੇਡਦਾ ਫਿਰ ਰਿਹਾ, ਕਿੱਥੇ ਦਾ ਬਣਿਆ ਖਿਡੌਣਾ? ਹੁਣ ਚੀਨ ਦਾ ਖਿਡੌਣਾ ਹੈ, ਬੱਚੇ ਨੇ ਤਾਂ ਮੰਗੀ ਜਾਣਾ ਹੈ। ਬੱਚੇ ਨੂੰ ਤਾਂ ਸਾਰੀ ਤੁਸੀਂ ਦੁਕਾਨ ਵੀ ਲੈ ਦਿਓ, ਉਹਦੇ ਲਈ ਤਾਂ ਵੀ ਥੋੜੀ ਹੈ। ਪਰ ਬੱਚੇ ਨੂੰ ਚੀਨ ਦੇ ਖਿਡੌਣੇ ਤੋਂ ਬਿਨਾਂ, ਜਿਹੜਾ ਛੋਟਾ ਬੱਚਾ ਉਹਨੂੰ ਘਰ ਦੇ ਵਿੱਚ ਹੀ ਗੁੱਡੀਆਂ ਪਟੋਲੇ ਤੁਸੀਂ ਧਾਗੇ ਦੇ ਬਣਾ ਦਿਓ, ਉਹਨੇ ਉਹਨਾਂ ਵੀ ਖੇਡ ਲੈਣਾ। ਜ਼ਰੂਰੀ ਨਹੀਂ ਕਿ ਅਸੀਂ ਚੀਨ ਦਾ ਬਣਿਆ ਖਿਡੌਣਾ ਖਰੀਦੀਏ। ਹਾਂ, ਜੇ ਦਵਾਈਆਂ ਦੇ ਲਈ ਰਾ ਮਟੀਰੀਅਲ ਬਹੁਤਾ ਚੀਨ ਤੋਂ ਆਉਂਦਾ, ਸਾਨੂੰ ਪਤਾ ਹੈ ਕਿ ਦਵਾਈਆਂ ਦੀ ਲੋੜ ਆ, ਜ਼ਰੂਰਤ ਹੈ, ਅਸੀਂ ਉਹਦੇ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਚੀਨੀ ਦੇ ਕੱਪ ਪਲੇਟਾਂ ਨੇ, ਜੇ ਅਸੀਂ ਚੀਨ ਤੋਂ ਮੰਗਵਾ ਕੇ ਖਰੀਦਦੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਡਿਮਾਂਡ ਉਹਦੀ ਘਟਾ ਸਕਦੇ ਹਾਂ, ਖਿਡੌਣਿਆਂ ਦੀ ਡਿਮਾਂਡ ਘਟਾ ਸਕਦੇ ਹਾਂ।
에ਅਰ ਕੰਡੀਸ਼ਨ, ਫ੍ਰਿਜ, ਟੀਵੀ, ਮੋਬਾਈਲ ਫੋਨ, ਇਦਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ। ਉਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਭਾਰਤ ਦੇ ਵਿੱਚ ਥੋੜ੍ਹੀਆਂ ਨਹੀਂ ਹੈਗੀਆਂ। ਜਦੋਂ ਪੰਜਾਬ ਦੀ ਕਿਤੇ ਗੱਲ ਆਉਂਦੀ ਹੁੰਦੀ ਬੈਨੀਪਾਲ ਸਾਹਿਬ ਤੇ ਗੱਲ ਕੀ ਆਉਂਦੀ ਹੁੰਦੀ ਹੈ, ਪੰਜਾਬ ਦੇ ਵਿੱਚ 3 ਕਰੋੜ ਲੋਕ ਨੇ, 4 ਕਰੋੜ ਮੋਬਾਈਲ ਫੋਨ ਆ, ਮੰਨ ਲਓ। ਇਹਦਾ ਮਤਲਬ ਹੈ ਕਿ ਪਰ ਪਰਸਨ ਇੱਕ ਨਹੀਂ, ਇੱਕ ਤੋਂ ਵੱਧ ਮੋਬਾਈਲ ਫੋਨ ਨੇ। ਜ਼ਰੂਰੀ ਨਹੀਂ ਕਿ ਜਿਹੜਾ ਨਵਾਂ ਮਾਡਲ ਕੱਢਿਆ, ਲੇਟੈਸਟ ਕੱਢਿਆ, ਅਸੀਂ ਉਹ ਖਰੀਦਣਾ ਹੀ ਖਰੀਦਣਾ। ਤੁਹਾਡੇ ਕੋਲ ਜਿਹੜਾ ਹੈਗਾ ਉਹਨੂੰ ਸਾਂਭ ਕੇ ਰੱਖੋ, ਉਹਨੂੰ ਨਾ ਭੰਨ ਟੁੱਟ ਦਿਓ, ਨਾ ਉਹਦੀ ਸਕਰੀਨ ਭੱਜੇ। ਪਰ ਨਵਾਂ ਜਿਹੜਾ ਖਰੀਦਣਾ ਹੈ, ਕੀ ਸਾਨੂੰ ਲੋੜ ਹੈ? ਪਹਿਲੀ ਗੱਲ। ਦੂਸਰੀ ਗੱਲ ਹੈ, ਜੇ ਲੋੜ ਹੈ ਤਾਂ ਕੀ ਅਸੀਂ ਚਾਈਨਾ ਵਾਲਾ ਖਰੀਦਣਾ? ਜੇ ਚਾਈਨਾ ਵਾਲਾ ਸਸਤਾ, ਦੂਜਾ ਮਹਿੰਗਾ ਹੈ, ਤੇ 4 ਦਿਨ ਰੁੱਕ ਕੇ ਖਰੀਦ ਲਾਂਗੇ, 4 ਪੈਸੇ ਹੋਰ ਇਕੱਠੇ ਕਰ ਲਓ। ਜਾਣੀ ਕਿ ਜਿਹੜੀਆਂ ਜ਼ਿੰਦਗੀ ਦੀਆਂ ਅਸੀਂ ਲਗਜ਼ਰੀ ਆਈਟਮਸ ਆਪਣੇ ਨਾਲ ਜੋੜ ਲਈਆਂ ਕਿ ਇਹਨਾਂ ਤੋਂ ਬਿਨਾਂ ਸਰਦਾ ਹੀ ਨਹੀਂ। ਜੇ ਸਾਰਿਆ ਜਾ ਸਕਦਾ ਤਾਂ ਸਾਰੋ ਹੁਣ ਦੀਵਾਲੀ ਹੈ ਜੀ। ਜ਼ਰੂਰੀ ਥੋੜੀ ਹੈ ਕਿ ਲੜੀਆਂ ਲਾਉਣੀਆਂ ਹੀ ਆ ਤਾਂ ਚਾਈਨਾ ਦੀਆਂ ਲਾਉਣੀਆਂ। ਤੁਸੀਂ ਦੀਵਾ ਜਗਾਓ। ਭਾਰਤ ਦੇ ਲੋਕਾਂ ਦਾ ਦੀਵਾ ਬਣਿਆ, ਭਾਰਤ ਦੇ ਲੋਕਾਂ ਦਾ ਰੂੰ ਹੈ, ਭਾਰਤ ਦੇ ਲੋਕਾਂ ਦਾ ਸਰੋਂ ਦਾ ਤੇਲ ਹੈ। ਦੀਵਾ ਬਣਾਉਣ ਵਾਲੇ ਨੂੰ ਵੀ 4 ਪੈਸੇ, ਸਰੋਂ ਦੇ ਤੇਲ ਵਾਲੇ ਨੂੰ ਵੀ 4 ਪੈਸੇ, ਤੇ ਰੂੰ ਦਾ ਵਪਾਰ ਕਰਨ ਵਾਲੇ ਨੂੰ ਵੀ 4 ਪੈਸੇ। ਜ਼ਰੂਰੀ ਥੋੜੀ ਹੈ ਕਿ ਅਸੀਂ ਹੁਣ ਦੀਵਾਲੀ ਦੇ ਉੱਤੇ ਜੀ ਵੈਸੇ ਤਾਂ ਪਟਾਕੇ ਚਲਾਉਣ ਦੀ ਕੋਈ ਲੋੜ ਨਹੀਂ ਜੀ, ਪਰ ਉਹ ਵੀ ਚਾਈਨਾ ਤੋਂ ਬਣ ਕੇ ਆਉਣ ਲੱਗ ਪਏ ਜੀ। ਆਤਿਸ਼ਬਾਜ਼ੀ ਹੈ ਨਾ ਜਿਹੜੀ ਜੀ, ਖੋਜ ਹੀ, ਇਜਾਦ ਹੀ, ਇਨਵੈਂਸ਼ਨ ਹੀ ਚੀਨ ਦੀ ਹੈ ਜੀ। ਹੁਣ ਮਸਲਾ ਤਾਂ ਬੈਨੀਪਾਲ ਸਾਹਿਬ ਇਹ ਹੈ ਨਾ ਕਿ ਆਤਿਸ਼ਬਾਜ਼ੀ ਨਾਲ ਭੁੱਖ ਮਿਟਦੀ ਹੈ ਜਾਂ ਆਤਿਸ਼ਬਾਜ਼ੀ ਨਾਲ ਕੁਝ ਹੋਰ ਹੁੰਦਾ। ਅਗਲਿਆਂ ਨੇ ਆਜ਼ਾਦ ਕਰਤੀ, ਅਸੀਂ ਆਪਣੇ ਗਲ ਪਾ ਲਈ। ਹੁਣ ਇਸ ਮੁੱਦੇ ਦੇ ਉੱਤੇ ਤਾਂ ਸਾਨੂੰ ਸੋਚਣਾ ਵਿਚਾਰਨਾ ਚਾਹੀਦਾ। ਹੁਣ ਬਹੁਤ ਸਾਰੀਆਂ ਖੋਜਾਂ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਚੀਨ ਨੇ ਕੀਤੀਆਂ, ਪਰ ਚੀਨ ਨੇ ਪੇਟੈਂਟ ਥੋੜ੍ਹਾ ਕਰਾ ਲਈਆਂ। ਬਿਲਕੁਲ, ਅਸੀਂ ਬਣਾ ਨਹੀਂ ਸਕਦੇ। ਬਹੁਤ ਸਾਰੇ ਫਾਰਮੂਲੇ ਹੁੰਦੇ, ਕੋਈ ਵੀ ਦੇਸ਼ ਕੱਢਦਾ ਉਹਦੇ ਨਾਲ ਰਲਦਾ ਮਿਲਦਾ, ਤੁਸੀਂ ਆਪ ਕਰ ਲਓ। ਇਹਦੇ ਤੋਂ ਬਿਨਾਂ ਬੈਨੀਪਾਲ ਸਾਹਿਬ ਹੁਣ ਹੋਲੀ ਹੈ, ਅਸੀਂ ਕਦੇ ਬੋਤਲ ਦੇ ਵਿੱਚ ਨਾ ਛੇਕ ਕਰਕੇ, ਕੱਚ ਦੀ ਬੋਤਲ ਤੇ ਜਾਂ ਪਲਾਸਟਿਕ ਦੀ ਬੋਤਲ ਤੇ ਉਹ 'ਚ ਛੇਕ ਕਰਕੇ ਪਾਣੀ ਪਾ ਕੇ ਐ ਵੀ ਹੋਲੀ ਖੇਡਦੇ ਰਹੇ ਹਾਂ। ਜ਼ਰੂਰੀ ਥੋੜੀ ਹੈ ਕਿ ਚਾਈਨਾ ਦੀ ਪਿਚਕਾਰੀ ਜੇ ਦੂਰ ਤੱਕ ਜਾਂਦੀ ਅਸੀਂ ਹੋਲੀ ਉਹਦੇ ਨਾਲ ਹੀ ਖੇਡਣੀ। ਚਾਈਨਾ ਡੋਰ ਨੇ ਕਿੰਨੇ ਘਰ ਪੱਟੇ ਨੇ। ਬੜੀ ਅਜੀਬੋ-ਗਰੀਬ ਗੱਲ ਹੈ। ਹੁਣ ਇਸ ਕਰਕੇ ਪਹਿਲੀ ਗੱਲ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਬਿਨਾਂ ਸਾਡਾ ਸਰਦਾ, ਉਹ ਚੀਜ਼ਾਂ ਉਸ ਮੁਲਕ ਦੀਆਂ ਅਸੀਂ ਨਾ ਲਈਏ ਜੇ ਸਾਨੂੰ ਲੱਗਦਾ ਹੈ ਕਿ ਉਹਨੇ ਗਲਤ ਕੀਤਾ। ਆਪਾਂ ਨਹੀਂ ਕਹਿੰਦੇ ਕਿ ਬਾਈਕਾਟ ਕਰੋ। ਮਸਲਾ ਇਹ ਹੈ ਨਾ ਕਿ ਅਸੀਂ ਆਪਣੀਆਂ ਤਰਜੀਹਾਂ ਦੇਖੀਏ। ਤਾਂ ਜੇ ਸਾਨੂੰ ਦੇਸ਼ ਨਾਲ ਪਿਆਰ ਹੈ, ਸਾਨੂੰ ਸ਼ਹੀਦਾਂ ਨਾਲ ਪਿਆਰ ਹੈ, ਸਾਨੂੰ ਸਰਹੱਦ ਨਾਲ ਪਿਆਰ ਹੈ, ਜੇ ਸਾਨੂੰ ਲੱਗਦਾ ਹੈ ਕਿਸੇ ਨੇ ਧੱਕਾ ਕੀਤਾ, ਰੁਪਈਏ ਅਸੀਂ 2.5 ਵੀ ਜਿਹੜੇ ਆ ਫालतू ਖਰਚ ਕੇ ਆਪਣੇ ਦੇਸ਼ ਦੇ ਉਦਯੋਗ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਫਿਰ ਕਿਤੇ ਇਕੱਲੀਆਂ ਗੱਲਾਂ ਬਾਤਾਂ ਤਾਂ ਨਹੀਂ। WhatsApp ਦੇਖੋ, ਜਾਨ ਨਾਲੋਂ ਕੁਝ ਵੀ ਕੀਮਤੀ ਨਹੀਂ। ਹੁਣ ਜਿਹੜੇ ਘਰਾਂ ਦੇ ਵਿੱਚ 70 ਵਿਛ ਗਏ, ਕਿ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਉਹ ਜਾਨਾਂ ਦੁਬਾਰਾ ਵਾਪਸ ਲਿਆ ਕੇ ਦਿੱਤੀਆਂ ਜਾ ਸਕਦੀਆਂ ਨੇ? ਹੁਣ ਦੇਖੋ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕੋਈ ਵੀ ਸਾਡਾ ਫੌਜੀ ਸ਼ਹੀਦ ਹੋਵੇ, ਕੋਈ ਪੁਲਿਸ ਵਾਲਾ ਸ਼ਹੀਦ ਹੋਵੇ। ਆ ਪੈਂਡੈਮਿਕ ਦੇ ਦਿਨਾਂ ਵਿੱਚ ਵੀ ਕਹਿਤਾ ਸੀ ਉਹਨਾਂ ਨੇ। ਹੁਣ ਉਹਨਾਂ ਨੇ ਉਦੋਂ ਕਿਹਾ ਸੀ ਕਿ 1 ਕਰੋੜ ਰੁਪਈਆ ਦੇਵਾਂਗੇ ਜੀ। ਹੁਣ ਪੰਜਾਬ ਦੇ ਵਿੱਚ 10 ਤੇ 12 ਲੱਖ ਰੁਪਏ ਦਾ ਐਲਾਨ ਹੋ ਗਿਆ। ਵਧਾ ਕੇ 50 ਵੀ ਕਰ ਦੇਣ, ਬੇਸ਼ੱਕ 50 ਕਰ ਦੇਣ, 50 ਕਰੋੜ ਕਰ ਦੇਣ, 50 ਅਰਬ ਕਰ ਦੇਣ। ਮੈਨੂੰ ਦੱਸਿਓ, ਜਿਹੜੇ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ, ਜਿੰਨੇ ਵੀ ਜਵਾਨ ਭਾਰਤ ਦੀ ਧਰਤੀ ਤੋਂ ਗਏ, ਜਿਨ੍ਹਾਂ ਨੇ ਵਾਪਸ ਮੁੜ ਕੇ ਕਿਸੇ ਵੀ ਕੀਮਤ ਤੇ ਨਹੀਂ ਆਉਣਾ। ਉਹ 12 ਸਾਲ ਦਾ ਮੁੰਡਾ ਮੈਂ ਵੇਖ ਰਿਹਾ ਸੀ, ਆਪਦੇ ਬਾਪ ਦੀ ਚਿਖਾ ਨੂੰ ਉਹ ਅੱਗ ਲਾ ਰਿਹਾ ਸੀ, ਨਾਲ ਸਲੂਟ ਮਾਰ ਰਿਹਾ ਸੀ। ਉਹ 12 ਸਾਲ ਦੇ ਬੱਚੇ ਨੂੰ ਕੋਈ ਬਾਪ ਲਿਆ ਕੇ ਮੋੜ ਕੇ ਦੇ ਦੂਗਾ? 65 ਵਰਿਆਂ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ, ਕੋਈ ਲਿਆ ਦੂਗਾ? ਉਹਦੀ ਵਾਈਫ ਦਾ, ਉਹਦੀ ਬੱਚੀ ਦਾ, ਧੀ ਧਿਆਣੀ ਦਾ ਕੀ ਕਸੂਰ ਹੈ? ਇਹ ਆਪਾਂ ਨੂੰ ਪਤਾ, ਜਦੋਂ ਕੋਈ ਜਵਾਨ ਫੌਜ ਦੇ ਵਿੱਚ ਭਰਤੀ ਹੁੰਦਾ, ਇਹ ਪਹਿਲਾਂ ਤਲੀ ਤੇ ਜਿੰਦ ਰੱਖ ਕੇ ਜਾਣੀ ਪੈਂਦੀ ਹੈ। ਇਹ ਵੀ ਗੱਲ ਪੱਕੀ ਹੈ। ਪਰ ਤੁਸੀਂ ਇਹ ਜ਼ਰੂਰੀ ਥੋੜੀ ਹੈ ਕਿ ਅਸੀਂ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ, ਕੋਈ ਜੰਗ ਵੀ ਨਹੀਂ ਲੱਗੀ, ਅਸੀਂ ਉਹਨਾਂ ਦੀਆਂ ਜਾਨਾਂ ਝੋਕ ਦਿੱਤੀਆਂ ਨੇ। ਪਰ ਕਿਤੇ ਨਾ ਕਿਤੇ ਸਾਨੂੰ, ਫਿਰ ਮੈਂ ਉਹੀ ਗੱਲ ਕਹਿਣਾ ਕਿ ਸਾਨੂੰ ਭਟਕਣ ਦੀ ਬਜਾਏ ਨਾ, ਜਿਹੜੇ ਲੋਕ ਸਾਨੂੰ ਭਟਕਾ ਰਹੇ ਨੇ, ਉਹਨਾਂ ਨੂੰ ਜਵਾਬਦੇਹ ਬਣਾਉਣ ਦੀ ਜ਼ਰੂਰਤ ਹੈ। ਇਸ ਵਕਤ ਮੈਂ ਖੁਦ ਮਹਿਸੂਸ ਕਰ ਰਿਹਾ ਕਿ ਜਿਹੜੀਆਂ ਚੀਜ਼ਾਂ ਦੇ ਜਵਾਬ ਲੋਕ ਮੰਗਣਗੇ, ਸਰਕਾਰਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਵਕਤ ਲੋਕਾਂ ਦੇ ਵਿੱਚ ਗੁੱਸਾ ਹੈ ਕਿ 40-42 ਦਿਨ ਤੁਸੀਂ ਕਰਦੇ ਕੀ ਰਹੇ? ਤੁਸੀਂ ਸਾਨੂੰ ਤਾਂ ਕਹਿੰਦੇ ਰਹੇ ਕਿ ਸਾਰਾ ਕੁਝ ਠੀਕ ਠਾਕ ਹੈ, ਫਿਰ ਆ ਮੌਤ ਦੀਆਂ, ਸ਼ਹਾਦਤ ਦੀਆਂ ਖਬਰਾਂ ਕਿਉਂ ਆ ਗਈਆਂ? ਉਹਦੇ ਤੋਂ ਬਾਅਦ ਵੀ ਤੁਸੀਂ ਹਾਲੇ ਵੀ ਤੁਹਾਨੂੰ ਦਬਕੇ ਮਾਰੀ ਜਾਂਦੇ ਨੇ। ਕਿਉਂ ਮਾਰੀ ਜਾਂਦੇ ਨੇ? ਕੀ ਤੁਹਾਡੇ ਕੋਲੇ ਕੂਟਨੀਤਿਕ ਸੋਚ ਜਾਂ ਸਮਝ ਨਹੀਂ ਹੈ? ਇਹਦੇ ਨਾਲ ਜਿਹੜੀਆਂ ਚੀਜ਼ਾਂ ਇਹ ਆ ਰਹੀਆਂ ਨੇ ਸਾਹਮਣੇ, ਦੇਖੋ, ਖਰੀਦਣੀਆਂ ਨੇ, ਸਾੜਨੀਆਂ ਨੇ, ਤੋੜਨੀਆਂ ਨੇ, ਫੈਸਲਾ ਹਰੇਕ ਵਿਅਕਤੀ ਦਾ ਨਿੱਜੀ ਰੂਪ ਦੇ ਵਿੱਚ ਹੈ। ਪਰ ਜਦੋਂ ਗੱਲ ਦੇਸ਼ ਦੀ ਆ ਜਾਂਦੀ ਹੈ, ਦੇਸ਼ ਦੇ ਨਾਲ ਖੜਨਾ ਹੈ, ਤਾਂ ਦੇਸ਼ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਹਲੂਣਾ ਦੇਣਾ ਵੀ ਸਾਡਾ ਫਰਜ਼ ਹੈ ਕਿ ਅਸੀਂ ਹੋਰ ਜਾਨਾਂ, ਕੀਮਤੀ ਜਾਨਾਂ ਹੋਰ ਅਸੀਂ ਨਹੀਂ ਗਵਾ ਸਕਦੇ। ਤੁਸੀਂ ਜਾਨਾਂ ਦੀ ਕੀਮਤ ਪਾ ਨਹੀਂ ਸਕਦੇ। ਇਸ ਕਰਕੇ ਕੁਝ ਨਾ ਕੁਝ ਸੋਚੋ, ਸਮਝੋ। ਇੱਕ ਤਾਂ ਉਹਨਾਂ ਦੇ ਨਾਲ ਜਿਹੜੇ ਤੁਹਾਡੇ ਵਾਦ ਵਿਵਾਦ ਚੱਲਦੇ ਆਉਂਦੇ ਨੇ, ਹੱਲ ਕਰਨ ਦੀ ਕੋਸ਼ਿਸ਼ ਕਰੋ। ਤੇ ਦੂਸਰਾ, ਲੋਕਾਂ ਨੂੰ ਬਦਲ ਭਾਰਤ ਵਿੱਚ ਦਿਓ। ਜਿਹੜੀਆਂ ਚੀਜ਼ਾਂ ਬਿਨਾਂ ਨਹੀਂ ਗੁਜ਼ਾਰਾ ਹੋ ਸਕਦਾ, ਜਿਹੜੀਆਂ ਉਸ ਮੁਲਕ ਤੋਂ ਖਰੀਦਣੀਆਂ ਪੈਣੀਆਂ ਹੀ ਨੇ, ਖਰੀਦ ਲਓ। ਜਿਹੜੇ ਚੀਜ਼ ਹੁਣ ਆਪਾਂ ਜਿਹੜੀਆਂ ਛੋਟੀਆਂ ਚੀਜ਼ਾਂ ਦਾ ਵੀ ਜ਼ਿਕਰ ਕਰ ਰਹੇ ਹਾਂ,
ਉਹ ਕਿਉਂ ਨਹੀਂ ਭਾਰਤ ਦੇ ਵਿੱਚ ਲੋਕਾਂ ਵੱਲੋਂ ਬਣਾਈਆਂ ਜਾਂਦੀਆਂ, ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਛੋਟਾ ਮੋਟਾ ਫੈਕਟਰੀ ਜਾਂ ਕੋਈ ਕਾਰਖਾਨਾ ਲਾਓ, ਅਸੀਂ ਤੁਹਾਨੂੰ ਏਡ ਦਿੰਦੇ ਹਾਂ ਜੀ। ਜਿਹੜੇ ਬੇਰੁਜ਼ਗਾਰ ਨੌਜਵਾਨ ਇਸ ਵਕਤ ਧਰਨੇ ਰੋਸ ਰੈਲੀਆਂ ਕਰ ਰਹੇ ਨੇ, ਨਾਲ ਤੇ ਉਹਨਾਂ ਨੂੰ ਰੁਜ਼ਗਾਰ ਮਿਲੂ, ਲੋਕ ਕੰਮ ਲੱਗਣਗੇ, ਭਾਰਤ ਦਾ ਪੈਸਾ ਭਾਰਤ ਵਿੱਚ ਰਹੂ। ਜੇਕਰ ਚੰਗੀ ਗੁਣਵੱਤਾ ਵਾਲਾ ਸਮਾਨ ਬਣਨ ਲੱਗ ਗਿਆ, ਬਾਕੀ ਦੁਨੀਆ ਦੇ ਮੁਲਕ ਉਹ ਵੀ ਤਾਂ ਮੰਡੀਓ ਲੱਭਦੇ ਹੁੰਦੇ ਨੇ, ਉਹ ਵੀ ਤਾਂ ਸਮਾਨ ਹੀ ਲੱਭਦੇ ਆ। ਜੇ ਅਸੀਂ ਕਿਸੇ ਦੀ ਮੰਡੀ ਬਣ ਸਕਦੇ ਆ, ਸਾਡੀ ਵੀ ਕੱਲ੍ਹ ਨੂੰ ਕੋਈ ਮੰਡੀ ਬਣ ਸਕਦਾ। ਬਿਲਕੁਲ ਬੈਨੀਪਾਲ ਸਾਹਿਬ, ਗੱਲ ਤਾਂ ਇੱਥੇ ਕਾ ਕੇ ਮੁੱਕਣੀ ਆ ਕਿ ਇਹ ਜਿਹੜੇ ਮਾਹੌਲ ਆ ਨਾ ਯੁੱਧ ਵਾਲੇ, ਚਾਹੇ ਛੋਟਾ ਸੀਮਤ ਯੁੱਧ ਹੈ, ਕਿਉਂਕਿ ਜੰਗ ਇਦਾਂ ਨਹੀਂ ਹੈ ਕਿ ਸਾਰੇ ਦੇਸ਼ ਬੰਬ ਡਿੱਗ ਪੈਣੇ ਆ, ਨਾ ਇੱਧਰ ਨਾ ਉੱਧਰ, ਕਿਉਂਕਿ ਜੰਗ ਸਰਹੱਦ ਤੋਂ ਸ਼ੁਰੂ ਹੁੰਦੀ ਹੈ, ਸਰਹੱਦ ਦੇ ਨੇੜਲੇ ਇਲਾਕਿਆਂ ਨੂੰ ਹੀ ਬਹੁਤਾ ਸੇਕ ਲੱਗਦਾ ਹੈ। ਪਰ ਹੁਣ ਜੰਗ ਲੱਗੇ ਨਾ ਲੱਗੇ ਸੇਕ ਲੱਗਣੇ ਸ਼ੁਰੂ ਹੋ ਗਏ। ਚੀਨ ਨੇ ਆਪਣੇ ਰੱਖਿਆ ਵਾਲੇ ਬਜਟ ਦੇ ਵਿੱਚ ਸੰਕੇਤ ਦੇਖ ਕੇ ਵਾਧਾ ਕਰਨਾ, ਉੱਥੋਂ ਦੇ ਲੋਕਾਂ ਦਾ ਵੀ ਢਿੱਡ ਕਿਤੇ ਨਾ ਕਿਤੇ ਕੱਟਿਆ ਜਾਊਗਾ। ਭਾਰਤ ਵਾਲੇ ਵੀ ਆਈ ਹੁਣ ਇਧਰਲੇ ਪਾਸੇ ਤਾਂ ਕਈ ਦੇਸ਼ਾਂ ਨੇ ਆਫਰ ਸ਼ੁਰੂ ਕਰਤੀ ਹੈ, ਸਾਡੇ ਕੋਲ ਆ ਜਹਾਜ਼ ਹੈਗਾ ਲੈਣਾ ਹੈ, ਸਾਡੇ ਕੋਲ ਆ ਜੰਗੀ ਹੈਲੀਕਾਪਟਰ ਹੈਗਾ ਲੈਣਾ ਹੈ, ਸਾਡੇ ਕੋਲ ਤੋਪ ਹੈਗੀ ਆ। ਹੁੰਦਾ ਨਾ ਕਿ ਜਿੱਦਾਂ ਜਿਹਦੇ ਘਰੇ ਵਿਆਹ ਰੱਖਿਆ ਹੋਵੇ ਬੈਨੀਪਾਲ ਸਾਹਿਬ ਜੀ, ਉੱਥੇ ਕੱਪੜੇ ਵਾਲਾ ਵੀ ਗੇੜੀ ਮਾਰੂਗਾ, ਉੱਥੇ ਟੈਂਟ ਵਾਲਾ ਵੀ ਗੇੜੀ ਮਾਰੂਗਾ, ਉੱਥੇ ਹਲਵਾਈ ਵੀ ਆਉਂਦਾ ਜਾਂਦਾ ਆਊਗਾ, ਉੱਥੇ ਕਲੀ ਕੂਚੀ ਫੇਰਨ ਵਾਲੇ ਵੀ ਉੱਥੇ ਆਉਣਗੇ ਕਿ ਭਾਈ ਇਹਨਾਂ ਨੇ ਕੁਝ ਨਾ ਕੁਝ ਤਾਂ ਖਰਚਾ ਕਰਨਾ ਹੈ। ਉੱਥੇ ਟੈਕਸੀ ਵਾਲਾ ਵੀ ਆਊਗਾ, ਧਿਆਨ ਰੱਖਿਓ ਆਪਣੇ ਕੋਲ ਹੈਗੀਆਂ ਚਿੱਟੇ ਰੰਗ ਦੀਆਂ ਨੋਵਾ ਸਾਰੀਆਂ ਇਕੱਠੀਆਂ ਖੜੀਆਂ। ਹੁਣ ਉੱਥੇ ਸਾਰੇ ਨੇ ਆਉਣਾ, ਜਿਹਨੇ ਕਾਰ ਨੂੰ ਫੁੱਲ ਲਾਉਣੇ ਆ ਉੱਥੇ ਉਹ ਵੀ ਗੇੜਾ ਮਾਰੂਗਾ। ਉੱਥੇ ਜਿਹੜੀਆਂ ਬੀਬੀਆਂ ਕੰਮ ਧੰਦਾ ਕਰਨ ਵਾਲੀਆਂ ਹੁੰਦੀਆਂ ਉਹਨਾਂ ਨੇ ਵੀ ਆਉਣਾ ਹੈ ਕਿ ਭਾਈ ਸਾਨੂੰ ਇੱਥੇ ਤੁਸੀਂ ਸੇਵਾ ਦਾ ਮੌਕਾ ਜ਼ਰੂਰ ਦਿਓ। ਇੱਦਾਂ ਹੀ ਕਿਸੇ ਦੇਸ਼ ਦੇ ਵਿੱਚ ਕੁਝ ਵੀ ਹੋਵੇ, ਪਰ ਉਹ ਜਿਹੜੇ ਵਪਾਰੀ ਆ ਨਾ, ਉਹ ਆਣ ਕੇ ਕਹਿਣ ਲੱਗ ਪੈਂਦੇ ਸਾਡੇ ਕੋਲ ਹੈਗਾ, ਇੰਨੇ ਬੰਦੇ ਮਾਰ ਦੂ, ਇੰਨੇ ਕਿਲੋਮੀਟਰ ਤੱਕ ਕੇ ਮਾਰ ਕਰੂ, ਇੰਨੇ 1000 ਕਿਲੋਮੀਟਰ ਤੱਕ ਕੇ ਮਾਰ ਕਰੂ। ਸਮਾਨ ਵੇਚਣਾ ਅਗਲਿਆਂ ਦਾ ਸਮਾਨ ਹੈ, ਲੋਕਾਂ ਦੀ ਜਾਨ ਦੇ ਉੱਤੇ ਬਣ ਜਾਂਦੀ ਹੈ। ਇਸ ਕਰਕੇ ਪਹਿਲੀ ਗੱਲ ਹੈ ਕਿ ਦੋਵੇਂ ਮੁਲਕ ਬਚਣ, ਦੂਸਰਾ ਸਧਾਰਨ ਲੋਕ ਆਪਣਾ ਬੁੱਧੀ ਤੇ ਵਿਵੇਕ ਜਿਹੜਾ ਹੈ ਉਹਨੂੰ ਗਰਮਾ ਗਰਮ ਰੱਖਣ, ਚੱਲਦਾ ਰੱਖਣ, ਤਾਂ ਜੋ ਅਸੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਜਿਹੜਾ ਉਹ ਨਾ ਆਈਏ। ਦੂਸਰਾ ਬੈਨੀਪਾਲ ਸਾਹਿਬ, ਹੁਣ ਮੈਂ ਤੁਹਾਨੂੰ ਸਿੱਧਾ ਚੀਨ ਦੇ ਬਾਰਡਰ ਤੋਂ ਖਿੱਚ ਕੇ ਪੰਜਾਬ ਦੀ ਸਿਆਸਤ ਕੋਲੇ ਲੈ ਕੇ ਆਉਣਾ। ਚਲਿਏ ਜੀ, ਕਿਉਂਕਿ ਇੱਥੇ ਵੀ ਸਿਆਸਤੀ ਹੋ ਰਹੀ ਹੈ। ਹੁਣ ਬੜੀਆਂ ਪਾਰਟੀਆਂ ਸੀ ਜਿਨ੍ਹਾਂ ਨੇ ਆਪੋ ਆਪਣੇ ਢੰਗ ਤਰੀਕੇ ਨਾਲ ਕਹਿ ਦਿੱਤਾ, ਕੋਈ ਕਹਿੰਦਾ ਜਿਵੇਂ ਅੰਦੋਲਨ ਸ਼ੁਰੂ ਕਰ ਦੇਣਾ, ਕੋਈ ਕੁਛ ਸ਼ੁਰੂ ਕਰ ਦੇਣਾ, ਪਰ ਇੱਕ ਪਾਰਟੀ ਜਿਹੜੀ ਪੰਜਾਬ 'ਚ ਬਹੁਤੀ ਤਾਕਤਵਰ ਨਹੀਂ, ਪਰ ਕੇਂਦਰ ਦੇ ਵਿੱਚ ਸਾਰੀ ਹੀ ਤਾਕਤ ਉਹਦੇ ਕੋਲ ਹੈ। ਭਾਰਤ 'ਚ ਇਸ ਵੇਲੇ ਉਹਦੇ ਕੋਲ ਹੀ ਹੈ ਕਿ ਹੁਣ ਉਹ ਜੋ ਕਰਨਾ ਚਾਹਣ ਕਰ ਸਕਦੇ ਆ, ਕਿਉਂਕਿ ਲੋਕ ਸਭਾ ਦੇ ਵਿੱਚ MP ਉਹਨਾਂ ਦੇ ਕੋਲੇ ਇੰਨੇ ਕੁ ਹੈਗੇ ਆ ਕਿ ਜੇ ਜੀ ਕੀਤਾ ਤੇ ਧਾਰਾ 370 ਵਾਲਾ ਕੰਮ ਵੀ ਮੁਕਾਤਾ, ਜਿਹੜਾ ਕਿ ਇੰਨੇ ਦਹਾਕਿਆਂ ਤੋਂ ਲਗਾਤਾਰ ਚੱਲਦਾ ਆਉਂਦਾ ਸੀ ਤੇ ਲੋਕਾਂ ਨੂੰ ਲੱਗਦਾ ਸੀ ਕਿ ਕਦੇ ਵੀ ਇਹ ਹਟ ਨਹੀਂ ਸਕਦੀ। 3 ਤਲਾਕ ਵਾਲਾ ਮਸਲਾ ਭਾਵੇਂ ਅਦਾਲਤਾਂ ਰਾਹੀਂ ਕਿਵੇਂ ਵੀ ਆ, ਰਾਮ ਮੰਦਰ ਵਾਲਾ ਮਸਲਾ, ਜਾਣੀ ਸਭ ਕੁਝ ਹੋ ਗਿਆ ਤੇ ਅਗਲੇ ਸਟੈਂਡ ਲੈਂਦੇ ਆ, ਠੋਕ ਕੇ ਲੋਕਾਂ ਤੇ ਫਰਕ ਨਾ ਪੱਖੀ ਪੈਂਦਾ, ਹਾਂ ਪੱਖੀ ਪੈਂਦਾ, ਉਹ ਬਾਅਦ ਦੀਆਂ ਗੱਲਾਂ, ਪਈ ਜਾਵੇ ਲੋੜ ਕੀ ਹੈ। ਹੁਣ ਉਹ ਭਾਰਤੀ ਜਨਤਾ ਪਾਰਟੀ ਹੈ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ 10-12 ਸਾਲ ਹੋ ਗਏ ਇਸ ਗੱਲ ਦੇ ਉੱਤੇ ਵਿਚਾਰ ਕਰਦੇ ਆ, ਕਦੇ-ਕਦੇ ਬਿਆਨ ਵੀ ਦਿੰਦੇ ਆ ਕਿ ਅਸੀਂ ਪੰਜਾਬ 'ਚ ਵੱਡੀ ਧਿਰ ਬਣਨਾ ਹੈ। ਉਹਨਾਂ ਦੇ ਕਈ ਲੀਡਰ ਪੰਜਾਬ 'ਚ ਇਦਾਂ ਦੇ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਅਕਾਲੀ ਦਲ ਹੁਣ ਸਾਡਾ ਛੋਟਾ ਭਰਾ ਬਣ ਕੇ ਚੱਲੇ, ਅਸੀਂ ਕੇਂਦਰ ਤੋਂ ਪੈਸਾ ਟਕਾ ਵੀ ਲਿਆ ਕੇ ਦੇਵਾਂਗੇ, ਪੰਜਾਬ ਦਾ ਵਿਕਾਸ ਵੀ ਕਰਾ ਦੇਵਾਂਗੇ। ਉਹ ਸੀਟਾਂ ਵੀ ਕਹਿੰਦੇ ਹੁੰਦੇ ਆ ਕਿ ਸਾਨੂੰ 23 ਨਹੀਂ ਅਗਲੀ ਵਾਰੀ 59 ਚਾਹੀਦੀਆਂ। ਇਦਾਂ ਵੀ ਕਈ ਕਹਿ ਦਿੰਦੇ ਆ ਕਿ ਜੇ ਅਕਾਲੀ ਦਲ ਨੇ ਸਾਡੇ ਨਾਲ ਮਤਰਿਆ ਸਲੂਕ ਕਰਨਾ ਜਾਰੀ ਰੱਖਿਆ ਤਾਂ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ। ਹਾਲਾਂਕਿ ਉਹਨਾਂ ਨੇ ਕਦੇ ਇੰਨੀ ਹਿੰਮਤ ਵਿਖਾਈ ਨਹੀਂ ਜੀ। ਉਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਕੀ ਸਥਿਤੀ ਰਹੂਗੀ? ਬਹੁਤ ਸਾਰੇ ਲੋਕ ਕਹਿੰਦੇ ਕਿ ਇੱਥੇ ਦਾਲ ਨਹੀਂ ਗਲਣੀ, ਕਿਉਂਕਿ ਪਿੰਡਾਂ 'ਚ ਪ੍ਰਭਾਵ ਬਹੁਤਾ ਨਹੀਂ। ਮਾਲਵਾ ਖੇਤਰ ਦੇ ਕਈ ਜ਼ਿਲ੍ਹੇ ਜਿਹੜੇ ਸੁਣਨੇ ਹੀ ਪਏ ਆ, ਉੱਥੇ ਕੋਈ ਬਹੁਤੀ ਗੱਲਬਾਤ ਨਹੀਂ, ਕੋਈ ਤਕੜਾ ਲੀਡਰ ਵੀ ਉਹਨਾਂ ਨੂੰ ਇਦਾਂ ਦਾ ਨਹੀਂ ਜੁੜਿਆ ਜਿਹੜਾ ਸਾਰੇ ਪੰਜਾਬ ਦੇ ਵਿੱਚ ਵੋਟਰਾਂ ਨੂੰ ਬੈਨੀਪਾਲ ਸਾਹਿਬ ਆਪਣੇ ਵੱਲ ਖਿੱਚ ਸਕੇ। ਪਰ ਹੁਣ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਜਦੋਂ 1.5 ਸਾਲ ਪੰਜਾਬ ਦੀਆਂ ਚੋਣਾਂ 'ਚ ਰਹਿ ਗਿਆ, ਇੱਕ ਵਾਰੀ ਫੇਰ ਸਰਗਰਮ ਹੋਣ ਲੱਗ ਪਈ ਹੈ। ਹੁਣ ਪਿਛਲੇ ਦਿਨਾਂ 'ਚ ਉਹਨਾਂ ਨੇ ਪਹਿਲਾਂ ਤਾਂ ਆਪਣਾ ਸੂਬਾ ਪ੍ਰਧਾਨ ਬਦਲਿਆ ਜੀ, ਰਿਹਾ ਮਾਝੇ 'ਚ ਹੀ ਆ ਕੰਮ, ਪਠਾਨਕੋਟ ਵਾਲੇ ਅਸ਼ਵਨੀ ਸ਼ਰਮਾ ਸਾਹਿਬ ਨੂੰ ਬਣਾ ਦਿੱਤਾ, ਉਧਰਲੇ ਪਾਸੇ ਅੰਮ੍ਰਿਤਸਰ ਵਾਲੇ ਜਿਹੜੇ ਸ਼ਵੇਤ ਮਲਿਕ ਸਾਹਿਬ ਆ ਉਹਨਾਂ ਨੂੰ ਲਾ ਦਿੱਤਾ। ਹੁਣ ਅਸ਼ਵਨੀ ਸ਼ਰਮਾ ਪ੍ਰਧਾਨ ਸਾਹਿਬ ਨੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ 3 ਇੰਚਾਰਜ ਬਣਾਏ ਜੀ ਕਿ ਵੱਖ-ਵੱਖ ਇਲਾਕਿਆਂ ਦੇ ਭਾਈ ਤੁਸੀਂ ਇੰਚਾਰਜ। ਉਹਦੇ ਤੋਂ ਬਾਅਦ ਉਹਨਾਂ ਨੇ 33 ਜ਼ਿਲ੍ਹੇ ਬਣਾਤੇ। ਜ਼ਿਲ੍ਹੇ ਥੋੜੇ ਨੇ ਪਰ ਕਈ ਵੱਡੇ ਜ਼ਿਲ੍ਹਿਆਂ ਨੂੰ ਸ਼ਹਿਰੀ ਤੇ ਪਿੰਡੂ ਖੇਤਰ 'ਚ ਵੰਡ ਦਿੱਤਾ ਜੀ। ਜ਼ਿਲ੍ਹਿਆਂ ਦੇ ਪ੍ਰਧਾਨ ਲਾਤੇ। ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਅੱਗੇ ਆਪੋ ਆਪਣੀ ਜਥੇਬੰਦੀ ਖੜੀ ਕਰਨੀ ਹੈ। ਹੁਣ ਉਹ ਕਹਿੰਦੇ ਕਿ ਅਸੀਂ ਜੂਨ ਮਹੀਨੇ ਦੇ ਆਖਰੀ ਹਫ਼ਤੇ ਸੂਬਾ ਪੱਧਰੀ ਰੈਲੀ, ਇੱਕ ਹੋਰ ਸੂਬਾ ਪੱਧਰੀ ਰੈਲੀ, ਉਹਦੇ ਤੋਂ ਬਾਅਦ ਸਾਰੇ ਜ਼ਿਲ੍ਹਿਆਂ 'ਚ ਰੈਲੀਆਂ, ਉਹਦੇ ਤੋਂ ਬਾਅਦ ਮੋਦੀ ਸਾਹਿਬ ਦੀ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਪੰਜਾਬ ਦੇ ਘਰ ਘਰ ਜਾਣਾ ਤੇ 2022 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਦਾ ਬਿਗਲ ਵਜਾ ਦੇਣਾ, ਢੋਲ ਤੇ ਡਗਾ ਲਾ ਦੇਣਾ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਉਹਨਾਂ ਦੇ ਦਾਅਵੇ ਜ਼ਮੀਨੀ ਪੱਧਰ ਦੇ ਉੱਤੇ ਲੋਕਾਂ ਨੂੰ ਕਿੰਨੇ ਕੁ ਚੰਗੇ ਲੱਗਦੇ ਆ, ਪਰ ਅਗਲੇ ਨੇ ਆਪਣੇ ਨੂੰ ਕਸਰ ਕੋਈ ਨਹੀਂ ਛੱਡਣੀ। ਬਾਟ ਸਾਹਿਬ ਦੇਖੋ, ਉਹ ਰਾਜਨੀਤਿਕ ਪਾਰਟੀ ਹੈ। ਜੇ ਮੈਂ ਇਹ ਕਹਿ ਦਿਆਂ ਕਿ ਇਸ ਵਕਤ ਪੂਰੇ ਭਾਰਤ ਦੀ ਸਭ ਤੋਂ ਤਾਕਤਵਰ ਪਾਰਟੀ ਹੈ, ਇਹ ਸਾਰੇ ਜਾਣਦੇ ਆ।
ਇਸ ਵਕਤ ਕੇਂਦਰ ਦੀ ਸਰਕਾਰ ਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਸਰਕਾਰਾਂ ਉਹਨਾਂ ਦੀਆਂ ਹੈਗੀਆਂ ਨੇ, ਤੇ ਨਾਲ ਅਕਾਲੀ ਦਲ ਵਾਲੇ ਭਾਈਵਾਲ ਵੀ ਨੇ। ਪੰਜਾਬ 'ਚ ਸਰਕਾਰ ਹੁੰਦੀ ਹੈ ਤਾਂ ਵੀ ਭਾਈਵਾਲ ਹੁੰਦੇ ਨੇ, ਕੇਂਦਰ 'ਚ ਸਰਕਾਰ ਹੈ ਤੇ ਤਾਂ ਵੀ ਭਾਈਵਾਲ ਹੁੰਦੇ ਨੇ। ਪਰ ਇਹ ਭਾਈਵਾਲੀ ਤੋੜਨ ਦੀਆਂ ਬਹੁਤ ਵਾਰੀ ਵਿਉਂਤਾਂ ਘੜੀਆਂ ਗਈਆਂ ਨੇ। ਖਾਸ ਕਰਕੇ ਜਿਹੜੀ ਪੰਜਾਬ ਦੀ ਇਕਾਈ ਹੈ ਉਹ ਇੱਕ ਵਾਰ ਨਹੀਂ, ਉਹ ਭਾਵੇਂ ਲੋਕ ਸਭਾ ਚੋਣ ਹੋਵੇ ਭਾਵੇਂ ਵਿਧਾਨ ਸਭਾ ਚੋਣ ਹੋਵੇ, ਉਹਦੇ ਤੋਂ ਪਹਿਲਾਂ ਇਸ ਤਰ੍ਹਾਂ ਦੇ ਲਲਕਾਰੇ ਲਲਕੂਰੇ ਉਹਨਾਂ ਨੇ ਪਹਿਲਾਂ ਵੀ ਬੜੀ ਵਾਰੀ ਮਾਰਿਆ। ਬਹੁਤ ਵਾਰੀ ਉਹਨਾਂ ਨੇ ਕਿਹਾ ਕਿ ਤੋੜ ਵਿਛੋੜਾ ਕਰੀਏ, ਤੇ ਬਾਅਦ ਦੇ ਵਿੱਚ ਫਿਰ ਇੱਕੋ ਹੀ ਮੇਜ਼ ਤੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ 9 ਮਾਸ ਦਾ ਰਿਸ਼ਤਾ ਵੀ ਦੱਸ ਦਿੱਤਾ ਜਾਂਦਾ ਵੀ ਸਾਡਾ 9 ਮਾਸ ਦਾ ਰਿਸ਼ਤਾ ਹੈ। ਕਈ ਵਾਰੀ ਇੱਕ ਹੋਰ ਰਿਸ਼ਤੇ ਦਾ ਵੀ ਜ਼ਿਕਰ ਕਰ ਦਿੱਤਾ ਜਾਂਦਾ। ਉਹ ਮੇਰਾ ਖਿਆਲ ਹੈ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੋਣਾ ਜੀ। ਇਹਦੇ ਨਾਲ ਜਦੋਂ ਪੰਜਾਬ ਇਕਾਈ ਅਕਾਲੀਆਂ ਨੂੰ ਇਸ ਤਰ੍ਹਾਂ ਦਬਕੇ ਮਾਰ ਦਿੰਦੀ ਹੈ, ਤੇ ਫਿਰ ਅਕਾਲੀ ਸੋਚਦੇ ਆ ਵੀ ਆਪਾਂ ਕਿਉਂ ਨਾ ਦਬਕੇ ਮਾਰੀਏ। ਅਕਾਲੀ ਵੀ ਦਬਕਾ ਮਾਰ ਬੈਠੇ ਹਰਿਆਣੇ 'ਚ, ਉਹ ਵੀ ਦਰਸ਼ਕਾਂ ਨੂੰ ਪਤਾ ਹੈ ਕਿ ਉਸ ਦਬਕੇ ਦੇ ਵਿੱਚੋਂ ਅਕਾਲੀ ਦਲ ਨੂੰ ਕੀ ਮਿਲਿਆ। ਇਹਦੇ ਨਾਲ ਇਸੇ ਤਰ੍ਹਾਂ ਦਾ ਦਬਕਾ ਪਿਛਲੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਅਕਾਲੀ ਦਲ ਮਾਰ ਬੈਠਿਆ। ਉਹਦੇ 'ਚ ਵੀ ਪਤਾ ਹੈ ਕਿ ਦਿੱਲੀ ਦੇ ਵਿੱਚ ਕੀ ਮਿਲਿਆ ਜੀ। ਪਹਿਲਾਂ ਤਾਂ ਲੱਗਦਾ ਸੀ ਕਿ ਉਹ ਸ਼ਾਇਦ ਹੋ ਸਕਦਾ ਹੈ ਕੋਈ ਆਜ਼ਾਦ ਜਾਂ ਵੱਖਰੇ ਧੜੇ ਦੀ ਉੱਥੇ ਕੋਈ ਅਗਵਾਈ ਇੱਕ ਅੱਧਾ ਬੰਦਾ ਕਰ ਦੇਵੇ ਤੇ ਆਪਦੀ ਚੋਣ ਲੜ ਲੇ। ਬਾਅਦ ਦੇ ਵਿੱਚ ਸਹਿਮਤੀ ਪ੍ਰਗਟਾ ਦੀ, ਭਾਵੇਂ ਸਾਨੂੰ ਕੁਝ ਨਹੀਂ ਮਿਲਿਆ, ਅਸੀਂ ਤੁਹਾਡੇ ਨਾਲ ਹੀ ਹਾਂ। ਹੁਣ ਗੱਲ ਕਰੀਏ ਆਪਾਂ ਪੰਜਾਬ ਦੀ। ਦੇਖੋ, ਇਹ ਤਾਂ ਜ਼ਮੀਨੀ ਹਕੀਕਤ ਹੈ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਅਕਾਲੀ, ਭਾਜਪਾ ਤੇ ਕਾਂਗਰਸ ਵੱਡੀਆਂ ਪਾਰਟੀਆਂ ਇਹੋ ਹੀ ਬਣ ਕੇ ਉੱਭਰਦੀਆਂ ਰਹੀਆਂ, ਤੇ ਪਿਛਲੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਡੰਕਾ ਵਜਾਇਆ, ਵਧੀਆ ਕਾਰਗੁਜ਼ਾਰੀ ਦਿਖਾਈ ਉਹਨਾਂ ਨੇ। ਪਰ ਬਹੁਤ ਸਾਰੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਇਹਦੇ ਤੋਂ ਵੀ ਵੱਡੀ ਆਸ ਸੀ। ਪਰ ਕੁਝ ਵੀ ਕਹੀਏ, ਪਹਿਲੀ ਨਵੀਂ ਪਾਰਟੀ ਸੀ ਜਿਹੜੀ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਈ। ਹੁਣ ਜਦੋਂ ਗੱਲ ਕਰਦੇ ਆਪਾਂ ਬੀਜੇਪੀ ਦੀ, ਬੀਜੇਪੀ ਵਾਲਿਆਂ ਨੇ ਕਮਰ ਕਸੇ ਹੋਏ ਨੇ। ਪਿੰਡ ਪੱਧਰ ਤੱਕ ਵੀ ਉਹ ਜਾਣਾ ਚਾਹੁੰਦੇ ਆ, ਵੋਟ ਬੈਂਕ ਆਪਣਾ ਪੱਕਾ ਕਰਨਾ ਚਾਹੁੰਦੇ ਆ। ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਮੋਦੀ ਸਰਕਾਰ ਉਹਨਾਂ ਦੀਆਂ ਪ੍ਰਾਪਤੀਆਂ ਪਿੰਡ ਤੱਕ ਪਹੁੰਚਾਉਣੀਆਂ ਚਾਹੁੰਦੇ ਆ, ਉਹ ਤਾਂ ਪਹੁੰਚੀਆਂ ਹੀ ਹੋਈਆਂ ਨੇ। ਕਿਉਂਕਿ ਹੁਣ ਮੈਂ ਦਰਸ਼ਕਾਂ ਤੋਂ ਪੁੱਛਣਾ ਚਾਹੁੰਦਾ, ਜਿਹੜੀਆਂ ਮੋਦੀ ਸਰਕਾਰ ਦੀਆਂ ਪਹਿਲੀ ਟਰਮ ਦੀਆਂ ਪਹਿਲੇ 5 ਸਾਲਾਂ ਦੀਆਂ ਤੇ ਇਸ ਟਰਮ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਤੁਹਾਨੂੰ ਪ੍ਰਾਪਤੀਆਂ ਲੱਗਦੀਆਂ ਨੇ, ਤੁਸੀਂ ਲਿਖ ਦਿਓ। ਇਹਦੇ ਤੋਂ ਪਹਿਲਾਂ ਕਿ ਅਸੀਂ ਜ਼ਿਕਰ ਕਰੀਏ, ਹੋ ਸਕਦਾ ਹੈ ਸਾਡਾ ਉਹਨਾਂ ਪਾਲਿਸੀਆਂ ਨਾਲ, ਉਹਨਾਂ ਨੀਤੀਆਂ ਨਾਲ, ਉਹਨਾਂ ਪ੍ਰਾਪਤੀਆਂ ਨਾਲ ਨੇੜ ਦਾ ਵਾਹ ਹੀ ਨਾ ਪਿਆ ਹੋਵੇ। ਜੇਕਰ ਤੁਹਾਡਾ ਵਾਹ ਹੈ, ਸਿੱਧਾ ਹੀ ਵਾਹ ਹੈ, ਤੁਸੀਂ ਭਾਰਤ 'ਚ ਰਹਿੰਦੇ ਹੋ, ਕੇਂਦਰ ਸਰਕਾਰ ਦੀਆਂ ਨੀਤੀਆਂ ਸਿੱਧੀਆਂ ਤੁਹਾਡੇ 'ਤੇ ਤਾਂ ਲਾਗੂ ਹੁੰਦੀਆਂ ਨੇ। ਹੁਣ ਜਿੱਥੋਂ ਕਿਸੇ ਵੀ ਪਿੰਡ 'ਚੋਂ, ਕਿਸੇ ਵੀ ਸ਼ਹਿਰ 'ਚੋਂ ਦੇਖ ਰਹੇ ਹੋ, ਕਿਉਂਕਿ ਉਹਨਾਂ ਨੇ ਤਾਂ ਫਿਰਕਿਆਂ ਦੇ ਵਿੱਚ ਵੀ ਵੰਡਿਆ ਨਾ ਲੋਕਾਂ ਨੂੰ, ਭਾਵੇਂ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੋ, ਕਿਸੇ ਵੀ ਧਰਮ ਨਾਲ ਸੰਬੰਧਿਤ ਹੋ, ਜਿਹੜੀਆਂ ਨੀਤੀਆਂ ਜਾਂ ਉਹਨਾਂ ਦੀਆਂ ਪ੍ਰਾਪਤੀਆਂ, ਉਹ ਤਾਂ ਪ੍ਰਾਪਤੀਆਂ ਦੀ ਗੱਲ ਕਰ ਰਿਹਾ ਨਾ, ਜਿਹੜੀਆਂ ਪ੍ਰਾਪਤੀਆਂ ਤੁਹਾਨੂੰ ਮੋਦੀ ਸਰਕਾਰ ਦੀਆਂ ਪਿਛਲੇ 5 ਸਾਲਾਂ ਦੀਆਂ ਤੇ ਇਸ ਟਰਮ ਦੀਆਂ ਲੱਗਦੀਆਂ ਨੇ, ਲਿਖਿਓ ਜ਼ਰੂਰ, ਤਾਂ ਕਿ ਪਤਾ ਲੱਗ ਜੇ ਉਹਨਾਂ ਨੂੰ। ਹਰੇਕ ਪਿੰਡ ਤੱਕ ਜਾਣ ਤੋਂ ਪਹਿਲਾਂ ਜਿਹੜੀਆਂ ਰੈਲੀਆਂ ਸ਼ੁਰੂ ਕਰਨ ਜਾ ਰਹੇ ਨੇ ਇਸ ਮਹੀਨੇ ਦੇ ਅਖੀਰ ਵਿੱਚ, ਉਹਨਾਂ ਨੂੰ ਪਤਾ ਲੱਗ ਜੇ ਕਿ ਜਿਹੜੀਆਂ ਨੀਤੀਆਂ ਅਸੀਂ ਲੋਕਾਂ ਨੂੰ ਦੱਸਣੀਆਂ ਚਾਹੁੰਦੇ ਹਾਂ ਨਾ, ਜਿਹੜੀਆਂ ਪ੍ਰਾਪਤੀਆਂ ਭਾਜਪਾ ਦੀਆਂ, ਬੀਜੇਪੀ ਦੀਆਂ ਅਸੀਂ ਲੋਕਾਂ ਨੂੰ ਦੱਸਣੀਆਂ ਚਾਹੁੰਦੇ ਹਾਂ, ਲੋਕਾਂ ਨੂੰ ਪਹਿਲਾਂ ਹੀ ਪਤਾ ਨੇ। ਮੈਨੀਪਲ ਸਾਹਿਬ, ਇਹ ਗੱਲ ਤੁਹਾਡੀ ਜ਼ਮੀਨੀ ਹਕੀਕਤ ਨਾਲ ਮੇਲ ਖਾਂਦੀ ਹੈ ਜੀ, ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ, ਕਿਉਂਕਿ ਜੇ ਝੱਗਾ ਚੁੰਨੀ ਵਧੀਆ ਹੋਵੇ, ਕੋਟ ਤੁਹਾਡਾ ਟਾਈ ਵਧੀਆ ਹੋਵੇ, ਦੱਸਣ ਦੀ ਲੋੜ ਨਹੀਂ, ਚਮਕਾਂ ਦੂਰੋਂ ਮਾਰੂ। ਪਰ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਸਾਨੂੰ ਇਹ ਦੇਖਣਾ ਚਾਹੀਦਾ ਕਿ ਇਸ ਵੇਲੇ ਸਿਆਸੀ ਮਾਹੌਲ ਕੀ ਹੈ। ਪੰਜਾਬ 'ਚ ਬਹੁਤ ਔਖਾ ਬੀਜੇਪੀ ਲਈ, ਪਹਿਲੀ ਗੱਲ ਇਹ ਸਾਨੂੰ ਮੰਨਣੀ ਪਊ। ਪਰ ਬੀਜੇਪੀ ਬਾਕੀ ਪਾਰਟੀਆਂ ਤੋਂ ਵੱਖਰੀ ਹੈ, ਲੋਕਾਂ ਦੇ ਪੱਖ ਦੀ ਜਾਂ ਨਹੀਂ ਪੱਖ ਦੀ, ਉਹ ਗੱਲ ਵੱਖਰੀ ਹੈ। ਤੁਸੀਂ 15 ਸਾਲ ਦਾ ਪਿਛਲਾ ਮਹਾਰਾਸ਼ਟਰ ਦਾ ਜੇ ਇਤਿਹਾਸ ਸਿਆਸੀ ਤੌਰ ਤੇ ਦੇਖੋ, ਸ਼ਿਵ ਸੈਨਾ ਦੇ ਨਾਲ ਬੀਜੇਪੀ ਦਾ ਪੱਕਾ ਗੱਠਜੋੜ ਸੀ। ਬਿਲਕੁਲ, ਸ਼ਿਵ ਸੈਨਾ ਵੱਡੀ ਧਿਰ ਸੀ, ਬੀਜੇਪੀ ਛੋਟੀ ਧਿਰ ਸੀ। ਅੱਜ ਸ਼ਿਵ ਸੈਨਾ ਬਹੁਤ ਛੋਟੀ ਧਿਰ ਹੈ ਤੇ ਬੀਜੇਪੀ ਉੱਥੇ ਬਹੁਤ ਵੱਡੀ ਧਿਰ ਹੈ। ਵੱਖਰੀ ਗੱਲ ਹੈ ਕਿ ਸਰਕਾਰ ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਕੇ ਸ਼ਿਵ ਸੈਨਾ ਨੇ ਬਣਾਈ ਹੈ, ਮੁੱਖ ਮੰਤਰੀ ਉਹਨਾਂ ਦਾ ਹੈ। ਪਰ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਗਈ ਸੀ, ਇੱਥੋਂ ਤੱਕ ਕਿ ਸ਼ਿਵ ਸੈਨਾ ਤੋਂ ਦੁੱਗਣੀਆਂ ਹੁੰਦੀਆਂ, ਕਿਉਂਕਿ ਉਹਨਾਂ ਨੇ 1-2 ਵਾਰੀ ਸ਼ਿਵ ਸੈਨਾ ਤੋਂ ਵੱਖਰੇ ਹੋ ਕੇ ਇਲੈਕਸ਼ਨ ਲੜੀ। ਚਲੋ, ਉਹਦੇ ਤੋਂ ਬਾਅਦ ਹਰਿਆਣੇ 'ਚ ਬੀਜੇਪੀ ਦੇ ਪੱਲੇ ਕੱਖ ਨਹੀਂ ਸੀ ਹੁੰਦਾ। ਦੇਖ ਲਓ, ਤੋੜ ਵਿਛੋੜੇ ਕੀਤੇ, ਜਿਨ੍ਹਾਂ ਨਾਲ ਗੱਠਜੋੜ ਕੀਤਾ ਸੀ ਉਹਨਾਂ ਨੂੰ ਸੱਜੇ ਖੱਬੇ ਕੀਤਾ। ਸਰਕਾਰ ਲਗਾਤਾਰ ਦੂਸਰੀ ਵਾਰੀ ਉਹਨਾਂ ਦੀ। ਉੱਤਰ ਪ੍ਰਦੇਸ਼ ਦੇ ਵਿੱਚ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ 2/3 ਤੋਂ ਵੀ ਵੱਡਾ ਬਹੁਮਤ ਕਦੇ ਭਾਰਤੀ ਜਨਤਾ ਪਾਰਟੀ ਲੈ ਜੂ, ਪਰ ਉਸ ਪਾਰਟੀ ਨੇ ਜਿਵੇਂ ਵੀ ਕੀਤਾ, ਕੰਮ ਬੋਲਦੇ ਆ ਅਗਲੇ, ਕੰਮ ਬੋਲਦੇ ਆ ਜਾਂ ਫਿਰ ਬਿਆਨ ਬੋਲਦੇ ਆ, ਕੁਝ ਨਾ ਕੁਝ ਬੋਲਦਾ, ਇਸੇ ਕਰਕੇ ਲੋਕਾਂ ਦੇ ਸਿਰ ਚੜ੍ਹ ਬੋਲਦੇ ਆ ਜੀ। ਉਹਦੇ ਤੋਂ ਬਾਅਦ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਉੱਪਰ ਹੁੰਦੇ ਸੀ ਕਾਮਰੇਡ। ਲੱਗਦਾ ਸੀ ਕਿ ਕਦੇ ਵੀ ਉਹਨਾਂ ਦਾ ਝੰਡਾ ਸੱਤਾ ਤੋਂ ਥੱਲੇ ਆਉਣਾ ਹੀ ਨਹੀਂ। ਜੋਤੀ ਬਾਸੂ ਹੋਰਾਂ ਨੇ ਕਿੰਨੇ ਦਹਾਕੇ ਨੇੜੇ ਨਹੀਂ ਲੱਗਣ ਦਿੱਤਾ। ਉਹਦੇ ਤੋਂ ਬਾਅਦ ਹੁੰਦੀ ਸੀ ਉੱਥੇ ਕਾਂਗਰਸ ਜੀ, ਫਿਰ ਥੱਲੇ ਆ ਗਈ ਤ੍ਰਿਣਮੂਲ ਕਾਂਗਰਸ। ਬੀਜੇਪੀ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਚੌਥੇ ਨੰਬਰ ਤੇ, ਪਰ ਕਾਮਰੇਡ ਵੀ ਥੱਲੇ ਚਲੇ ਗਏ, ਕਾਂਗਰਸ ਵੀ ਥੱਲੇ ਚਲੇਗੀ।
ਹੁਣ ਸਭ ਤੋਂ ਉੱਪਰ ਤ੍ਰਿਣਮੂਲ ਕਾਂਗਰਸ, ਦੂਸਰੇ ਨੰਬਰ ਤੇ ਐ ਨਾ ਇੱਥੇ ਕਿ ਬੀਜੇਪੀ। ਨੈਕ ਟੂ ਨੈਕ ਫਾਈਟ ਹੈ। ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚੋਂ ਕਹਿੰਦੇ ਸਰਕਾਰ ਬਣਾਉਣੀ ਹੈ, ਬਣੇ ਨਾ ਬਣੇ, ਪਰ ਜੇ ਉਹ ਕਾਮਰੇਡਾਂ ਨੂੰ ਵੀ ਲਾ ਕੇ, ਕਾਂਗਰਸ ਨੂੰ ਵੀ ਲਾ ਕੇ ਤ੍ਰਿਣਮੂਲ ਕਾਂਗਰਸ ਦੇ ਬਰੋਬਰ ਖੜਨ ਦੀ ਉੱਥੇ ਵੀ ਹਿੰਮਤ ਕਰ ਗਏ। ਉੱਤਰ ਪੂਰਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੁਛ ਨਹੀਂ ਸੀ ਹੁੰਦਾ ਪੱਲੇ। ਜੰਮੂ ਵਾਲੇ ਪਾਸੇ ਨੂੰ ਦਿਓ ਧਿਆਨ। ਉਧਰ ਮੈਂ ਕਿਹਾ ਪੰਜਾਬ ਦੇ ਨੇੜੇ ਬਾਅਦ ਚ ਹੋਣੇ ਹੁਣ ਉੱਤਰ ਪੂਰਬ ਦੇ ਵਿੱਚ ਬੜਾ ਔਖਾ ਹੋ ਗਿਆ ਸੀ ਕੰਮ, ਪਰ ਹੌਲੀ ਹੌਲੀ ਅਗਲਿਆਂ ਨੇ ਉੱਥੇ ਆਪਣਾ ਹਿਸਾਬ ਕਿਤਾਬ ਜਿਹਾ ਲਾ ਲਿਆ। ਇਹਦੇ ਤੋਂ ਇਲਾਵਾ ਬਿਹਾਰ ਦੇ ਵਿੱਚ ਕਿੱਡੀ ਵੱਡੀ ਤਾਕਤ ਬਣ ਗਏ ਜੀ। ਹੁਣ ਜਦੋਂ ਸਾਰੇ ਪਾਸੇ ਤਾਕਤ ਬਣੀ ਜਾਂਦੀ, ਹਾਲਾਂਕਿ ਫੇਲੀਅਰ ਵੀ ਨੇ, ਘਾਟੇ ਵੀ ਕਈ ਪਾਸੇ ਪਏ। ਗੁਜਰਾਤ ਵਿੱਚ ਸਰਕਾਰ ਟੁੱਟਦੀ ਹੀ ਨਹੀਂ, ਰਾਜਸਥਾਨ ਦੇ ਵਿੱਚ ਦੇਖ ਲਓ, ਭਾਵੇਂ ਸਰਕਾਰ ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦੀ ਟੁੱਟ ਗਈ ਸੀ, ਪਰ ਇਹਦੇ ਬਾਵਜੂਦ ਵੀ ਸਿਰ ਤੇ ਚੜ੍ਹਿਓ ਸੀ। ਹੁਣ ਜੰਮੂ ਕਸ਼ਮੀਰ ਦੇ ਵਿੱਚ ਕੋਈ ਬੰਦਾ ਨਹੀਂ ਸੀ ਮੰਨ ਸਕਦਾ, ਸੋਚ ਵੀ ਨਹੀਂ ਸੀ ਸਕਦੇ ਲੋਕ। 6 ਲੋਕ ਸਭਾ ਦੀਆਂ ਸੀਟਾਂ ਵਿੱਚੋਂ 3 ਇਹਨਾਂ ਦੀਆਂ, ਅਗਲੇ ਉਪ ਮੁੱਖ ਮੰਤਰੀ ਤੱਕ ਆਪਣਾ ਬਣਾ ਗਿਆ ਸੀ। ਹੁਣ ਭਾਵੇਂ ਸੂਬਾ ਤੋੜ ਕੇ 2 ਥਾਵਾਂ ਦੇ ਉੱਤੇ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਬਦਲ ਦਿੱਤਾ, ਪਰ ਇਹ ਗੱਲ ਇਹ ਦੱਸਦੀ ਹੈ ਕਿ ਕਿਤੇ ਨਾ ਕਿਤੇ ਬੀਜੇਪੀ ਨੂੰ ਕਿਸੇ ਵੀ ਸੂਬੇ ਦੇ ਪੋਲੀਟੀਕਲ ਸਿਨੈਰੀਓ ਨੂੰ ਸਮਝ ਕੇ, ਉੱਥੇ ਆਪਣੇ ਵਰਕਰ ਪਿੰਡਾਂ ਦੇ ਵਿੱਚ ਛੱਡ ਕੇ, ਉੱਥੇ ਦੂਸਰੀਆਂ ਪਾਰਟੀਆਂ ਦੇ ਲੀਡਰ ਪੱਟ ਕੇ, ਤੋੜ ਵਿਛੋੜੇ ਕਰਾ ਕੇ ਜ਼ਮੀਨ ਤਲਾਸ਼ਣੀ ਆਉਂਦੀ ਹੈ। ਹੁਣ ਪੰਜਾਬ 'ਚ ਬੀਜੇਪੀ ਦੀ ਦਿੱਕਤ ਕੀ ਹੈ? ਪੰਜਾਬ 'ਚ ਦਿੱਕਤ ਇਹ ਹੈ ਕਿ ਜਿਹੜੇ ਉਹਨਾਂ ਦੇ ਲੀਡਰ ਆ ਨਾ, ਪਹਿਲੀ ਗੱਲ ਹੈ ਕਿ ਉਹਨਾਂ ਨੇ 5-6 ਟਾਟਾ ਸੁਮੋ ਕਿਰਾਏ ਤੇ ਕੀਤੀਆਂ, ਭਾਵੇਂ ਬੰਦੇ 6 ਹੀ ਹੁਣ ਆਪੋ ਆਪਣੀ ਟਾਟਾ ਸੁਮੋ ਤੇ ਚੜ੍ਹਦੇ ਆ, ਕਦੇ ਇਕੱਠੇ ਬੈਠ ਕੇ ਗਏ ਹੀ ਨਹੀਂ। ਦੂਸਰੀ ਗੱਲ ਹੈ ਕਿ ਬੀਜੇਪੀ ਦੇ ਲੀਡਰਾਂ ਦਾ ਇੱਕ ਧੜਾ ਇਦਾਂ ਦਾ ਜਿਹੜਾ ਕਹਿੰਦਾ ਕਿ 5 ਸਾਲ ਵਿਰੋਧੀ ਧਿਰ 'ਚ ਬਹਿ ਲਾਂਗੇ, ਅੱਡ ਹੋ ਕੇ ਚੋਣ ਲੜਨੀ ਚਾਹੀਦੀ ਹੈ, ਪੈਰਾਂ ਤੇ ਖਲੋਣਾ ਚਾਹੀਦਾ। ਪਰ ਕਈ ਲੀਡਰ ਇਦਾਂ ਦੇ ਆ ਜਿਹੜੇ ਕਹਿੰਦੇ ਕਿ ਨਾ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਰਲ ਕੇ ਚੱਲੋ, ਝੰਡੀ ਵਾਲੀ ਕਾਰ ਮਿਲੂਗੀ, ਕੰਮਕਾਰ ਹੁੰਦੇ ਰਹਿਣਗੇ, ਆਪਦਾ ਤੋਰੀ ਫੁਲਕਾ ਚਲਾਓ, ਆਪਣੇ ਪੁੱਤ ਪੋਤੇ ਸੈੱਟ ਕਰਾਓ, ਇੱਕ ਅੱਧੀ ਜੂਰਮੈਨੀ ਲੈ ਲਓ, ਅਸੀਂ ਕੀ ਲੈਣਾ, ਕਿੱਥੇ ਪਿੰਡ 'ਚ ਆ ਕੇ ਉੱਥੇ ਗਰਦ ਝਾੜਦੇ ਫਿਰਾਂਗੇ ਲੋਕਾਂ ਦੀ ਕਿ ਪਾਪਾ ਜੀ ਵੋਟਾਂ ਸਾਨੂੰ ਪਾਇਓ, ਤਾਇਆ ਜੀ ਵੋਟਾਂ ਸਾਨੂੰ ਪਾਇਓ, ਬੀਬੀ ਜੀ ਖਿਆਲ ਸਾਡਾ ਰੱਖਿਓ। ਇਸ ਕਰਕੇ ਇਹ ਜਿਹੜਾ ਇੱਕ ਵਰਗ ਵਿਸ਼ੇਸ਼ ਅਕਾਲੀ ਦਲ ਨਾਲ ਰਲ ਕੇ ਚੱਲਦਾ ਤੇ ਪਾਰਟੀ ਦੀ ਘੱਟ ਸੋਚਦਾ ਹੈ, ਉਹਦੇ ਕਰਕੇ ਪਾਰਟੀ ਕਦੇ ਸਟੈਂਡ ਲੈ ਹੀ ਨਹੀਂ ਸਕੀ। ਹੁਣ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਸਥਿਤੀ ਪੈਦਾ ਹੋ ਰਹੀ ਹੈ। ਬੈਨੀਪਾਲ ਸਾਹਿਬ, ਲੋਕ ਸਭਾ ਦੀਆਂ ਚੋਣਾਂ ਨੇੜੇ ਨਹੀਂ ਹੈਗੀਆਂ। ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੰਨੇ ਕੁ ਪੈਰ ਜਮਾਉਣੇ ਸੀ ਜਮਾ ਲਏ। ਹੁਣ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦਾ ਬਦਲ ਲੱਭਦੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਇੱਕ ਵਾਰੀ ਜਿਹੜਾ ਸਟੈਂਡ ਲੈ ਲੈ। ਉਹਦੇ ਪਿੱਛੇ 2 ਕਾਰਨ ਨੇ। ਅੱਗੇ ਅਕਾਲੀ ਦਲ ਤੋਂ ਬਿਨਾਂ ਕੋਈ ਸਿੱਖ ਭਾਈਚਾਰੇ ਦੇ ਪ੍ਰਤੀਨਿਧ ਉਹਨਾਂ ਨੂੰ ਧਿਰ ਨਹੀਂ ਸੀ ਲੱਭਦੀ, ਜਿਹਦੇ ਨਾਲ ਲੋਕਾਂ ਨੂੰ ਇਹ ਵੀ ਕਹਿ ਸਕਣ ਕਿ ਅਸੀਂ ਘੱਟ ਗਿਣਤੀਆਂ ਨੂੰ ਵੀ ਨਾਲ ਰੱਖਦੇ, ਦੇਖੋ ਫਲਾਨੀ ਪਾਰਟੀ ਸਾਡੇ ਨਾਲ ਜੁੜੀ ਹੈ। ਪਰ ਹੁਣ ਸੁਖਦੇਵ ਸਿੰਘ ਢੀਂਡਸਾ ਹੋਰੀ, ਜਿਸ ਤਰੀਕੇ ਉਹਨਾਂ ਨੂੰ ਅਵਾਰਡ ਵੀ ਮਿਲਿਆ, ਰਾਜ ਸਭਾ ਦੇ ਮੈਂਬਰ ਵੀ ਹੈਗੇ ਆ, ਕੁਝ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਆਪਣੀ ਥੋੜੀ ਜਥੇਬੰਦੀ ਖੜੀ ਵੀ ਕਰ ਲਈ ਹੈ। ਇਹ ਵੀ ਕਹਿ ਦਿੱਤਾ ਕਿ ਮੈਂ ਭਾਰਤੀ ਜਨਤਾ ਪਾਰਟੀ ਸ਼ਾਮਲ ਨਹੀਂ ਹੋਣਾ ਤੇ ਮੈਂ ਨਵੀਂ ਸਿਆਸੀ ਪਾਰਟੀ ਬਣਾਉਣੀ ਹੈ। ਉਹ ਇੱਕ ਵੱਡੀ ਪਾਰਟੀ ਬਣਨੀ ਹੈ। ਵੱਡੀ ਤੋਂ ਭਾਵ ਇਹ ਨਹੀਂ ਕਿ ਉਹ ਜਿੱਤਣ ਵਾਲੀ ਬਣਨੀ ਹੈ, ਪਰ ਘੱਟੋ ਘੱਟ ਹਰਾਉਣ ਵਾਲੀ ਬਣ ਜਾਣੀ ਹੈ। ਤੇ ਜੇ ਉਹ ਇੱਕ ਪੰਥਕ ਚਿਹਰੇ ਮੁਰੇ ਵਾਲੀ ਪਾਰਟੀ, ਜਿੱਦਾਂ ਪਹਿਲਾਂ ਵੀ ਅਕਾਲੀ ਦਲ ਕਈ ਬਣਿਆ, ਬਣਾਉਣ 'ਚ ਕਾਮਯਾਬ ਰਹਿੰਦੇ ਆ, ਜੇ ਆਖਰੀ ਮੌਕੇ ਤੇ ਜਾ ਕੇ ਅਕਾਲੀ ਦਲ ਟਕਸਾਲੀ ਦੇ ਨਾਲ ਉਹਨਾਂ ਦਾ ਸਮਝੌਤਾ ਹੁੰਦਾ ਹੈ, ਜਾਂ ਅਕਾਲੀ ਦਲ ਟਕਸਾਲੀ ਢੀਂਡਸਾ ਸਾਹਿਬ ਦੀ ਪਾਰਟੀ ਦੇ ਵਿੱਚ ਮਰਜ ਹੁੰਦਾ ਹੈ, ਤਾਂ ਇਹਦਾ ਮਤਲਬ ਹੈ ਕਿ ਅਕਾਲੀ ਦਲ ਬਾਦਲ ਵਰਗੀ ਇੱਕ ਧਿਰ ਖੜੀ ਹੋਊਗੀ। ਅਕਾਲੀ ਦਲ ਬਾਦਲ ਤੋਂ ਬਹੁਤ ਕਮਜ਼ੋਰ, ਜ਼ਿਆਦਾ ਹੀ ਕਮਜ਼ੋਰ ਹੋਏਗੀ। ਪਰ ਉਹਦੇ ਨਾਲ ਬੀਜੇਪੀ ਨੂੰ ਇਹ ਹੋ ਸਕਦਾ ਹੈ ਕਿ ਮਾਲਵੇ ਦੇ ਵਿੱਚੋਂ ਕੁਝ ਸੀਟਾਂ ਉਹਨਾਂ ਨੂੰ ਛੱਡ ਦਈਏ, ਕੁਝ ਮਾਲਵੇ ਦੀਆਂ ਸੀਟਾਂ ਅਸੀਂ ਆਪ ਲੜੀਏ, ਤੇ ਮਾਝੇ ਤੇ ਦੁਆਬੇ ਦੇ ਵਿੱਚ ਬੈਲੈਂਸ ਜਿਹਾ ਰੱਖੀਏ ਕਿ ਘੱਟੋ ਘੱਟ ਹਰ ਜਾਾਂਗੇ ਕੋਈ ਨਹੀਂ, ਪਰ ਹਰ ਹਲਕੇ ਦੇ ਵਿੱਚੋਂ ਜੇ 5 ਤੋਂ ਲੈ ਕੇ 15,000 ਵੋਟਾਂ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਲੈ ਜਾਣ, 60-70 ਸੀਟਾਂ ਦੇ ਉੱਤੇ ਚੋਣ ਲੜਨ, ਤਾਂ 2027 ਦੀ ਚੋਣ ਤੱਕ ਉਹ ਆਪਣੇ ਆਪ ਨੂੰ ਮੰਨ ਕੇ ਚੱਲ ਸਕਦੇ ਕਿ ਅਸੀਂ ਕਿਸੇ ਪਾਸੇ ਜੋਗੇ ਹੋਵਾਂਗੇ। ਮੈਂ ਫੇਰ ਕਹਿਣਾ, ਬੀਜੇਪੀ ਦੇ ਲਈ ਸੁਖਾਲਾ ਨਹੀਂ, ਪਰ ਜੇ ਇੱਕ ਪੰਥਕ ਧਿਰ ਇਕੱਠੀ ਹੋ ਕੇ ਹੋਰ ਖੜੀ ਹੋ ਜਾਂਦੀ ਹੈ ਤਾਂ ਬੀਜੇਪੀ ਸਟੈਂਡ ਲੈ ਵੀ ਸਕਦੀ ਹੈ। ਪਰਮਿੰਦਰ ਢੀਂਡਸੇ ਦਾ ਬਿਆਨ ਸੰਕੇਤ ਹੈ ਕਿ ਜੇ ਅਕਾਲੀ ਦਲ ਦੇ ਨਾਲੋਂ ਬੀਜੇਪੀ ਤੋੜ ਵਿਛੋੜਾ ਕਰਦੀ ਹੈ, ਅਸੀਂ ਗੱਠਜੋੜ ਕਰ ਸਕਦੇ ਹਾਂ। ਦੇਖੋ, ਸਿਆਸਤ ਦੇ ਵਿੱਚ ਕੋਈ ਆਪਣਾ ਨਹੀਂ ਤੇ ਕੋਈ ਪਰਾਇਆ ਨਹੀਂ ਜੀ। ਪਹਿਲਾਂ ਵੀ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਨ੍ਹਾਂ ਦਾ ਅੱਜ ਇੱਕ ਨਾਲ ਸਮਝੌਤਾ ਦੂਸਰੇ ਨਾਲ ਤੋੜ ਕੇ ਕਰਨ ਦੇ ਵਿੱਚ ਝੱਟ ਨਹੀਂ ਲਾਉਂਦੇ, ਪਰ ਕੁਝ ਮਿਲਦਾ ਹੋਵੇ। ਹੁਣ ਜਦੋਂ ਆਪਾਂ ਪੰਜਾਬ ਦੀ ਸਿਆਸਤ ਦੇਖਦੇ ਹਾਂ, ਪੰਜਾਬ ਦੇ ਵਿੱਚ ਇੱਕ ਤਾਂ ਅਕਾਲੀਆਂ ਨੂੰ ਵੀ ਪਤਾ ਹੈ ਤੇ ਭਾਜਪਾ ਨੂੰ ਵੀ ਪਤਾ ਹੈ ਕਿ ਸਾਡੇ ਮੂਹਰੇ ਜਿਹੜਾ ਦਿਖਣ ਵਾਲਾ ਚਿਹਰਾ ਨਾ, ਉਹ ਸਿੱਖ ਚਿਹਰਾ ਚਾਹੀਦਾ ਜੀ। ਹੁਣ ਭਾਜਪਾ ਵਾਲਿਆਂ ਦੇ ਆਪਾਂ ਬਹੁਤ ਵਾਰੀ ਬਿਆਨ ਇਹ ਪੜ੍ਹੇ ਨੇ ਕਿ ਉਹ ਕਿਸੇ ਸਿੱਖ ਚਿਹਰੇ ਦੀ ਤਲਾਸ਼ ਵਿੱਚ ਨੇ, ਕਿਉਂਕਿ ਜਦੋਂ ਕਿ ਜਿਹੜਾ ਵੱਡਾ ਵੋਟਰ ਹੈ, ਵੱਡਾ ਵੋਟ ਬੈਂਕ ਹੈ, ਉਹ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ। ਇਹ ਨਹੀਂ ਕਿ ਅਸੀਂ ਬਾਕੀ ਭਾਈਚਾਰਿਆਂ ਨੂੰ ਜਾਂ ਬਾਕੀ ਫਿਰਕਿਆਂ ਨੂੰ ਛੁਟਿਆ ਕੇ ਜਾਂ ਛੋਟਾ ਕਰਕੇ ਦੇਖ ਰਹੇ ਹਾਂ ਜੀ। ਅਸੀਂ ਧਰਾਤਲ ਤੇ ਕੀ ਹੈ, ਜ਼ਮੀਨੀ ਹਕੀਕਤ ਕੀ ਹੈ, ਗੱਲ ਉਹਦੀ ਕਰ ਰਹੇ ਹਾਂ। ਇਸ ਬਾਰੇ ਸਮੇਂ-ਸਮੇਂ ਤੇ ਇਹ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਭਾਜਪਾ ਵਾਲੇ ਇਸ ਫਿਰਾਕ ਵਿੱਚ ਨੇ, ਇਸ ਤਾਕ ਵਿੱਚ ਨੇ ਕਿ ਜੇਕਰ ਕੋਈ ਚੰਗਾ, ਤਾਕਤਵਰ, ਇਮਾਨਦਾਰ ਚਿਹਰਾ ਮਿਲਦਾ ਜਿਹਨੂੰ ਅਸੀਂ ਇੰਜਣ ਬਣਾ ਕੇ ਛੱਡ ਸਕਦੇ ਹਾਂ, ਡੱਬੇ ਜਿੰਨੇ ਫਿਰ ਮਰਜ਼ੀ ਪਿੱਛੇ ਜੋੜ ਦਈਏ,
ਦੂਸਰੀ ਗੱਲ, ਭਾਜਪਾ ਵਾਲਿਆਂ ਨੇ ਪੰਜਾਬ ਦੇ ਉੱਤੇ ਪਹਿਲਾਂ ਬਾਹਲਾ ਕਦੀ ਧਿਆਨ ਦਿੱਤਾ ਹੀ ਨਹੀਂ ਸੀ। ਉਹਨਾਂ ਨੂੰ ਲੱਗਦਾ ਕਿ 13 ਲੋਕ ਸਭਾ ਦੀਆਂ ਸੀਟਾਂ ਨੇ, ਜਦੋਂ ਅਸੀਂ ਇੱਥੋਂ ਵਿਧਾਨ ਸਭਾ ਦੀ ਚੋਣ ਲੜਦੇ ਹਾਂ ਇਕੱਲੇ ਕਦੇ ਚੋਣ ਲੜਦੇ ਹੀ ਨਹੀਂ। ਸਾਨੂੰ ਸੀਟਾਂ 5 ਮਿਲ ਜਾਣ, 15 ਮਿਲ ਜਾਣ, 20 ਮਿਲ ਜਾਣ, 22 ਮਿਲ ਜਾਣ, ਉਹਦੇ ਵਿੱਚੋਂ ਅਸੀਂ ਜਿੰਨੀਆਂ ਸੀਟਾਂ ਹੁੰਦੀਆਂ ਨੇ 2 4 5 7 ਜਿੱਤ ਲੈਂਦੇ ਹਾਂ। ਉਹਦੇ ਵਿੱਚ ਜਦੋਂ ਅਸੀਂ ਕੇਂਦਰ ਦੇ ਵਿੱਚ ਜਦੋਂ ਆਪਣੀ ਸਰਕਾਰ ਬਣਾਉਂਦੇ ਹਾਂ, ਭਾਵੇਂ 1 ਸੀਟ ਹੋਵੇ ਅਕਾਲੀਆਂ ਦੀ, 2 ਹੋਵੇ, ਜਦੋਂ ਉਹਨਾਂ ਨੂੰ 1 ਵਜ਼ੀਰੀ ਤਾਂ ਦੇਣੀ ਹੋ ਪੈਂਦੀ ਹੈ। ਇਹੀ ਤਰੀਕਾ, ਇਹੀ ਨੁਸਖਾ ਪੰਜਾਬ ਦੇ ਵਿੱਚ ਵੀ ਹੁੰਦਾ। ਸੀਟਾਂ ਉਹਨਾਂ ਦੀਆਂ ਵੱਧ ਆਉਂਦੀਆਂ ਨੇ, ਘੱਟ ਆਉਂਦੀਆਂ ਨੇ, ਕਿਉਂਕਿ ਉੱਪਰ ਉਹਨਾਂ ਨੇ ਵਜ਼ੀਰੀਆਂ ਲੈਣੀਆਂ ਹੋਣ ਤੇ ਹੇਠਾਂ ਵਜ਼ੀਰੀਆਂ ਦੇਣੀਆਂ ਪੈਂਦੀਆਂ ਨੇ। ਪਰ ਹੁਣ ਬੀਤੇ ਲਗਭਗ 10-15 ਸਾਲਾਂ ਤੋਂ ਜਿਹੜੇ ਪੰਜਾਬ ਭਾਜਪਾ ਵਾਲੇ ਨੇ ਉਹ ਵਿੱਚੋਂ ਵਿੱਚ ਤਾਂ ਇਹ ਵੀ ਕਹਿੰਦੇ ਰਹੇ ਨੇ ਕਿ ਸਾਡੇ ਨਾਲ ਜਿਹੜਾ ਸਲੂਕ ਹੈ ਨਾ, ਜਦੋਂ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਆ, ਉਹਨਾਂ ਦੇ ਵਜ਼ੀਰਾਂ ਵਾਲਾ ਬਰਾਬਰ ਵਾਲਾ ਨਹੀਂ ਹੁੰਦਾ। ਕਿਤੇ ਉਹ ਕਿਤੇ ਲੱਗਦਾ ਉਹ ਚੁੰਡੀਆਂ ਉੱਪਰ ਵੱਢਦੇ ਰਹਿੰਦੇ ਨੇ। ਜਦੋਂ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੇ ਵੱਡੇ ਬਿਆਨ ਸਾਰੇ ਅਖਬਾਰਾਂ ਦੀ ਸੁਰਖੀ ਬਣ ਜਾਂਦੇ ਨੇ ਤੇ ਇੱਕਦਮ ਉਹਨਾਂ ਨੂੰ ਸਟਾਪ ਸਾਈਨ ਸਾਹਮਣੇ ਨਜ਼ਰ ਆਉਂਦਾ। ਫਿਰ ਕੇਂਦਰ ਦੇ ਕਿਸੇ ਵੱਡੇ ਲੀਡਰ ਦਾ ਬਿਆਨ ਆਉਂਦਾ ਕਿ ਨਹੀਂ, ਸਾਡਾ ਤੇ ਅਕਾਲੀਆਂ ਦਾ ਗੱਠਜੋੜ ਹੈ, ਰਹੇਗਾ। ਫਿਰ ਜਦੋਂ ਲੋਕ ਸਭਾ ਦੀ ਚੋਣ ਆਉਂਦੀ ਹੈ, ਫਿਰ ਅਕਾਲੀ ਦਲ ਦਾ ਲਗਭਗ ਉਸੇ ਤਰ੍ਹਾਂ ਦਾ ਬਿਆਨ ਆਉਂਦਾ ਕਿ ਬਿਨਾਂ ਕਿਸੇ ਸ਼ਰਤ, ਬਗੈਰ ਕਿਸੇ ਸ਼ਰਤ ਤੋਂ ਅਸੀਂ ਭਾਜਪਾ ਨੂੰ ਆਪਣਾ ਸਮਰਥਨ ਦੇ ਦਿੱਤਾ। ਕਈ ਵਾਰੀ ਉਹਨਾਂ ਦੇ ਸਮਰਥਨ ਦੀ ਉਸ ਵਕਤ ਉਹਨਾਂ ਨੂੰ ਲੋੜ ਵੀ ਨਹੀਂ ਹੁੰਦੀ। ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਜਿੰਨੀ ਲੀਡਰਸ਼ਿਪ ਹੈ ਉਹ ਆਪਣੇ ਆਪ ਤਾਂ ਨਹੀਂ ਬਿਆਨ ਦਿੰਦੀ, ਕਈ ਵਾਰੀ ਪਰ ਤੋਲ ਕੇ ਉਹ ਦੇਖਦੇ ਨੇ। ਪਰ ਇਸ ਵਾਰ ਬੀਤੀਆਂ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਉਹਦੇ ਨਾਲ ਉਹ ਸਿਨੈਰੀਓ ਜ਼ਰੂਰ ਕੁਝ ਵੱਖਰਾ ਹੋਊ। ਮੈਨੂੰ ਲੱਗਦਾ ਕਿ ਭਾਜਪਾ ਵਾਲੇ ਵੇਖ ਰਹੇ ਨੇ ਕਿ ਅਕਾਲੀ ਦਲ ਦੀ ਉਹ ਮਜ਼ਬੂਤ ਸਥਿਤੀ ਹੈ ਨਹੀਂ ਜਿਹੜੀ ਅੱਜ ਤੋਂ 10 ਜਾਂ 15 ਸਾਲ ਪਹਿਲਾਂ ਹੁੰਦੀ ਸੀ। ਬਿਲਕੁਲ ਬੈਨੀਪਾਲ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇੱਕ ਨੀਤੀ ਸੀ ਕਿ ਮੈਂ ਖੇਤਰੀ ਪਾਰਟੀ ਤੋਂ ਰਾਸ਼ਟਰੀ ਪਾਰਟੀ ਬਣਾਉਣਾ ਅਕਾਲੀ ਦਲ ਜੀ। ਪਰ ਦਿੱਲੀ ਦੇ ਵਿੱਚ ਅਗਲਿਆਂ ਨੇ 0 ਸੀਟ ਦਿੱਤੀ, ਹਰਿਆਣੇ 'ਚ, ਰਾਜਸਥਾਨ 'ਚ ਇੱਕ ਵਾਰੀ ਰਾਮੂ ਵਾਲੀਆ ਸਾਹਿਬ ਅਕਾਲੀ ਦਲ ਨੇ ਯੂਪੀ 'ਚ ਭੇਜੇ ਸੀ। ਉਹਦੇ ਤੋਂ ਬਾਅਦ ਉਹ ਸੀਟ ਤਾਂ ਕੀ ਬਣੀ, ਰਾਮੂ ਵਾਲੀਆ ਸਾਹਿਬ ਵੀ ਗਏ, ਮੁੜ ਕੇ ਆਉਣ ਹੀ ਨਹੀਂ ਦਿੱਤੇ। ਮੁੜ ਕੇ ਅਗਲੇ ਸਾਈਕਲ ਦੇ ਉੱਤੇ ਚੜ੍ਹ ਕੇ ਤਾਂ ਪੈਡਲ ਜ਼ੋਰ ਨਾਲ ਮਾਰੇ ਤਾਂ ਮੰਤਰੀ ਪਦ ਲੈ ਗਿਆ। ਕਾਰ ਤੇ ਚੜ੍ਹ ਕੇ ਸਾਈਕਲ ਤੋਂ ਜਾਂਦੇ ਨਾ ਉਹ ਹੁੰਦਾ ਕਈ ਵਾਰੀ ਕਿ ਭਾਈ ਇਹ ਤਾਂ ਆਪੋ ਆਪਣਾ ਬਲਬੂਤਾ ਨਾ, ਕਿਸਮਤ ਹੈ। ਤੇ ਹੁਣ ਬੈਨੀਪਾਲ ਸਾਹਿਬ, ਜਿਹੜੀ ਤੁਸੀਂ ਵਜ਼ੀਰੀ ਦੀ ਗੱਲ ਕੀਤੀ ਨਾ, ਹੋ ਸਕਦਾ ਆਖਰੀ ਮੌਕੇ ਦੇ ਉੱਤੇ ਜਾ ਕੇ ਜੇ ਢਹਿ ਢੇਰੀ ਹੋਵੇ ਤਾਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਸਾਲ 6 ਮਹੀਨੇ ਪਹਿਲਾਂ ਵਜ਼ੀਰੀ ਜਿਹੜੀ ਹੈ ਬਠਿੰਡੇ ਵਾਲੇ ਪਾਸਿਓਂ ਲੈ ਕੇ ਸੰਗਰੂਰ ਵਾਲੇ ਪਾਸੇ ਵੀ ਜਾ ਸਕਦੀ ਹੈ, ਕਿਉਂਕਿ ਰਾਜ ਸਭਾ ਦੀ ਸੀਟ ਤਾਂ ਉਧਰ ਵੀ ਹੈਗੀ ਆ। ਅਸੀਂ ਨਾ ਨਹੀਂ ਕਿਸੇ ਦਾ ਲੈਣਾ, ਨਾ ਕਿਸੇ ਨੂੰ ਪਤਾ ਹੀ ਲੱਗਣਾ ਹੈ ਨਾ। ਦੋ ਵਜੀ ਉੱਥੇ 2 ਬੰਦੇ ਨੇ, ਹੁਣ ਆਪੇ ਸੋ ਦੇਖੀ ਚਲੋ ਕਿੱਧਰਲੇ ਪਾਸੇ ਨੂੰ ਜਾਂਦੀ ਹੈ ਗੱਲ। ਚਲੋ ਹੁਣ ਬੈਨੀਪਾਲ ਸਾਹਿਬ, ਜਿੰਨਾ ਕੁ ਸਮਾਂ ਹੈਗਾ, ਮੈਂ ਕਹਿੰਦਾ ਕਿ ਇੱਕ ਬੜਾ ਇੰਪੋਰਟੈਂਟ ਇਸ਼ੂ ਆ ਸਾਡੇ ਨਾਲ, ਤੁਹਾਡੇ ਨਾਲ, ਕੈਨੇਡਾ ਵਾਲਿਆਂ ਨਾਲ, ਅਮਰੀਕਾ ਵਾਲਿਆਂ ਨਾਲ, ਪੰਜਾਬ ਵਾਲਿਆਂ ਨਾਲ, ਸਾਰਿਆਂ ਨਾਲ ਜੁੜਿਆ। ਉਹ ਹੈਗਾ ਕਿ ਕਈ ਵਾਰੀ ਇਹ ਖਬਰਾਂ ਆਉਂਦੀਆਂ ਜਿਹਦੇ ਕਰਕੇ ਸਾਡੇ ਮਨ ਦੇ ਵਿੱਚ ਬਹੁਤ ਵੱਡੇ ਸਵਾਲ ਆਉਂਦੇ ਆ ਕਿ ਆਪਣੇ ਮੁੰਡਿਆਂ ਦੇ ਉੱਤੇ ਦੋਸ਼ ਲੱਗਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹ ਦੋਸ਼ੀ ਸਾਬਿਤ ਹੁੰਦੇ ਆ ਕਿ ਬਾਰਡਰ ਦੇ ਉੱਤੋਂ ਫੜੇ ਗਏ ਜੀ, ਉਹਨਾਂ ਦੇ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋ ਗਿਆ। ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਹੈਗਾ ਜੀ, ਸਰਕਾਰਾਂ ਵੀ ਮੰਨਦੀਆਂ, ਅਫਸਰਸ਼ਾਹੀ ਵੀ ਮੰਨਦੀ ਹੈ, ਕਿਉਂਕਿ ਜਦ ਕਹਿੰਦੇ ਆ ਕਿ ਫੜਿਆ ਗਿਆ ਤਾਂ ਫਿਰ ਮੰਨਣੀ ਆ ਜੀ। ਪਰ ਜੇ ਇਸ ਧਰਤੀ ਦੇ ਉੱਤੇ ਜਾ ਕੇ ਅਸੀਂ ਕਹਿੰਦੇ ਆ ਕਿ ਜਿੰਨੀ ਮਿਹਨਤ ਕਰਾਂਗੇ ਉਨਾ ਅੱਗੇ ਵਧਾਂਗੇ, ਉੱਥੇ ਜਾ ਕੇ ਵੀ ਜਦੋਂ ਪਤਾ ਲੱਗਦਾ ਜੀ ਬਾਰਡਰ ਦੇ ਉੱਤੇ ਫੜੇ ਗਏ, ਭਾਵੇਂ ਆਸਟ੍ਰੇਲੀਆ ਹੈ, ਭਾਵੇਂ ਦੂਸਰੇ ਮੁਲਕ, ਤਾਂ ਫਿਰ ਬੜੀ ਅਜੀਬ ਸਥਿਤੀ ਆ। ਮੈਨੂੰ ਹੁਣ ਥੋੜ੍ਹੇ ਮਹੀਨੇ ਹੋਏ ਆ ਜੋ ਇੱਥੇ ਸਮਝ ਆਈ ਹੈ ਕਿ ਠੀਕ ਹੈ, ਘਰਾਂ ਦੀਆਂ ਕਿਸ਼ਤਾਂ ਦੇਣੀਆਂ ਔਖੀਆਂ, ਬੰਦਾ ਸਾਰੀ ਉਮਰ ਮਿਹਨਤ ਕਰਦਾ, 15-20 ਸਾਲ ਲਾਉਂਦਾ, ਫਿਰ ਕਿਤੇ ਜਾ ਕੇ ਪੈਰਾਂ ਦੇ ਉੱਤੇ ਆਉਂਦਾ। ਖਰਚੇ ਬਹੁਤ ਨੇ, ਸਰਕਾਰਾਂ ਦਿੰਦੀਆਂ ਬਹੁਤ ਹੈ, ਪਰ ਦੂਜੇ ਹੱਥ ਲੈਂਦੀਆਂ ਵੀ ਬਹੁਤ ਕੁਝ ਹੈ। ਜਾਣੀ ਕਿ ਜੇ ਤੁਸੀਂ ਮਿਹਨਤ ਮੁਸ਼ੱਕਤ ਕਰਕੇ ਪਰਿਵਾਰ ਦੇ ਵਿੱਚ ਸੰਤੁਸ਼ਟ ਹੋ ਤਾਂ ਤੁਹਾਨੂੰ ਦਿੱਕਤ ਕੋਈ ਨਹੀਂ, ਪਰ ਜੇ ਤੁਹਾਡੀਆਂ ਖਾਹਿਸ਼ਾਂ ਵੱਡੀਆਂ ਨੇ ਜਾਂ ਤਾਂ ਤੁਹਾਨੂੰ ਫਿਰ ਬਹੁਤ ਦਿਮਾਗ ਲਾ ਕੇ ਚੰਗੇ ਤਰੀਕੇ ਨਾਲ ਸਿਸਟਮੈਟਿਕਲੀ ਕੰਮ ਕਰਨਾ ਪਊਗਾ। ਪਰ ਬਹੁਤੀ ਵਾਰੀ ਕਈ ਵਾਰੀ ਨਾ ਬਾਈਪਾਸ ਵਾਲਾ ਰਸਤਾ ਜਿਹੜਾ ਉਹ ਸਾਡੇ ਮੁੰਡਿਆਂ ਨੂੰ ਆਕਰਸ਼ਿਤ ਕਰਦਾ ਹੈ। ਮੈਂ ਫਿਰ ਕਹਿੰਦਾ ਕਿ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਆ ਦੋਸ਼ੀ ਨਹੀਂ ਹੈਗੇ, ਉਹ ਗਾਂਹ ਕੰਮ ਅਦਾਲਤਾਂ ਦਾ, ਪਰ ਉਹ ਇੱਕ ਵੱਡੀ ਚੁਣੌਤੀ ਨਹੀਂ ਤੁਹਾਡੇ ਹਿਸਾਬ ਨਾਲ? ਬਾਟ ਸਾਹਿਬ, ਇਹ ਮੇਰੇ ਖਿਆਲ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ 92-93 ਤੋਂ ਜ਼ਿਆਦਾ ਕੰਮ ਵਧਿਆ। ਇਸ ਗੈਂਗਵਾਰ ਦੀ ਭੇਂਟ ਸਾਡੇ ਸੈਂਕੜੇ ਮੁੰਡੇ ਚੜ੍ਹ ਗਏ ਜੀ। ਤੇ ਇਸ ਗੈਂਗਵਾਰ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਤਸਕਰ ਬਣਨ ਵਾਲੇ, ਸਮਗਲਿੰਗ ਦੇ ਧੰਦੇ ਵਿੱਚ ਆਉਣ ਵਾਲੇ ਮੁੰਡਿਆਂ ਦੀ ਉਮਰ 19 ਕੁ ਸਾਲ ਤੋਂ ਲੈ ਕੇ 30-31 ਸਾਲ ਤੱਕ ਰਹੀ ਹੈ। ਤੇ ਜਿਹੜੀ ਇਹ ਦੇਖਦੇ ਨਾ ਵੀ ਮੇਰੇ ਵਰਗਾ ਕੋਈ ਨਹੀਂ ਜਾਂ ਮੈਂ ਤੂਤੀ ਮੇਰੀ ਬੋਲਦੀ ਹੈ, ਲਗਭਗ ਸਾਲ ਤੋਂ ਲੈ ਕੇ 2 ਸਾਲ ਦਾ ਸਮਾਂ ਕੱਢਿਆ ਉਹਨਾਂ ਨੇ ਜੀ। ਸਾਲ ਜਾਂ 2 ਸਾਲ ਦੀ ਜ਼ਿੰਦਗੀ ਚਮਕ ਦਮਕ ਦੀ ਕਿੰਨੀ ਕੁ ਕੱਢ ਲੈਂਦੇ ਹੋਣਗੇ, ਕਿੰਨਾ ਕੁ ਪੈਸਾ ਬਣਾ ਲੈਂਦੇ ਹੋਣਗੇ। ਜਿਹੜਾ ਬਣਾਇਆ ਪੈਸਾ ਸਾਡੇ ਕੰਮ ਹੀ ਨਹੀਂ ਆਉਣਾ। ਜਦੋਂ ਅਸੀਂ ਇਸ ਜਹਾਨ ਤੋਂ ਕਿਸੇ ਨੇ ਸਾਨੂੰ ਤੋੜ ਦੇਣਾ, ਉਹ ਪੈਸਾ ਕੀ ਕੰਮ ਦਾ। ਦੂਜੀ ਗੱਲ ਜਿਹੜੀ ਤੁਸੀਂ ਕਿਤੇ ਈਜ਼ੀ ਮਨੀ, ਕਿਸੇ ਝਾਂਸੇ ਵਿੱਚ ਭੰਬਲ ਭੂਸੇ ਵਿੱਚ ਆ ਕੇ ਜਾਂ ਮਜਬੂਰੀ ਦੇ ਕਾਰਨ ਮਜਬੂਰ ਲੋਕਾਂ ਨੂੰ, ਕਈ ਵਾਰੀ ਮਜਬੂਰ ਲੋਕਾਂ ਨੂੰ ਬਹੁਤ ਸਾਰੇ ਲੋਕ ਫਸਾ ਲੈਂਦੇ ਆ। ਪਰ ਫਸਣ ਤੋਂ ਪਹਿਲਾਂ ਅਗੇਨ ਦੇਖਣਾ ਤੁਸੀਂ ਹੈ
ਕਿ ਇੱਕ ਪਾਸੇ ਮੇਰੀ ਜ਼ਿੰਦਗੀ ਹੈ, ਇੱਕ ਪਾਸੇ ਮੇਰਾ ਪਰਿਵਾਰ ਹੈ, ਇੱਕ ਪਾਸੇ ਆ ਹਰਾਮ ਦੀ ਕਮਾਈ ਹੈ ਜਿਹਨੂੰ ਮੈਂ ਜਾਂ ਸਾਲ ਜਾਂ 6 ਮਹੀਨੇ ਤੋਂ ਬਾਅਦ ਜਹਾਨ ਤੋਂ ਹੀ ਤੁਰ ਜਾਣਾ, ਵਰਤ ਹੀ ਨਹੀਂ ਸਕਣਾ। ਬੀਤੇ ਲਗਭਗ 10 ਕੁ ਦਿਨਾਂ ਦੇ ਵਿੱਚ ਕੈਨੇਡਾ ਅਮਰੀਕਾ ਦੇ ਬਾਰਡਰ ਤੋਂ 2 ਪੰਜਾਬੀ ਮੁੰਡੇ ਫੜੇ ਗਏ। ਉਹਨਾਂ ਦਾ ਕਈ ਮਿਲੀਅਨ ਡਾਲਰਾਂ ਦਾ ਉਹਨਾਂ ਕੋਲੋਂ ਡਰੱਗ ਖੇਪ ਬਰਾਮਦ ਹੋਈ। ਆਸਟ੍ਰੇਲੀਆ ਦੇ ਵਿੱਚੋਂ ਬੀਤੇ ਦਿਨੀ ਇਸ ਤਰ੍ਹਾਂ ਦੀ ਇੱਕ ਡਰੱਗ ਖੇਪ ਉਹਨਾਂ ਨੇ ਇੱਕ ਕੰਟੇਨਰ ਦੇ ਵਿੱਚੋਂ ਫੜੀ ਹੈ ਜਿਹਦੀਆਂ 3.6 ਮਿਲੀਅਨ ਗੋਲੀਆਂ ਬਣਾਈਆਂ ਜਾਣੀਆਂ ਸੀ। ਤੁਸੀਂ ਹਿਸਾਬ ਲਾਓ 36 ਲੱਖ। ਹੁਣ ਅਸੀਂ ਤੁਰੇ ਕਿੱਧਰ ਨੂੰ ਹੈ? ਪੰਜਾਬ ਦੇ ਵਿੱਚੋਂ ਅਕਸਰ ਖਬਰਾਂ ਆਉਂਦੀਆਂ ਨੇ ਕਿ ਸਰਹੱਦ ਦੇ ਉੱਤੋਂ ਆ ਗਈਆਂ ਜੀ, ਕਿਤੇ ਜੀ ਇੰਨੇ ਲੱਖ ਦੀ, ਇੰਨੇ ਕਰੋੜ ਦੀ ਡਰੱਗ ਖੇਪ ਫੜ ਲਈ। ਪਰ ਅਸੀਂ 7 ਸਮੁੰਦਰ ਪਾਰ ਆ ਗਏ ਹਾਂ, ਖੁਸ਼ਹਾਲ ਮੁਲਕ ਨੇ। ਜਿਹੜਾ ਵਿਅਕਤੀ ਇਹਨਾਂ ਮੁਲਕਾਂ ਦੇ ਵਿੱਚ ਆਹ 10 ਨੌਹਾਂ ਦੀ ਕਰਕੇ ਖਾਣ ਵਾਲਾ, ਜਿਹਦੇ ਹੱਥ ਪੈਰ ਚੱਲਦੇ ਆ, ਭਾਵੇਂ ਸਕਿੱਲ ਉਹਦੇ ਕੋਲ ਘੱਟ ਹੈ, ਉਹਦੇ ਕੋਲ ਵੱਧ, ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਕਰ ਸਕਦਾ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੀ ਇੱਛਾ ਕੀ ਹੈ, ਖਾਹਿਸ਼ਾਂ ਕੀ ਨੇ। ਜੇ ਤਾਂ ਹੁਣ ਤੁਸੀਂ ਚਾਹੁੰਦੇ ਹੋ ਕਿ ਬਾਠ ਸਾਹਿਬ ਆਏ ਹੋਏ ਨੂੰ ਹੋ ਗਏ 20 ਸਾਲ ਜਾਂ 30 ਸਾਲ ਜਾਂ 50 ਸਾਲ ਤੋਂ ਰਹਿੰਦਾ, ਇਹ ਤਾਂ ਭਾਈ ਰੋਲਸ ਰਾਇਸ ਕਾਰ ਵੀ ਰੱਖੀ ਫਿਰਦਾ, ਇਹ ਤਾਂ ਮਹਿੰਗੇ ਏਰੀਏ 'ਚ ਵੀ ਰਹਿੰਦਾ। ਤੇ ਮੈਂ ਕੱਲ੍ਹ ਜਹਾਜ਼ 'ਚੋਂ ਉਤਰਿਆ, ਮੈਂ ਇਹਨਾਂ ਦੀ ਕੋਠੀ ਦੇਖ ਕੇ, ਇਹਨਾਂ ਦੀ ਕਾਰ ਦੇਖ ਕੇ ਫਿਰ ਮੈਂ ਸੋਚਾਂ ਕਿ ਇਹਦੇ ਤੇ ਬਰਾਬਰ ਨਹੀਂ, ਇਹਦੇ ਤੋਂ ਅੱਗੇ ਮੈਂ ਲੰਘਣਾ। ਲੰਘਣਾ ਕਿਵੇਂ ਹੈ? ਹੁਣ 20 25 30 ਸਾਲ ਨਾਲ ਛਾਲ ਮਾਰ ਕੇ ਤਾਂ ਟੱਪਿਆ ਨਹੀਂ ਜਾਣਾ। ਹੋ ਸਕਦਾ ਸਾਡੇ 'ਚ ਉਨੀ ਸਕਿੱਲ ਹੀ ਨਾ ਹੋਵੇ ਜਾਂ ਸਾਡੇ ਮੁਕੱਦਰ ਹੀ ਉਹਨਾਂ ਸਾਥ ਨਾ ਦਿੰਦੇ ਹੋਣ। ਕੰਮ ਤਾਂ ਸਾਰੇ ਕਰਦੇ ਆ। ਜਿੰਨੇ ਵੀ ਇਹ ਨੌਜਵਾਨ ਨੇ ਰਾਹੇ ਨਹੀਂ ਸਗੋਂ ਕੁਰਾਹੇ ਪੈ ਰਹੇ ਨੇ। ਇੱਕ ਗੱਲ ਸੋਚ ਲੈਣ ਕਿ ਅਸੀਂ ਧਰਤੀ ਤੋਂ ਜਦੋਂ ਭਾਰਤੀ ਤੋਂ ਤੁਰੇ ਸੀ, ਕੀ ਸੋਚ ਕੇ ਤੁਰੇ ਸੀ? ਸਾਡੇ ਪਰਿਵਾਰ ਪਿੱਛੇ ਸਾਨੂੰ ਜਦੋਂ ਜਹਾਜ਼ ਚੜ੍ਹਾਉਣ ਆਏ ਸੀ, ਉਹਨਾਂ ਨੇ ਸਾਨੂੰ ਕੀ ਕਿਹਾ ਸੀ? ਮਾਂ ਨੇ, ਬੁੱਢੀ ਨੇ ਕਿਹਾ ਸੀ, ਪੁੱਤ ਛੇਤੀ ਆਈ, ਮੈਂ ਤੈਨੂੰ ਉਡੀਕਦੀ ਹਾਂ। ਬਾਪ ਨੇ ਵੀ ਕਿਹਾ ਹੋਣਾ, ਭੈਣਾਂ ਭਰਾਵਾਂ ਨੇ ਵੀ ਕਿਹਾ ਹੋਣਾ, ਆਪਾਂ ਵੀ ਕਹਿ ਕੇ ਆਏ ਹੋਵਾਂਗੇ ਬੜੀ ਛੇਤੀ ਆਏ। ਸਾਡੇ ਕੋਲੋਂ ਉਹ ਜ਼ਿੰਮੇਵਾਰੀਆਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇੱਕਦਮ ਪਾਸੇ ਕਿਵੇਂ ਹੋ ਜਾਂਦੀਆਂ ਨੇ। ਸਾਡੇ ਉਹ ਰਿਸ਼ਤੇ ਕਿਵੇਂ ਭੰਗ ਹੋ ਜਾਂਦੇ ਨੇ। ਸਾਨੂੰ ਉਹ ਪਿਆਰ, ਉਹ ਮਾਣ, ਉਹ ਸਤਿਕਾਰ, ਉਹ ਖਲੂਸ ਜਿਹੜਾ ਮਿਲਿਆ ਹੋਇਆ, ਇੱਕਦਮ ਪੈਸੇ ਦੀ ਚਮਕ ਦਮਕ ਦੇ ਵਿੱਚ ਪੁੱਠੇ ਰਾਹ ਨਹੀਂ, ਕਰਾਹੇ ਪੈਣ ਵੇਲੇ ਸਾਡੇ ਸਾਹਮਣੇ ਉਹ ਇੱਕ ਦੀਵਾਰ ਬਣ ਕੇ, ਉਹ ਕੰਧ ਬਣ ਕੇ ਕਿਉਂ ਨਹੀਂ ਖੜਦਾ? ਬੈਨੀਪਾਲ ਸਾਹਿਬ ਦੇਖੋ, ਲੱਖਾਂ ਦੀ ਗਿਣਤੀ 'ਚ ਕੈਨੇਡਾ 'ਚ ਨੇ ਪੰਜਾਬੀ, US 'ਚ ਨੇ, ਆਸਟ੍ਰੇਲੀਆ 'ਚ ਨੇ। ਇਹ ਬਹੁਤ ਛੋਟੀ ਗਿਣਤੀ ਹੈ, ਪਰ ਇਹਨਾਂ ਦੀਆਂ ਖਬਰਾਂ ਬਹੁਤ ਵੱਡੀਆਂ ਹੋ ਕੇ ਲੱਗਦੀਆਂ ਕਿਉਂਕਿ ਕੁਰਾਹੇ ਪੈਂਦੇ ਆ, ਸਿਸਟਮ ਦੇ ਵਿੱਚ ਵੀ ਗਲਤ ਹੁੰਦਾ ਹੈ। ਪਰ ਇਹਨਾਂ ਦੇ ਵਿੱਚੋਂ ਸਾਰੇ ਦੋਸ਼ੀ ਨਹੀਂ, ਕੁਝ ਇੱਕ ਫਸ ਜਾਂਦੇ ਆ, ਫਸਾ ਦਿੱਤੇ ਜਾਂਦੇ ਆ, ਅਦਾਲਤਾਂ ਦੇ ਵਿੱਚੋਂ ਬਰੀ ਹੋਣਗੇ, ਅਸੀਂ ਉਮੀਦ ਕਰਦੇ ਹਾਂ। ਪਰ ਬੈਨੀਪਾਲ ਸਾਹਿਬ, ਮੈਨੂੰ ਤਾਂ ਇੱਕੋ ਗੱਲ ਪਤਾ ਹੈ, ਪੰਜਾਬ 'ਚ ਰਹਿੰਦੇ ਹੋ ਜਾਂ ਜਿਹੜੇ ਮਰਜ਼ੀ ਮੁਲਕ 'ਚ ਰਹਿੰਦੇ ਹੋ, ਜੇ ਹਰੇਕ ਚੂਰ ਦਰਖਤ ਨੂੰ ਹਿਲਦਿਆਂ ਝੂਲਦਿਆਂ ਹਵਾ ਦਿੰਦਿਆਂ ਵੇਖ ਕੇ ਸਾਨੂੰ ਆਨੰਦ ਨਹੀਂ ਆਉਂਦਾ, ਜੇ ਘਰ ਦੇ ਵਿੱਚ ਪਰਿਵਾਰ ਦੇ ਨਾਲ ਬੈਠ ਕੇ ਰੋਟੀ ਖਾਂਦਿਆਂ ਸਾਨੂੰ ਆਨੰਦ ਨਹੀਂ ਆਉਂਦਾ, ਜੇ ਆਪਣੀ ਕਮਾਈ ਦੇ ਨਾਲ ਲਈ ਛੋਟੀ ਕਾਰ ਜਾਂ ਛੋਟੇ ਮੋਟਰਸਾਈਕਲ ਨੂੰ ਚਲਾ ਕੇ ਆਨੰਦ ਨਹੀਂ ਆਉਂਦਾ, ਤੁਸੀਂ ਦੁਨੀਆ ਦੀ ਜਿਹੜੀ ਮਰਜ਼ੀ ਲਗਜ਼ਰੀ ਗੱਡੀ ਲੈ ਲਓ, ਜਿੱਡਾ ਮਰਜ਼ੀ ਵੱਡਾ ਘਰ ਬਣਾ ਲਓ, ਤੁਹਾਨੂੰ ਆਨੰਦ ਨਹੀਂ ਆ ਸਕਦਾ। ਇਸ ਕਰਕੇ ਥੋੜ੍ਹੀ ਜਿਹੀਆਂ ਆਪਣੀਆਂ ਸੀਮਾਵਾਂ ਨਿਰਧਾਰਿਤ ਕਰੋ। ਐਵੇਂ ਉੱਚੇ ਮਕਾਨ ਦੇਖ ਕੇ ਆਪਣੀਆਂ ਨੀਹਾਂ ਕਮਜ਼ੋਰ ਨਾ ਕਰਿਓ। ਜਿੰਨੇ ਉੱਚੇ ਥਾਂ ਤੋਂ ਡਿੱਗਾਂਗੇ ਸੱਟ ਵੱਡੀ ਲੱਗਣੀ ਜੀ। ਸੋ ਇਸ ਦੇ ਨਾਲ ਹੀ ਬਾਠ ਸਾਹਿਬ ਸਮੇਂ ਦੀ ਸਮਾਪਤੀ ਹੈ। ਧੰਨਵਾਦ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪ੍ਰਾਈਮ ਫੋਕਸ। ਤੁਹਾਨੂੰ ਕਿਵੇਂ ਲੱਗਿਆ? ਆਪਣੀਆਂ ਕੀਮਤੀ ਟਿੱਪਣੀਆਂ, ਸੁਝਾਅ ਸਾਡੇ ਤੱਕ ਜ਼ਰੂਰ ਪੁੱਜਦੇ ਕਰਿਓ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਕੱਲ ਫਿਰ ਮਿਲਾਂਗੇ ਕਿਸੇ ਨਵੇਂ ਅਤੇ ਨਵੇਕਲੇ ਹੋਰ ਪ੍ਰੋਗਰਾਮ ਦੇ ਨਾਲ। ਉਦੋਂ ਤੱਕ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।